ਰੋਜ਼ਾਨਾ ਲੋਕ ਨਾਲ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਲੁਕਮਾ ਸੱਚ ਦੇਖ ਰਹੇ ਹੋ ਤੁਸੀਂ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਪੰਜਾਬ ਦੇ ਪੋਲੀਟੀਕਲ ਸਿਨੈਰੀਓ ਤੇ, ਜੋ ਅੱਜ ਪੰਜਾਬ ਦੇ ਅੰਦਰ ਹਾਲਾਤ ਬਣੇ ਹੋਏ ਨੇ। ਇਹਨਾਂ ਹਾਲਾਤਾਂ ਦੇ ਵਿੱਚ ਕਿਹੜੀ ਪਾਰਟੀ ਕਿੱਥੇ ਕੁ ਸਟੈਂਡ ਕਰਦੀ ਹੈ, ਇਸ ਬਾਰੇ ਗੱਲਬਾਤ ਕਰਾਂਗੇ। ਵੱਖ-ਵੱਖ ਪਾਰਟੀਆਂ ਦੇ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ ਕਿ ਸਾਡੀ 2022 ਦੇ ਵਿੱਚ ਸਰਕਾਰ ਪੱਕੀ ਹੈ। ਕੁਝ ਕੁ ਪਾਰਟੀਆਂ ਨੇ ਤਾਂ ਆਪਣੇ ਕੁਝ ਕੁ ਉਮੀਦਵਾਰ ਵੀ ਐਲਾਨ ਦਿੱਤੇ ਨੇ ਇਹ ਦਾਅਵਿਆਂ ਦੇ ਨਾਲ ਕਿ ਸਾਡੀ ਸਰਕਾਰ 2022 ਦੇ ਵਿੱਚ ਆਵੇਗੀ ਹੀ ਆਵੇਗੀ। ਪਰ ਅਸਲ ਦੇ ਵਿੱਚ ਕਿਹੜੀ ਪਾਰਟੀ ਕਿੱਥੇ ਕੁ ਸਟੈਂਡ ਕਰਦੀ ਹੈ, ਇਹ ਦੱਸਣ ਦੀ ਕੋਸ਼ਿਸ਼ ਕਰਾਂਗੇ। ਚਾਹੇ ਉਹ ਕਿਸਾਨ ਅੰਦੋਲਨ ਦਾ ਮੁੱਦਾ ਹੋਵੇ, ਚਾਹੇ ਉਹ ਬੇਅਦਬੀ ਅਤੇ ਗੋਲੀ ਕਾਂਡਾਂ ਦਾ ਮਾਮਲਾ ਹੋਵੇ, ਚਾਹੇ ਉਹ ਘਰ ਘਰ ਰੋਜ਼ਗਾਰ ਦਾ ਮਾਮਲਾ ਹੋਵੇ, ਚਾਹੇ ਪਾਣੀਆਂ ਦਾ ਮੁੱਦਾ ਹੋਵੇ। ਇਹਨਾਂ ਸਾਰੇ ਮੁੱਦਿਆਂ ਦੇ ਵਿੱਚ ਕਿਹੜੀ ਪਾਰਟੀ ਨੂੰ ਕਿੰਨਾ ਕੁ ਸਮਰਥਨ ਲੋਕਾਂ ਦਾ ਮਿਲਦਾ ਨਜ਼ਰ ਆ ਰਿਹਾ ਹੈ, ਕਿੰਨਾ ਕੁ ਵਿਰੋਧ ਲੋਕਾਂ ਦਾ ਝੱਲਣਾ ਪੈ ਰਿਹਾ ਹੈ, ਜਾਂ ਫਿਰ ਵੱਖ-ਵੱਖ ਪਾਰਟੀਆਂ ਦੇ ਵਿੱਚ ਜਿਹੜੀ ਆਪਸੀ ਫੁੱਟ ਨਜ਼ਰ ਆ ਰਹੀ ਹੈ, ਚਾਹੇ ਅਕਾਲੀ ਦਲ ਹੋਵੇ, ਚਾਹੇ ਆਮ ਆਦਮੀ ਪਾਰਟੀ ਹੋਵੇ, ਚਾਹੇ ਆਪਾਂ ਕਾਂਗਰਸ ਸੱਤਾਧਾਰੀ ਜਿਹੜੀ ਧਿਰ ਆ ਉਹ ਹੋਵੇ, ਚਾਹੇ ਫਿਰ ਬੀਜੇਪੀ ਦਾ ਜਿਹੜਾ ਵਿਰੋਧ ਹੋ ਰਿਹਾ ਲੋਕਾਂ ਦੇ ਅੰਦਰ। ਉਹ ਸਭ ਦੇ ਵਿੱਚ ਜੋ ਪੋਲੀਟੀਕਲ ਸਿਨੈਰੀਓ ਬਣਿਆ, ਇੱਕ ਇੱਕ ਪੱਤ ਜਿਹੜੀ ਤੁਹਾਡੇ ਅੱਗੇ ਖੋਲ ਕੇ ਰੱਖਾਂਗੇ ਕਿ ਕਿੰਨੇ ਕੁ ਪਾਣੀ ਦੇ ਵਿੱਚ ਪਾਰਟੀਆਂ ਖੜੀਆਂ ਨੇ। ਸਭ ਤੋਂ ਪਹਿਲਾਂ ਸਾਡੇ ਸਿਆਸੀ ਮਾਹਰ ਮਨਜੀਤ ਸਿੰਘ ਅਣਖੀ ਜੀ ਦਾ ਸਵਾਗਤ ਕਰ ਲੈਂਦੇ ਹਾਂ। ਸਭ ਤੋਂ ਪਹਿਲਾਂ ਸਵਾਗਤ ਹੈ ਜੀ ਤੁਹਾਡਾ, ਬਹੁਤ ਬਹੁਤ ਧੰਨਵਾਦ ਜੀ। ਪ੍ਰੋਫੈਸਰ ਸਾਹਿਬ, ਕਿਵੇਂ ਦੇਖਦੇ ਹੋ? ਜਿਵੇਂ ਮੈਂ ਦੱਸਿਆ ਕਿ ਆਪਾਂ ਆਪਣੇ ਦਰਸ਼ਕਾਂ ਨੂੰ ਇਹ ਗੱਲ ਦੱਸਣੀ ਹੈ ਕਿ ਪੋਲੀਟੀਕਲ ਸਿਨੈਰੀਓ ਜਿਹੜਾ ਬਣਿਆ ਹੋਇਆ ਪੰਜਾਬ ਦੀ ਸਿਆਸਤ ਦਾ, ਕਿਹੜੀ ਪਾਰਟੀ ਕਿੰਨੇ ਕੁ ਪਾਣੀ 'ਚ ਹੈ, ਕਿੱਥੋਂ ਸ਼ੁਰੂ ਕਰੀਏ? ਇਹੋ ਗੱਲ ਮੈਂ ਤੁਹਾਨੂੰ ਸਗੋਂ ਪੁੱਛਣੀ ਚਾਹਾਂਗਾ ਕਿ ਤੁਸੀਂ ਦੱਸੋ ਕਿ ਕਿਹੜੀ ਪਾਰਟੀ ਤੋਂ ਗੱਲ ਸ਼ੁਰੂ ਕਰੀਏ। ਕਿਉਂਕਿ ਜੇਕਰ ਕਾਂਗਰਸ ਤੋਂ ਸ਼ੁਰੂ ਕਰ ਲੈਂਦੇ ਆਪਾਂ। ਚਲੋ ਕਾਂਗਰਸ ਤੋਂ ਸ਼ੁਰੂ ਕਰ ਲੈਂਦੇ, ਪਰ ਮੈਂ ਇਹ ਗੱਲ ਲੱਗਾ ਕਹਿਣ ਕਿ ਜਦੋਂ ਮੈਂ ਪਾਰਟੀਆਂ ਦੀ ਸਥਿਤੀ ਵੇਖਦਾ ਤਾਂ ਮੈਨੂੰ ਸਾਰੀਆਂ ਇੱਕੋ ਤਰ੍ਹਾਂ ਦੀਆਂ ਨਜ਼ਰ ਆਉਂਦੀਆਂ। ਨਾ ਤਾਂ ਮੈਨੂੰ ਕੋਈ ਹੁਣ ਪੰਜਾਬ ਦੇ ਭਵਿੱਖ ਨੂੰ ਲੈ ਕੇ ਕੋਈ ਬੜੀ ਪਾਰਟੀ ਗੰਭੀਰ ਨਜ਼ਰ ਆਉਂਦੀ ਆ ਕਿ ਸ਼ਾਇਦ ਉਹਦੇ ਹੱਥ 'ਚ ਪੰਜਾਬ ਦੀ ਨੌਜਵਾਨੀ ਦਾ ਜਾਂ ਪੰਜਾਬ ਦੇ ਜਿਹੜਾ ਸਿਆਸੀ ਭਵਿੱਖ ਆ ਉਹਦਾ ਸੁਰੱਖਿਅਤ ਹੋਵੇ, ਕਿਉਂਕਿ ਸਾਰੀਆਂ ਪਾਰਟੀਆਂ ਹੁਣ ਇੱਕੋ ਸਥਿਤੀ ਦੇ ਵਿੱਚ ਨੇ। ਇਹ ਖਾਸ ਤੌਰ 'ਤੇ ਇਹ ਸਿਰਫ ਪਿਛਲੇ 2-3 ਮਹੀਨਿਆਂ ਤੋਂ ਜਿਹੜੀਆਂ ਸਥਿਤੀਆਂ ਨੇ ਉਹ ਬਦਲ ਗਈਆਂ ਨੇ। ਤਾਂ ਇਸ ਕਰਕੇ ਚਲੋ ਆਪਾਂ ਕਾਂਗਰਸ ਪਾਰਟੀ ਤੋਂ ਗੱਲ ਸ਼ੁਰੂ ਕਰ ਲੈਂਦੇ ਹਾਂ, ਕਿਉਂਕਿ ਕਾਂਗਰਸ ਪਾਰਟੀ ਦੀ ਜਿਹੜੀ ਸਥਿਤੀ ਹੈ ਉਹ ਇਸ ਵੇਲੇ ਸਾਥੋਂ ਵੱਧ ਸਿੱਧੂ ਸਾਹਿਬ ਜਿਹੜੇ ਸਾਡੇ ਦਰਸ਼ਕ ਨੇ ਉਹ ਵਧੇਰੇ ਜਾਣਦੇ ਨੇ ਜੋ ਕਾਂਗਰਸ ਪਾਰਟੀ ਦੀ ਪੰਜਾਬ ਪੱਧਰ 'ਤੇ ਜੋ ਸਥਿਤੀ ਹੈ। ਤਾਂ ਉਹ ਸਾਡੇ ਨਾਲੋਂ ਵੱਧ ਸਾਡੇ ਦਰਸ਼ਕ ਜਾਣਦੇ ਨੇ, ਅਤੇ ਉਹਨਾਂ ਦੀ ਦਿਲਚਸਪੀ ਵੀ ਕਾਂਗਰਸ ਪਾਰਟੀ ਦੀ ਸਰਕਾਰ ਦੇ ਸੰਦਰਭ ਵਿੱਚ ਹੈਗੀ। ਤੁਸੀਂ ਮੈਨੂੰ ਆਮ ਆਦਮੀ ਪਾਰਟੀ ਤੇ ਫਿਰ ਬੀਜੇਪੀ ਵਾਲੇ ਪਾਸੇ ਆਵਾਂਗੇ। ਦਰਸ਼ਕਾਂ ਨੂੰ ਇੱਕ ਵਾਰੀ ਅਪੀਲ ਕਰ ਦਈਏ ਕਿ ਤੁਸੀਂ ਇਹ ਪੂਰਾ ਪ੍ਰੋਗਰਾਮ ਜਿਹੜਾ ਪੂਰੇ ਧਿਆਨ ਨਾਲ ਦੇਖਣਾ ਤੇ ਸੁਣਨਾ, ਤੇ ਇੱਕ ਇੱਕ ਗੱਲ ਜਿਹੜੀ ਸਹੀ ਨਿਰਪੱਖ ਤੌਰ ਤੇ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ। ਤੇ ਤੁਹਾਡੇ ਲਈ, ਤੁਹਾਡੀ ਨੌਲੇਜ ਦੇ ਲਈ ਵੀ ਇਹ ਪ੍ਰੋਗਰਾਮ ਜਿਹੜਾ ਦੇਖਣਾ ਜ਼ਰੂਰੀ ਹੈ। ਜੇ ਕੋਈ ਕਮੀ ਪੇਸ਼ੀ ਰਹੀ ਤਾਂ ਤੁਸੀਂ ਆਪਣੇ ਕਮੈਂਟ ਦੇ ਜ਼ਰੀਏ ਸਾਨੂੰ ਆਪਣੀ ਰਾਏ ਜਿਹੜੀ ਦੱਸ ਸਕਦੇ ਹੋ ਕਿ ਭਾਈ ਤੁਸੀਂ ਆਹ ਪੁਆਇੰਟ ਛੱਡ ਗਏ ਜਾਂ ਆਹ ਪੁਆਇੰਟ ਤੁਹਾਡਾ ਸਾਨੂੰ ਬਹੁਤ ਚੰਗਾ ਲੱਗਿਆ। ਜੀ ਸਿੱਧੂ ਸਾਹਿਬ, ਤਾਂ ਚਲੋ ਕਾਂਗਰਸ ਪਾਰਟੀ ਤੋਂ ਗੱਲ ਆਪਾਂ ਸ਼ੁਰੂ ਕਰਦੇ ਹਾਂ। ਪਰ ਕਾਂਗਰਸ ਪਾਰਟੀ ਦੀ ਸਿਆਸੀ ਸਥਿਤੀ ਜੋ ਹੈਗੀ ਹੈ ਜਾਂ 2022 'ਚ ਹੋਣੀ ਹੈ, ਉਹਦੇ ਉੱਤੇ ਮੈਂ ਕਮੈਂਟ ਕਰਨ ਤੋਂ ਪਹਿਲਾਂ ਇੱਕ ਨਿੱਕਾ ਜਿਹਾ ਇੱਕ ਗੱਲ ਜਿਹੜੀ ਆ ਉਹ ਕਰਨੀ ਮੈਂ ਜ਼ਰੂਰੀ ਚਾਹਾਂਗਾ ਕਿ ਮੈਂ ਸਵੇਰ ਦਾ ਪ੍ਰੋਗਰਾਮ ਦੇ ਰਾਹੀਂ ਹੋਣੀ ਆਪਣੇ ਦਰਸ਼ਕਾਂ ਨੂੰ ਮੁਖਾਤਬ ਹੋਇਆ, ਤਾਂ ਮੇਰਾ ਵੀ ਇੱਕ ਛੋਟਾ ਜਿਹਾ ਯਤਨ ਬਣਦਾ ਕਿ ਮੈਂ ਵੀ ਝੰਡਾ ਅਤੇ ਕਾਲਾ ਝੰਡਾ ਲੈ ਕੇ ਆਪਣੇ ਇਸ ਪ੍ਰੋਗਰਾਮ 'ਚ ਤਾਂ ਚਲੋ ਨਹੀਂ ਆ ਸਕਦਾ, ਪਰ ਫਿਰ ਵੀ ਮੈਂ ਆਪਣੀ ਜਿਹੜਾ ਪੁਰਜ਼ੋਰ ਸਮਰਥਨ ਜਿਹੜਾ ਕਿਸਾਨਾਂ ਵੱਲੋਂ ਅੱਜ ਕਾਲੇ ਝੰਡੇ ਦਿਖਾ ਕੇ ਮਾਰ ਕੀਤਾ ਗਿਆ ਹੈ, ਮੈਂ ਉਹਦੇ ਨਾਲ ਪੂਰਨ ਤੌਰ 'ਤੇ ਸਹਿਮਤ ਹਾਂ। ਤਾਂ ਸਹਿਮਤ ਤੋਂ ਸਿਵਾ ਆਪਾਂ ਹੋਰ ਕਰ ਵੀ ਕੀ ਸਕਦੇ ਹਾਂ। ਜਦੋਂ ਤੱਕ ਸਾਡੀ ਡਿਊਟੀ ਬਣਦੀ ਅਸੀਂ ਕਿਸਾਨਾਂ ਦੇ ਹੱਕ ਵਿੱਚ ਖਲੋਈਏ ਅਤੇ ਉਹਨਾਂ ਦੇ ਮੰਗਾਂ ਦੇ ਹੱਕ ਦੇ ਵਿੱਚ ਆਵਾਜ਼, ਲੋਕਾਂ ਦੀ ਆਵਾਜ਼ ਬੁਲੰਦ ਕਰੀਏ। ਤਾਂ ਇੱਕ ਯਤਨ ਇਹ ਵੀ ਹੈ ਕਿ ਅਸੀਂ ਲੋਕ ਆਵਾਜ਼ ਬਣੀਏ। ਉਹ ਲੋਕ ਜਿਹੜੇ ਗਰਮੀਆਂ ਸਰਦੀਆਂ ਝੱਲ ਕੇ ਹੁਣ ਇਸ ਰੁੱਤੇ ਆਏ ਨੇ, ਉਹ ਵੀ ਲੋਕ ਇੱਕ ਜਿੱਤ ਕੇ ਘਰ ਵਾਪਸੀ ਹੋਣ। ਇੱਦਾਂ ਸਮਿਆਂ 'ਚ ਬੜੇ ਕਿਸਾਨਾਂ ਦੀਆਂ ਕਵਿਤਾਵਾਂ ਯਾਦ ਹੁੰਦੀਆਂ ਨੇ, ਬਹੁਤ ਕੁਝ ਯਾਦ ਹੁੰਦਾ। ਤਾਂ ਮੈਂ ਕੇਵਲ ਅੱਜ ਆਪਣਾ ਸਮਰਥਨ ਜਿਹੜਾ ਹੈ ਪੂਰਨ ਤੌਰ 'ਤੇ ਕਿਸਾਨਾਂ ਨੂੰ ਦਿੰਦਾ। ਅਤੇ ਹੁਣ ਸਿੱਧੂ ਸਾਹਿਬ ਮੈਂ ਆਪਣੇ ਉਸ ਵਿਸ਼ੇ ਵੱਲ ਆਉਣਾ ਜੋ ਤੁਸੀਂ ਮੈਨੂੰ ਪ੍ਰਸ਼ਨ ਪੁੱਛਿਆ ਹੈ। ਇਸ ਵਕਤ ਜੇਕਰ ਅਸੀਂ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਕੋਲ 2017 'ਚ ਜਦੋਂ ਚੋਣਾਂ ਹੋਈਆਂ ਤਾਂ ਉਸ ਵਕਤ 77 ਉਮੀਦਵਾਰ ਸੀ, 77 ਵਿਧਾਇਕ
ਦਾ ਸਮਰਥਨ ਜਿਹੜਾ ਉਹਨਾਂ ਨਾਲ ਸੀ। ਵਿਧਾਇਕ 77 ਵਿਧਾਇਕ ਜਿਹੜੇ ਚੁਣੇ ਗਏ। ਉਸ ਤੋਂ ਬਾਅਦ ਫਿਰ ਮਿਡ ਟਰਮ ਪੋਲ ਹੋਈ 1-2, ਤਾਂ ਉਹਨਾਂ ਦੀ 77 ਤੋਂ ਗਿਣਤੀ ਜਿਹੜੀ ਹੈ ਉਹ 80 ਹੋ ਗਈ। ਔਰ ਇਸ ਵੇਲੇ ਪੰਜਾਬ ਵਿਧਾਨ ਸਭਾ ਦੇ ਵਿੱਚ ਕਾਂਗਰਸ ਦੇ ਵਿਧਾਇਕਾਂ ਦੀ ਗਿਣਤੀ 80 ਹੈ ਔਰ ਕੈਪਟਨ ਅਮਰਿੰਦਰ ਸਿੰਘ ਹੁਣੀ ਉਹਨਾਂ ਦੀ ਅਗਵਾਈ ਕਰ ਰਹੇ ਨੇ। 4.5 ਸਾਲ ਜਿਹੜੇ ਨੇ ਕਾਂਗਰਸ ਦੇ ਬੜੇ ਸੁੱਖ ਵਾਲੇ, ਚੈਨ ਵਾਲੇ, ਉੱਪਰਲੀ ਨਜ਼ਰੀ ਦਿਖਾਈ ਦਿੱਤੇ। ਪਰ ਆਹ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ 'ਤੇ ਕੰਵਰ ਵਿਜੇ ਪ੍ਰਤਾਪ ਦੀ ਰਿਪੋਰਟ ਜਦੋਂ ਹਾਈ ਕੋਰਟ ਨੇ ਰੱਦ ਕਰ ਦਿੱਤੀ, ਤਾਂ ਉਸ ਪਿੱਛੋਂ ਜਿਹੜੀਆਂ ਸਥਿਤੀਆਂ ਨੇ ਇੱਕਦਮ ਅਜਿਹੀਆਂ ਬਦਲੀਆਂ ਜਿਨ੍ਹਾਂ ਨੇ ਪੰਜਾਬ ਦੇ ਸਮੁੱਚੇ ਰਾਜਸੀ ਸਦ੍ਰਿਸ਼ ਨੂੰ ਪੂਰਨ ਤੌਰ 'ਤੇ ਬਦਲ ਕੇ ਰੱਖਤਾ। ਸਿਨੈਰੀਓ ਜਿਹੜਾ ਬਿਲਕੁਲ ਚੇਂਜ ਕਰ ਦਿੱਤਾ। ਉਹ ਕਾਂਗਰਸ ਜਿਹੜੀ 4.5 ਸਾਲ ਬਿਲਕੁਲ ਇਸ ਚੀਜ਼ ਨੂੰ ਲੈ ਕੇ ਚੱਲਦੀ ਰਹੀ ਕਿ ਅਗਲਾ ਮੈਦਾਨ ਜਿਹੜਾ ਬਿਲਕੁਲ ਸਾਫ਼ ਆ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੂੰ ਜਿਹੜੀ ਮਾਰ ਹੈ ਪੰਥਕ ਮੁੱਦਿਆਂ ਤੇ ਸੱਚੇ ਸੌਦੇ ਵਾਲੇ ਸਾਧ ਦੇ ਡੇਰੇ 'ਚ ਪੈ ਚੁੱਕੀ ਹੈ। ਤਾਂ ਉਹਨਾਂ ਦੀਆਂ ਸੀਟਾਂ ਜਿਹੜੀਆਂ 18 ਨੇ ਤੇ ਹੁਣ 18 ਤੋਂ ਵੀ ਸ਼ਾਇਦ ਘੱਟ ਕੇ ਉਹ 10 ਜ਼ਿਆਦਾ ਰਹਿ ਜਾਣੀਆਂ ਨੇ। ਆਮ ਆਦਮੀ ਪਾਰਟੀ ਅਜੇ ਤੱਕ ਆਪਣਾ ਮੁੱਖ ਮੰਤਰੀ ਦਾ ਚਿਹਰਾ ਨਹੀਂ ਐਲਾਨ ਕਰ ਸਕੀ, ਭਾਜਪਾ ਦਾ ਕੋਈ ਆਧਾਰ ਨਹੀਂ ਆ। ਤਾਂ ਜਿਹੜੇ ਕਾਂਗਰਸੀ ਸੀ, ਕੈਪਟਨ ਅਮਰਿੰਦਰ ਸਿੰਘ ਵਰਗੇ ਜਿਹੜੇ ਉਹਨਾਂ ਦੇ ਹੋਰ ਨਾਲ ਉਹ ਕੱਛਾ ਵਜਾਉਂਦੇ ਫਿਰਦੇ ਸੀ ਕਿ ਕੋਈ ਨਹੀਂ, ਜਿਹੜਾ ਮੈਦਾਨ ਖਾਲੀ ਹੈ ਤੇ ਸਾਡੀ ਸਰਕਾਰ ਬਣਨ ਤੋਂ ਕੋਈ ਡੱਕ ਨਹੀਂ ਸਕਦਾ। 2022 ਦੀ ਜਿਹੜੀ ਚੋਣ ਆ ਉਹੀ ਛਿੱਤਰ ਦਾ ਸਿਆਹ ਮਾਰਨ ਵਾਲੀ ਉਹਨਾਂ ਨੇ ਗੱਲ ਕੀਤੀ ਸੀ ਕਿ ਇਸ ਤਰੀਕੇ ਦਾ ਹੋਣੀ ਹੈ। ਪਰ ਸਿੱਧੂ ਸਾਹਿਬ ਜੋ ਸਥਿਤੀਆਂ ਜਦੋਂ ਫਿਰ ਬਦਲੀਆਂ ਤਾਂ ਉਹਨਾਂ ਸਥਿਤੀਆਂ ਦੇ ਵਿੱਚ ਅੱਜ ਦੇ ਹਾਲਾਤ ਕਾਂਗਰਸ ਪਾਰਟੀ ਦੇ ਇਹ ਨੇ ਕਿ ਪਤਾ ਨਹੀਂ ਸਵੇਰ ਤੱਕ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਕੁਰਸੀ ਵੀ ਜਿਹੜੀ ਆ ਉਹ ਕਾਇਮ ਰਹਿਣੀ ਹੈ ਜਾਂ ਨਹੀਂ ਰਹਿਣੀ, ਕੀ ਪਤਾ ਨਹੀਂ ਹਾਈ ਕਮਾਨ ਨੇ ਕੀ ਉਹਦੇ ਵਿੱਚ ਫੈਸਲਾ ਕਰ ਦੇਣਾ ਜਾਂ ਕੀ ਤਬਦੀਲੀ ਜਿਹੜੀ ਆ ਉਹ ਕਰ ਦੇਣੀ ਹੈ, ਜਾਂ ਨਵਜੋਤ ਸਿੱਧੂ ਦੇ ਗਰੁੱਪ ਜਾਂ ਜਿਹੜੇ ਬਾਗੀ ਵਿਧਾਇਕ ਨੇ ਉਹਨਾਂ ਦੀ ਸਥਿਤੀ ਕੀ ਹੋਣੀ ਆ। ਸਵੇਰ ਤੱਕ ਹੀ ਨਹੀਂ ਪਤਾ ਕਿ ਕੀ ਕੁਝ ਹੋ ਜਾਣਾ। 2022 ਦੀਆਂ ਚੋਣਾਂ ਤਾਂ ਅਜੇ ਬੜੀ ਦੂਰ ਨੇ। ਅਤੇ ਜਦੋਂ ਮੈਂ 2022 ਦੀਆਂ ਚੋਣਾਂ ਦੇ ਸੰਦਰਭ 'ਚ ਕਾਂਗਰਸ ਪਾਰਟੀ ਦੀ ਮੌਜੂਦਾ ਸਥਿਤੀ ਨੂੰ ਵੇਖਦਾ ਤਾਂ ਸਿੱਧੂ ਸਾਹਿਬ ਇਹ ਜਿਹੜੇ 8 ਮਹੀਨੇ ਹੁੰਦੇ ਨਾ, ਕੇਵਲ ਹੁਣ 8 ਮਹੀਨੇ ਰਹਿ ਗਏ ਨੇ। ਤਾਂ ਇਹਨਾਂ 8 ਮਹੀਨਿਆਂ ਦੇ ਵਿੱਚ ਕੀ ਹੁੰਦਾ ਕਿ ਜਿਹੜੇ ਕੰਮ ਪਹਿਲੇ 4.5 ਸਾਲ ਨਹੀਂ ਨਾ ਹੋਏ ਉਹ ਕੰਮ ਇਹਨਾਂ ਸਾਲਾਂ 'ਚ ਕਰ ਦੇਣੇ ਹੁੰਦੇ ਆ। ਹਾਂ, ਪਾਰਟੀ ਇਹ ਕਰਦੀ ਜਦੋਂ ਇਲੈਕਸ਼ਨ ਲੱਗ ਕੇ ਹੁੰਦੀ ਹੈ ਕਿ ਉਹ ਕੰਮ ਕਰ ਦਿਓ, ਚਲੋ ਮੁਕੰਮਲ ਨਾ ਕਰੋ, ਲਿੰਬੀ ਪੋਚੀ ਕਰ ਦਿਓ, ਉਹਦਾ ਮੇਕਅਪ ਕਰ ਦਿਓ, ਤਾਂ ਜੋ ਲੋਕਾਂ ਨੂੰ ਬੜੇ ਮੁੱਦੇ ਇਹੋ ਜਿਹੇ ਨੇ। ਵਿਕਾਸ ਦੀ ਗੱਲ ਕਰਦੇ ਆ, ਲੈਂਡ ਮਾਈਨਿੰਗ ਦੀ ਗੱਲ ਕਰਦੇ ਆ, ਕਈ ਇਹੋ ਜਿਹੇ ਮੁੱਦੇ ਨੇ ਜਿਹੜੇ ਕਾਂਗਰਸ ਵਾਅਦੇ ਕਰਕੇ ਆਈ ਸੀ। ਠੀਕ ਆ, 4.5 ਸਾਲਾਂ 'ਚ ਨਹੀਂ ਹੋਇਆ, ਤੁਸੀਂ ਇਹ ਜਿਹੜੇ 8 ਮਹੀਨੇ ਸੀ ਇਹਨਾਂ 'ਚ ਕਰ ਦਿਓ, ਲੋਕਾਂ ਦੇ ਹੰਝੂ ਜਿਹੜੇ ਪੂੰਝੇ ਜਾ ਸਕਦੇ, ਲੋਕਾਂ ਨੂੰ ਥੋੜ੍ਹਾ ਜਿਹਾ ਭਰਮ ਭੁਲੇਖਿਆਂ 'ਚ ਪਾਇਆ ਜਾ ਸਕਦਾ ਹੈ। ਪਰ ਹੋਇਆ ਕੀ, ਹੋਇਆ ਉਲਟ। ਜਿਹੜੇ ਨਵਜੋਤ ਸਿੱਧੂ ਦਾ ਗਰੁੱਪ ਸੀ, ਗਰੁੱਪ ਤਾਂ ਨਹੀਂ ਮੈਂ ਕਹਾਂਗਾ, ਨਵਜੋਤ ਸਿੱਧੂ ਦੇ ਨਾਲ ਹੋਰ ਜਿਹੜੇ ਵਿਧਾਇਕ ਸੀ ਉਹ ਦੂਜੇ ਪਾਸੇ ਨੂੰ ਚੱਲ ਗਏ। ਕੈਪਟਨ ਅਮਰਿੰਦਰ ਸਿੰਘ ਹੁਣੀ ਆਪਣੀ ਬਦਲਾ ਲਓ ਨੀਤੀ ਦੇ ਤਹਿਤ ਉਹਨਾਂ ਦੇ ਪਿੱਛੇ ਲੈ ਗਏ। ਵਿਜੀਲੈਂਸ ਦਾ ਰੇਡ, ਕਈ ਕੁਝ ਇਹੋ ਜਿਹੀਆਂ ਚੀਜ਼ਾਂ ਇਹਨਾਂ ਦਿਨਾਂ 'ਚ ਸਾਹਮਣੇ ਆਈਆਂ ਜੋ ਨਹੀਂ ਸੀ ਆਉਣੀਆਂ ਚਾਹੀਦੀਆਂ। ਤਾਂ ਇਹ ਸਾਰੀਆਂ ਚੀਜ਼ਾਂ ਸਾਹਮਣੇ ਆਉਣ ਦੇ ਨਾਲ ਜਿਹੜੀ ਕਾਂਗਰਸ ਦੀ ਸਥਿਤੀ ਹੈ ਸਿੱਧੂ ਸਾਹਿਬ ਹੁਣ ਪਹਿਲਾਂ ਵਾਲੀ ਨਹੀਂ ਰਹੀ। ਪਹਿਲਾਂ ਵਾਲੀ ਨਾ ਰਹਿਣ ਦੇ ਬਾਵਜੂਦ ਹੁਣ ਸਥਿਤੀ ਇਹ ਹੈ ਕਿ ਦੂਜੇ ਪਾਸੇ ਜਿਹੜੀ ਕਾਂਗਰਸ ਹਾਈ ਕਮਾਨ ਆ ਉਹ ਵੀ ਨਾਂ ਦੀ ਹਾਈ ਕਮਾਨ ਆ, ਉਹ ਵੀ ਕਮਜ਼ੋਰ ਹੋ ਚੁੱਕੀ ਹੈ। ਕਿਉਂਕਿ ਜੇਕਰ ਉਹ ਕਮਜ਼ੋਰ ਨਾ ਹੁੰਦੀ ਤਾਂ ਇਸ ਸਮੇਂ ਤੱਕ ਇਹ ਮਸਲਾ ਜਿਹੜਾ ਨਾ ਹੱਲ ਹੋ ਚੁੱਕਾ ਹੁੰਦਾ। ਆ ਜੋ ਪੰਜਾਬ ਦਾ ਘਾਟੋ ਕਲੀਸ਼ ਪਿਆ ਕਾਂਗਰਸ ਦਾ। ਤੇ ਜੇਕਰ ਇਹ ਮਸਲਾ ਵੇਖੋ, ਇੱਕ ਗੱਲ ਅੱਜ ਅਸੀਂ ਕਿਉਂਕਿ ਨਾ ਤਾਂ ਨਵਜੋਤ ਸਿੱਧੂ ਦੀ ਗੱਲ ਕਰ ਰਹੇ ਤਾਂ ਨਾ ਅਸੀਂ ਕਿਸੇ ਵਿਧਾਇਕੀ ਮੀਟਿੰਗ ਦੀ ਗੱਲ ਕਰ ਰਹੇ ਹਾਂ, ਜਿਸ ਤਰ੍ਹਾਂ ਅਸੀਂ ਕਿਸੇ ਸਿਲਸਿਲੇ 'ਚ ਪਾਰਟੀਆਂ ਦੇ ਸਿਲਸਿਲੇ 'ਚ ਗੱਲ ਕਰ ਰਹੇ ਹਾਂ। ਅਸੀਂ ਅਸੀਂ ਪਾਰਟੀ ਦੇ ਸਿਲਸਿਲੇ 'ਚ ਗੱਲ ਕਰ ਰਹੇ ਹਾਂ। ਤੇ ਉਸ ਸਿਲਸਿਲੇ ਦੇ ਵਿੱਚ ਹੀ ਇੱਕ ਸਿੱਧੂ ਸਾਹਿਬ ਮੈਂ ਤੁਹਾਨੂੰ ਇਹ ਲੱਗਾ ਗੱਲ ਕਹਿਣ ਕਿ ਇਹ ਜਿਹੜਾ ਕਾਂਗਰਸ ਦਾ ਘਾਟੋ ਕਲੇਸ਼ ਚੱਲਦਾ ਪਿਆ ਨਾ ਦੋਵਾਂ ਧਿਰਾਂ ਦਾ, ਇਹ ਇਸ ਤਰ੍ਹਾਂ ਹੀ ਚੱਲਣਾ ਇਲੈਕਸ਼ਨ ਤੱਕ। ਨਾ ਤਾਂ ਕੋਈ ਕਾਂਗਰਸ ਹਾਈ ਕਮਾਨ ਨੇ ਉਹਦੇ ਹੱਕ 'ਚ ਫੈਸਲਾ ਕਰਦਾ ਤੇ ਨਾ ਉਹਦੇ ਹੱਕ 'ਚ ਫੈਸਲਾ ਕਰਨਾ। ਇਹ ਘਾਟੋ ਕਲੇਸ਼ ਇਸੇ ਤਰ੍ਹਾਂ ਹੀ ਚੱਲਦਾ ਰਹਿਣਾ। ਤੇ ਇਸ ਘਾਟੋ ਕਲੇਸ਼ ਨੇ ਚੱਲ ਕੇ ਕਾਂਗਰਸ ਦੀਆਂ ਬੇੜੀਆਂ 'ਚ ਵੱਟੇ ਉਹ ਪਾਉਣੇ ਨੇ ਜਿਹੜੇ ਅੱਜ ਤੋਂ 4.5 ਸਾਲ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਹੁਣੀ ਪਾਉਂਦੇ ਆਏ ਨੇ, ਕਿਉਂਕਿ ਕਾਂਗਰਸ ਹਾਈ ਕਮਾਨ ਪੂਰਨ ਤੌਰ 'ਤੇ ਕਮਜ਼ੋਰ ਹੋ ਚੁੱਕੀ ਹੈ। ਦੂਸਰੀ ਗੱਲ, ਮੈਂ ਹੁਣ ਕਾਂਗਰਸ ਪਾਰਟੀ ਦੀ ਲੱਗਾ ਗੱਲ ਕਰ, ਕਿਉਂਕਿ 30-40 ਵਿਧਾਇਕ ਜਿਹੜੇ ਨੇ ਅੰਦਰੋਂ ਅੰਦਰੀ ਗੁੱਸੇ ਨਾਲ ਭਰੇ ਪੀਤੇ ਨੇ ਕਿ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ 4.5 ਸਾਲ ਤੱਕ ਸਾਡੇ ਨਾਲ ਕੀਤਾ ਨਹੀਂ। ਜੇ ਸਥਿਤੀਆਂ ਜਿਉਂ ਦੀਆਂ ਤਿਉਂ ਰਹਿੰਦੀਆਂ ਨੇ ਤਾਂ ਸਿੱਧੂ ਸਾਹਿਬ ਕੱਲ੍ਹ ਨੂੰ ਜਦੋਂ ਇਲੈਕਸ਼ਨ ਹੋਣੀ ਆ ਤਾਂ ਨਵਜੋਤ ਸਿੱਧੂ ਦਾ ਧੜਾ ਜਿਹੜਾ ਕੈਪਟਨ ਅਮਰਿੰਦਰ ਸਿੰਘ ਦੀਆਂ ਲੱਤਾਂ ਖਿੱਚੂਗਾ ਤੇ ਕੈਪਟਨ ਅਮਰਿੰਦਰ ਸਿੰਘ ਦੀ ਕੋਸ਼ਿਸ਼ ਹੋਊਗੀ ਕਿ ਇਸ ਧੜੇ ਨੂੰ ਟਿਕਟਾਂ ਹੀ ਨਾ ਮਿਲਣ। ਸੋ ਕਾਂਗਰਸ ਦੀ ਇਹ ਜਿਹੜੀ ਅੰਦਰੂਨੀ ਜੰਗ ਜਿਹੜੀ ਚੱਲਣ ਡਈ ਆ, ਅੰਦਰੂਨੀ ਖਾਣਾ ਜੰਗੀ ਜਿਹੜੀ ਚੱਲਦੀ ਪਈ ਆ, ਇਹ ਕਾਂਗਰਸ ਨੂੰ ਵਿਨਾਸ਼ ਦੀ ਸਥਿਤੀ ਤੇ ਲੈਵੇਗੀ। ਇੱਕ ਗੱਲ ਸਿੱਧੂ ਸਾਹਿਬ ਮੈਂ ਹੋਰ ਕਹਾਂ ਕਿ ਅਸੀਂ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ ਇੱਕ ਜੱਟ ਸਿੱਖ ਮੁੱਖ ਮੰਤਰੀ ਦੇ ਰੂਪ 'ਚ ਵੇਖਦੇ, ਜਿਹੜੇ ਪੂਰਨ ਤੌਰ 'ਤੇ ਅਸੀਂ ਕਹਿ ਸਕਦੇ ਕਿ ਸਿੱਖਾਂ ਦੀ ਹਤੈਸ਼ੀ ਨੇ ਜਾਂ ਸਿੱਖ ਮਾਨ ਮਰਿਆਦਾ ਨੂੰ ਬੜਾ ਜਾਣਦੇ ਨੇ। ਪਰ ਪਿਛਲੇ 4.5 ਸਾਲਾਂ ਦੇ ਵਕਫੇ ਦੌਰਾਨ
ਕੈਪਟਨ ਅਮਰਿੰਦਰ ਸਿੰਘ ਹੋਣਾ ਦੀਆਂ ਜਿੰਨੀਆਂ ਵੀ ਗਤੀਵਿਧੀਆਂ ਰਹੀਆਂ ਨੇ ਉਹ ਖਾਸ ਤੌਰ ਤੇ ਸਿੱਖ ਵਿਰੋਧੀ ਆਪਾਂ ਕਹਿ ਸਕਦੇ ਹਾਂ। ਜੇਕਰ ਕਰਤਾਰਪੁਰ ਦਾ ਕਾਰੀਡੋਰ ਖੁੱਲ੍ਹਣ ਦਾ ਮਸਲਾ ਸਾਹਮਣੇ ਆਇਆ ਤਾਂ ਸਭ ਤੋਂ ਜ਼ਿਆਦਾ ਵਿਰੋਧ ਜਿਹੜਾ ਕੈਪਟਨ ਅਮਰਿੰਦਰ ਸਿੰਘ ਹੋਣਾ ਵੱਲੋਂ ਕੀਤਾ ਗਿਆ, ਜਿਹੜਾ ਕਿ ਬਣਦਾ ਨਹੀਂ ਸੀ, ਪਰ ਉਹ ਕੇਵਲ ਔਰ ਕੇਵਲ ਇੱਕ ਕ੍ਰੈਡਿਟ ਵਾਰ ਸੀ ਕਿਉਂਕਿ ਨਵਜੋਤ ਸਿੱਧੂ ਲੈ ਰਿਹਾ ਸੀ। ਤਾਂ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਉਸ ਦਾ ਵਿਰੋਧ ਇਸ ਤਰੀਕੇ ਨਾਲ ਕੀਤਾ ਕਿ ਜਿੱਦਣ ਕਰਤਾਰਪੁਰ ਕਾਰੀਡੋਰ ਖੁੱਲ੍ਹ ਗਿਆ ਉਸੇ ਦਿਨ ਹੀ ਪੰਜਾਬ ਦੇ ਅੰਦਰ ਪਤਾ ਨਹੀਂ ਕੀ ਹੋ ਜਾਣਾ, ਅੱਤਵਾਦੀ ਆ ਜਾਣੇ, ਇਹ ਆ ਜਾਣੇ, ਉਹ ਆ ਜਾਣੇ। ਉਹੋ ਜਿਹੀ ਸਟੇਟਮੈਂਟ ਜਿਹੜੀ ਦਿਨਕਰ ਗੁਪਤੇ ਨੇ ਦਿੱਤੀ। ਭਾਵ ਕਿ ਜਿਹੜੀਆਂ ਇਹੋ ਜਿਹੀਆਂ ਸਟੇਟਮੈਂਟਾਂ ਜਿਹੜੀਆਂ ਆਈਆਂ ਪਿਛਲੇ ਦੌਰ, ਮੈਂ 4.5 ਸਾਲਾਂ ਦੀ ਗੱਲ ਕਰਦਾ, ਮੈਂ ਪਿਛਲੇ ਅੱਜ ਤੋਂ 2 ਸਾਲ ਪਹਿਲਾਂ ਜਦੋਂ ਕਰਤਾਰਪੁਰ ਕਾਰੀਡੋਰ ਖੁੱਲ੍ਹਿਆ ਤਾਂ ਉਸ ਸਮੇਂ 'ਚ ਜਦੋਂ ਅਜਿਹੀ ਸਥਿਤੀ ਆਈ ਤਾਂ ਉਸ ਸਮੇਂ ਸਿੱਧੂ ਸਾਹਿਬ ਜਿਹੜੇ ਨਾਨਕ ਨਾਮ ਲੇਵਾ ਸਿੱਖ ਸੰਗਤ ਸੀ, ਜਿਹੜੇ ਸਿੱਖ ਹਿਰਦੇ ਸਨ, ਕੈਪਟਨ ਦੀ ਇਸ ਕਾਰਵਾਈ ਤੋਂ ਬੜੇ ਖਫਾ ਸਨ ਕਿਉਂਕਿ ਕੋਈ ਵੀ ਬੰਦਾ ਇਹ ਸੋਚ ਹੀ ਨਹੀਂ ਸਕਦਾ ਕਿ ਕੈਪਟਨ ਅਮਰਿੰਦਰ ਸਿੰਘ ਵਰਗੇ ਬੰਦੇ ਜਿਹੀਆਂ ਕਰਤਾਰਪੁਰ ਕਾਰੀਡੋਰ ਦਾ ਵਿਰੋਧ ਕਰਨ। ਹੋ ਸਕਦਾ ਕਿ ਭਾਜਪਾ ਕਰੇ, RSS ਕਰੇ, ਪਰ ਕਰਤਾਰਪੁਰ ਕਾਰੀਡੋਰ ਦਾ ਜਿਹੜਾ ਜਿੰਨਾ ਵਿਰੋਧ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਕੀਤਾ, ਉਹਦੇ ਨਾਲ ਇੱਕ ਸਿੱਖ ਹਿਰਦਿਆਂ ਦੇ ਵਿੱਚ ਇੱਕ ਚੀਜ਼ ਜਿਹੜੀ ਨਾ ਉਹ ਫੁੱਟ ਕੈਪਟਨ ਦੇ ਪ੍ਰਤੀ ਇੱਕ ਨਫ਼ਰਤ ਦੀ ਭਾਵਨਾ ਨੂੰ ਲੈ ਕੇ ਪੈਦਾ ਹੋਈ। ਔਰ ਦੂਜਾ ਜਿਹੜਾ ਸਿਖਰ ਉਦੋਂ ਹੋ ਗਿਆ ਕਿ ਜਦੋਂ ਸਿੱਟ ਦੀ ਰਿਪੋਰਟ ਪੇਸ਼ ਹੋਈ ਔਰ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਨੂੰ ਉਹ ਗੰਭੀਰਤਾ ਨਾਲ ਲਿਆ ਹੀ ਨਹੀਂ, ਕੇਵਲ ਔਰ ਕੇਵਲ ਮਹਿਲਾਂ ਦੇ ਵਿੱਚ ਰਹਿ ਕੇ ਇਸ ਰਿਪੋਰਟ ਨੂੰ ਵੇਖਿਆ ਤੇ ਕੰਮ ਖਤਮ ਹੋ ਗਿਆ। ਤੇ ਇਹ ਗੱਲ ਸ਼ੋਅ ਹੋ ਗਈ ਕਿ ਜਿਹੜੇ ਵਿਰੋਧੀ ਜਾਂ ਕਾਂਗਰਸ ਪਾਰਟੀ ਦੇ ਜਿਹੜੇ ਲੋਕ ਸਨ, ਜਿਹੜੇ ਕੈਪਟਨ ਅਮਰਿੰਦਰ ਸਿੰਘ ਤੇ ਇਲਜ਼ਾਮ ਲਾਉਂਦੇ ਸਨ ਕਿ ਇਹ ਬਾਦਲਾਂ ਨਾਲ ਰਲਿਆ, ਉਹ ਗੱਲ ਜ਼ਾਹਿਰ ਆ ਗਈ। ਤੇ ਇਹ 2 ਮੁੱਦੇ ਹਨ ਜਿਨ੍ਹਾਂ ਮੁੱਦਿਆਂ ਦੇ ਉੱਤੇ ਕੈਪਟਨ ਅਮਰਿੰਦਰ ਸਿੰਘ 2017 ਦੇ ਵਿੱਚ ਚੋਣਾਂ ਲੜ ਕੇ ਇੱਥੋਂ ਤੱਕ ਪਹੁੰਚੇ ਸਨ ਕਿ ਮੈਂ ਬੇਅਦਬੀ ਦੇ ਦੋਸ਼ੀ ਨੂੰ ਜੇਲ੍ਹ ਪਿੱਛੇ ਡੱਕਾਂ। ਇਸ ਮੁੱਦੇ ਤੇ ਵੀ ਫੇਲ ਹੋ ਗਏ। ਕਰਤਾਰਪੁਰ ਕਾਰੀਡੋਰ ਦਾ ਵੀ ਵਿਰੋਧ ਕੀਤਾ ਪਰ ਉਹਦੇ ਬਾਵਜੂਦ ਖੁੱਲ੍ਹ ਗਿਆ। ਇਸ ਤੋਂ ਇਲਾਵਾ ਹੋਰ ਬੜੇ ਮਸਲੇ ਨੇ ਜਿਨ੍ਹਾਂ ਦਾ ਕੈਪਟਨ ਅਮਰਿੰਦਰ ਸਿੰਘ ਹੋਣਾ ਨੇ ਵਾਅਦਾ ਕੀਤਾ ਸੀ। ਇੱਕ ਵੀ ਵਾਅਦਾ, ਘਰ ਘਰ ਰੁਜ਼ਗਾਰ ਨੌਕਰੀ ਦੀ ਗੱਲ ਕਰਦੇ ਆ, ਕਿਤੇ ਕੋਈ ਰੁਜ਼ਗਾਰ ਨਹੀਂ। ਤੁਸੀਂ ਆਪਣੇ ਆਲੇ ਦੁਆਲੇ ਦੱਸ ਦਿਓ ਕਿ ਜੇਕਰ 10 ਬੰਦਿਆਂ ਨੂੰ ਵੀ ਰੁਜ਼ਗਾਰ ਮਿਲਿਆ ਹੋਵੇ। ਪਰ ਦੂਸਰੇ ਪਾਸੇ ਜਦੋਂ ਸਰਕਾਰ ਦੇ ਦਾਅਵਿਆਂ ਤੇ ਵਾਅਦਿਆਂ ਦੀ ਗੱਲ ਕਰਦੇ ਆ, ਉਹ ਸਥਿਤੀਆਂ ਬਿਲਕੁਲ ਉਲਟ ਨੇ। ਕਈ ਵਾਰੀ ਇਸ ਤਰ੍ਹਾਂ ਦਾ ਅਣਖੀ ਸਾਹਿਬ ਕਿਤੇ ਨਾ ਕਿਤੇ ਗੱਲ ਇਹ ਵੀ ਹੈ ਕਿ ਜਿਸ ਤਰੀਕੇ ਦੇ ਨਾਲ ਆਪਾਂ ਸਥਿਤੀ ਦੱਸ ਰਹੇ ਹਾਂ ਕਾਂਗਰਸ ਦੀ, ਠੀਕ ਹੈ, ਵਾਅਦੇ ਜਿਹੜੇ ਪੁਗਾ ਨਹੀਂ ਪਾਈ, ਜਿਹੜੇ ਵਾਅਦੇ ਕੀਤੇ ਸੀ, ਪਰ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਵਾਕਈ ਸਥਿਤੀ ਡਾਵਾਡੋਲ ਜ਼ਰੂਰ ਹੈਗੀ ਹੈ ਕਾਂਗਰਸ ਦੀ। ਪਰ ਕਾਂਗਰਸ ਦੇ ਨਾਲੋਂ ਜ਼ਿਆਦਾ ਸਥਿਤੀ ਜੇਕਰ ਡਾਵਾਡੋਲ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਦੀ ਹੈ ਮੇਰੇ ਖਿਆਲ 'ਚ, ਕਿਉਂਕਿ ਲੋਕਾਂ ਦਾ ਗੁੱਸਾ ਕਾਂਗਰਸ ਪ੍ਰਤੀ ਘੱਟ ਪਰ ਕੈਪਟਨ ਅਮਰਿੰਦਰ ਸਿੰਘ ਪ੍ਰਤੀ ਇੰਡੀਵਿਜੂਅਲ ਤੌਰ ਤੇ ਬਹੁਤ ਜ਼ਿਆਦਾ ਦਿਖਾਈ ਦੇ ਰਿਹਾ। ਕਿਉਂਕਿ ਨਾਰਾ ਜਿਹੜਾ ਦਿੱਤਾ ਗਿਆ ਸੀ, ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ, ਤੇ ਜੇ ਹੁਣ ਨਜਲਾ ਵੀ ਡਿੱਗ ਰਿਹਾ ਤਾਂ ਸ਼ਾਇਦ ਕਾਂਗਰਸ ਦੇ ਨਾਲੋਂ ਜ਼ਿਆਦਾ ਕੈਪਟਨ ਅਮਰਿੰਦਰ ਸਿੰਘ ਦੇ ਇੰਡੀਵਿਜੂਅਲੀ ਤੌਰ ਤੇ ਜ਼ਿਆਦਾ ਨਜਲਾ ਡਿੱਗ ਰਿਹਾ। ਤੁਹਾਨੂੰ ਨਹੀਂ ਲੱਗਦਾ? ਬਿਲਕੁਲ ਜੀ, ਬਿਲਕੁਲ ਤੁਹਾਡੀ ਗੱਲ ਬਿਲਕੁਲ ਠੀਕ ਆ। ਕਿਉਂਕਿ ਪੰਜਾਬ 'ਚ ਅਗਰ ਵੇਖਿਆ ਜਾਵੇ ਤਾਂ ਕਾਂਗਰਸ ਦੀ ਸਰਕਾਰ ਬਣੀ ਨਹੀਂ, ਬਣੀ ਤਾਂ ਕੈਪਟਨ ਦੀ ਸਰਕਾਰ ਹੀ, ਜਿਸ ਸਲੋਗਨ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਹੋਣੀ ਸੱਤਾ 'ਚ ਆਏ। ਚਾਹੁੰਦਾ ਹੈ ਪੰਜਾਬ ਕੈਪਟਨ ਦੀ ਸਰਕਾਰ, ਕਿਤੇ ਕਾਂਗਰਸ ਦਾ ਨਾਮ ਨਹੀਂ ਸੀ। ਬਿਲਕੁਲ ਤੁਹਾਡੀ ਗੱਲ ਠੀਕ ਆ ਕਿ ਨਸਲਾ ਜਿਹੜਾ ਹੈ ਉਹ ਕੈਪਟਨ ਅਮਰਿੰਦਰ ਸਿੰਘ ਤੇ ਡਿੱਗੇਗਾ। ਲੋਕਾਂ ਦੀ ਪਰਸਨਲ ਜਿਹੜੀ ਨਿੱਜੀ ਤੌਰ ਤੇ ਮੁਖਾਲਫਤ ਜਿਹੜੀ ਕੈਪਟਨ ਦੇ ਵਿਰੋਧ 'ਚ ਆ, ਔਰ ਦੂਜੇ ਪਾਸੇ ਜਿਹੜੇ ਵਿਧਾਇਕ ਨੇ ਜਾਂ ਮੰਤਰੀ ਨੇ ਉਹਨਾਂ ਦਾ ਗੁੱਸਾ ਵੀ ਕੈਪਟਨ ਦੇ ਪ੍ਰਤੀ ਹੈ। ਪਰ ਸਿੱਧੂ ਸਾਹਿਬ ਤੁਹਾਨੂੰ ਮੈਂ ਇੱਕ ਗੱਲ ਦੱਸਾਂ ਕਿ ਜਿਹੜੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਦੇ ਹੱਥ ਕੈਪਟਨ ਅਮਰਿੰਦਰ ਸਿੰਘ ਨੇ ਜਾਂ ਕਾਂਗਰਸ ਦੇ ਵਿਰੋਧੀ ਧੜੇ ਆ, ਜਿਹੜੇ ਬਾਗੀ ਧੜੇ ਨੇ, ਇਹਨਾਂ ਨੇ ਆਪਣੇ ਸੁੱਤੇ ਸਿੱਧੀ ਉਹਨਾਂ ਨੂੰ ਮੁੱਦਾ ਦੇਤਾ ਕਿ ਇਹ ਜਿਹੜੀ ਪਾਰਟੀ ਹੈ ਸਿੱਖਾਂ ਦੇ ਮਸਲਿਆਂ ਦੇ ਪ੍ਰਤੀ ਗੰਭੀਰ ਨਹੀਂ, ਇਹਨਾਂ ਦੀ ਆਪ 'ਚ ਇੱਕ ਪਾਟੋ ਧਾੜ ਪਈ ਆ। ਇਸ ਪਾਟੋ ਧਾੜ ਨੇ ਦੂਜੀਆਂ ਪਾਰਟੀਆਂ ਦੇ ਹੌਸਲਿਆਂ ਨੂੰ ਬੁਲੰਦ ਕੀਤਾ। ਉੱਥੇ ਗੱਲੀ ਕੈਪਟਨ ਦੀ ਗੱਲ ਨਹੀਂ ਹੋਣੀ। ਹੁਣ ਵੇਖੋ ਜੇ ਇਸ ਵੇਲੇ ਕਾਂਗਰਸ ਹਾਈ ਕਮਾਨ ਦੀ ਜਿਹੜੀ ਸਥਿਤੀ ਆ, ਬੜੀ ਡਾਵਾਡੋਲ ਸਥਿਤੀ ਆ, ਉਹ ਕੋਈ ਫੈਸਲਾ ਨਹੀਂ ਲੈ ਪਾ ਰਹੀ। ਈਵਨ ਕਿ ਰਾਸ਼ਟਰੀ ਪੱਧਰ ਤੇ ਆ ਜਿਹੜੀ ਰਿਜ਼ਰਵ ਬੈਂਕ ਦੀ ਰਿਪੋਰਟ ਆਈ, ਰਿਜ਼ਰਵ ਬੈਂਕ ਦੇ ਵਿੱਚ ਪਤਾ ਨਹੀਂ ਕਿੰਨੇ ਕਰੋੜਾਂ ਦਾ ਘਾਟਾ ਹੋਇਆ, ਉਹ ਰਾਹੁਲ ਗਾਂਧੀ ਕੋਲ ਜਾਂ ਜਿਹੜੀ ਵਿਰੋਧੀ ਤੇ ਕਾਂਗਰਸ ਪਾਰਟੀ ਕੋਲ ਅਜਿਹਾ ਮੁੱਦਾ ਜਿਸ ਨੂੰ ਉਛਾਲਿਆ ਜਾ ਸਕਦਾ, ਪਰ ਰਾਹੁਲ ਗਾਂਧੀ ਉਸ ਮੁੱਦੇ ਤੇ ਬਿਲਕੁਲ ਚੁੱਪ ਆ, ਉਹ ਕਰ ਹੀ ਕੱਖ ਨਹੀਂ ਸਕਿਆ। ਤੇ ਜਿਹੜਾ ਬੰਦਾ ਰਾਸ਼ਟਰੀ ਪੱਧਰ ਤੇ ਇਸ ਮੁੱਦਿਆਂ ਨੂੰ ਉਘਾੜ ਨਹੀਂ ਸਕਿਆ, ਪੇਸ਼ ਨਹੀਂ ਕਰ ਸਕਿਆ, ਤੇ ਪੰਜਾਬ ਦੀ ਪੱਧਰ ਤੇ ਉਹ ਕੀ ਕਰੇਗਾ? ਤੁਹਾਡੀ ਗੱਲ ਦਾ ਮੈਂ ਜਵਾਬ ਦਿੰਦਾ ਕਿ ਕੈਪਟਨ ਉਹਦੀ ਨਿੱਜੀ ਮੁਖਾਲਫਤ ਹੋ ਰਹੀ ਹੈ। ਕੱਲ੍ਹ ਨੂੰ ਟਿਕਟ ਜੰਗ ਧਰਤੀ ਤੇ ਹੀ ਰਹਿਣੀ ਆ। ਵੋਟਾਂ ਕੈਪਟਨ ਤੇ ਨਵਜੋਤ ਸਿੱਧੂ ਦੇ ਸਮਰਥਕਾਂ 'ਚ ਤੇ ਵਿਰੋਧੀਆਂ 'ਚ ਪੈਣੀਆਂ। ਜਦੋਂ ਨਵਜੋਤ ਸਿੱਧੂ ਕਰੂਗਾ ਤਾਂ ਕੈਪਟਨ ਉਸ ਦੀ ਮੁਖਾਲਫਤ ਕਰੂਗਾ, ਤੇ ਜਦੋਂ ਕੈਪਟਨ ਲੜੇਗਾ ਤਾਂ ਇਹ ਧੜਾ ਜਿਹੜਾ ਮੁਖਾਲਫਤ ਕਰੂਗਾ, ਤਾਂ ਨੁਕਸਾਨ ਕਿਸ ਨੂੰ ਹੋਣਾ? ਨੁਕਸਾਨ ਕਾਂਗਰਸ ਨੂੰ ਹੋਣਾ। ਜਿਹੜੀਆਂ 80 ਵੋਟਾਂ, ਇਹ ਤਾਂ ਗੱਲ ਹੈ ਅਣਖੀ ਸਾਹਿਬ, ਜਿਸ ਤਰੀਕੇ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਵੱਲੋਂ ਕੀਤੇ ਵਾਅਦੇ ਪੁਗਾਏ ਨਹੀਂ ਗਏ, ਉਹਦਾ ਗੁੱਸਾ ਤਾਂ ਜਿਹੜਾ ਲੋਕਾਂ ਦੇ ਵਿੱਚ ਹੈਗਾ ਹੀ ਹੈਗਾ। ਉਹ ਗੁੱਸਾ ਤਾਂ ਲੋਕਾਂ ਨੇ ਆਪਣੇ ਤਰੀਕੇ ਨਾਲ ਕੱਢ ਲੈਣਾ। ਪਰ ਜਿਸ ਤਰੀਕੇ ਦੇ ਨਾਲ ਕਾਂਗਰਸ ਦੇ ਅੰਦਰ ਇੱਕ ਦੂਜੇ ਦੇ ਖਿਲਾਫ
ਖਿਲਾਫਤ ਸ਼ੁਰੂ ਹੋਈ ਹੋਈ ਹੈ, ਖਾਨਾ ਜੰਗੀ ਸ਼ੁਰੂ ਹੋਈ ਹੋਈ ਹੈ, ਉਹਦਾ ਨੁਕਸਾਨ ਜਿਹੜਾ ਪਾਰਟੀ ਨੂੰ ਕਿੰਨਾ ਕੁ ਹੋਊਗਾ? ਜਿਹੜੀ ਲੋਕਾਂ ਨੇ ਸਜ਼ਾ ਦੇਣੀ ਹੈ, ਲੋਕਾਂ ਦੇ ਨਾਲ ਵਾਅਦਾ ਖਿਲਾਫ ਹੋਈ ਦੀ, ਉਹ ਤਾਂ ਹੋਣੀ ਹੀ ਹੋਣੀ ਹੈ। ਪਰ ਜਿਹੜੇ ਆਪਣੇ ਪੈਰ ਤੇ ਕੁਹਾੜਾ ਮਾਰ ਰਹੇ ਨੇ, ਜਿਸ ਤਰੀਕੇ ਦੇ ਨਾਲ ਨਵਤੇਜ ਸਿੰਘ ਚੀਮਾ ਹੋਰਾਂ ਦਾ ਬਿਆਨ ਆਇਆ ਸੀਗਾ ਕਿ ਭਾਈ ਸਾਡੇ ਬੰਦੇ ਜਿਹੜੇ ਆ ਉਹ ਆਪਣਾ ਵੀ ਭਵਿੱਖ ਤੇ ਦੂਜਿਆਂ ਦਾ ਭਵਿੱਖ ਵੀ ਖਤਰੇ 'ਚ ਪਾ ਰਹੇ, ਉਹਨਾਂ ਨੂੰ ਪੰਜਾਬ ਦੇ ਭਵਿੱਖ ਦੀ ਘੱਟ ਤੇ ਆਪਣੇ ਭਵਿੱਖ ਦੀ ਜ਼ਿਆਦਾ ਚਿੰਤਾ ਸੀਗੀ। ਉਹਨਾਂ ਦੇ ਜੇ ਬਿਆਨ ਦੇ ਸੰਦਰਭ ਦੇ ਵਿੱਚ ਦੇਖੀਏ ਤਾਂ ਕਾਂਗਰਸ ਦੇ ਜਿਹੜੇ ਲੀਡਰ ਹੈ ਉਹ ਜਿਹੜੇ ਕੁਹਾੜੇ ਮਾਰ ਰਹੇ ਨੇ ਆਪਣੀ ਪਾਰਟੀ ਦੇ ਵਿੱਚ, ਉਹ ਪਾਰਟੀ ਦਾ ਕਿੰਨਾ ਕੁ ਨੁਕਸਾਨ ਕਰਨਗੇ? ਲੋਕਾਂ ਨੇ ਜੋ ਕਰਨਾ ਉਹ ਤਾਂ ਕਰਨਾ ਹੀ ਹੈ। ਦੇਖੋ, ਪਾਰਟੀ ਦਾ ਨੁਕਸਾਨ ਤੇ ਹੁਣ ਪਾਰਟੀ ਦੇ ਪੈਰਾਂ ਤੇ ਕੁਹਾੜੇ ਨਹੀਂ ਮਾਰਦੇ ਪਏ, ਇਹ ਪੈਰਾਂ ਆਪਣੇ ਤੇ ਕੁਹਾੜੇ ਮਾਰਦੇ ਪਏ ਆ। ਜੇਕਰ ਮੈਂ ਮਾਝੇ ਦੀ ਗੱਲ ਕਰਾਂ, ਮੈਂ ਨਾਮ ਨਹੀਂ ਲਵਾਂਗਾ ਇਸ ਮੀਟਿੰਗ ਦੇ ਵਿੱਚ, ਮਾਝੇ ਦੇ ਵਿੱਚ ਮਾਝੇ ਦੇ ਕੁਝ ਮੰਤਰੀ ਜਿਹੜੇ ਨੇ, ਜਿਹੜੇ ਇਸ ਵੇਲੇ ਕਾਂਗਰਸ ਵਜ਼ਾਰਤ 'ਚ ਨੇ, ਉਹਨਾਂ ਨੂੰ ਪਤਾ ਆ, ਹਾਲਾਂਕਿ ਉਹ ਮੰਤਰੀ ਨੇ, ਪੰਜਾਬ ਪੱਧਰ ਦੇ ਕੈਬਨਿਟ ਮੰਤਰੀ ਨੇ, ਉਹਨਾਂ ਨੂੰ ਪਤਾ ਹੈ ਕਿ ਕੱਲ੍ਹ ਨੂੰ ਜਦੋਂ ਵੋਟਾਂ ਪੈਣੀਆਂ ਨੇ ਤੇ ਸਾਡੀ ਜਿਹੜੀ ਸਥਿਤੀ ਆ ਕਿੰਨੀ ਤਰਸਯੋਗ ਹੋਣੀ ਆ। ਸਿਰਫ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਦੇ ਮੁੱਦੇ ਤੇ ਨਹੀਂ, ਹੋਰ ਬੜੇ ਲੋਕਲ ਮੁੱਦੇ ਨੇ ਜਾਂ ਹੋਰ ਜਿਹੜੀ ਨਿੱਜੀ ਲੈਵਲ ਤੇ ਉਹਨਾਂ ਦੀ ਮੁਖਾਲਫਤ ਹੋ ਰਹੀ ਹੈ। ਇਹ ਕੇਵਲ ਮਾਝੇ ਦੀ ਸਥਿਤੀ ਨਹੀਂ ਆ, ਦੁਆਬੇ 'ਚ ਵੀ ਇਹ ਸਥਿਤੀ ਆ ਔਰ ਮਾਲਵੇ 'ਚ ਵੀ ਸਥਿਤੀ ਆ। ਜੇ ਚੀਮੇ ਦੀ ਤੁਸੀਂ ਜਿਹਨੂੰ ਕੋਟ ਕੀਤਾ, ਉਹਦੀ ਆਪਣੇ ਇਲਾਕੇ 'ਚ ਇਹ ਸਥਿਤੀ ਆ, ਕਿਉਂਕਿ ਜਦੋਂ ਪਿਛਲੀ ਵਾਰੀ ਇਹ ਜਿੰਨੇ ਵੀ ਮੰਤਰੀ ਜਾਂ ਇਹ ਵਿਧਾਇਕ ਜਿੱਤੇ ਸਨ, 1000 1500 2-2000 ਦੀ ਵੋਟ ਦੇ ਫਰਕ ਨਾਲ ਜਿੱਤੇ ਸਨ, ਕੋਈ ਜ਼ਿਆਦਾ ਫਰਕ ਨਹੀਂ ਸੀ। ਕਾਰਨ ਇਹ ਹੈ ਸਿੱਧੂ ਸਾਹਿਬ, ਤੁਸੀਂ ਇੱਕ ਉਹ ਵਾਅਦੇ ਤੁਸੀਂ ਪੂਰੇ ਨਹੀਂ ਕੀਤੇ, ਦੂਜੇ ਬੰਨੇ ਤੁਹਾਡੀ ਅੰਦਰੂਨੀ ਖਾਨਾ ਜੰਗੀ ਜਿਹੜੀ ਸ਼ੁਰੂ ਹੋ ਗਈ ਆ, ਤੀਸਰੇ ਬੰਨੇ ਨਿੱਜੀ ਪੱਧਰ ਤੇ ਹਲਕੇ ਪੱਧਰ ਤੇ ਜਿਹੜਾ ਤੁਹਾਡਾ ਦੂਜੀ ਪਾਰਟੀਆਂ ਦਾ ਕਾਟੋ ਕਲੇਸ਼ ਆ। ਕੁਝ ਹਲਕੇ ਹੋ ਸਕਦੇ ਆ ਜਿੱਥੇ ਰਾਜਨੀਤਿਕ ਪੱਧਰ ਤੇ ਵਿਰੋਧੀ ਪਾਸ ਹੋਵੇ ਜਾਂ ਵਿਰੋਧਾ ਪਾਸ ਹੋਵੇ ਜਾਂ ਤੁਹਾਡੀ ਆਪਸੀ ਗੱਲਬਾਤ ਹੋਵੇ। ਜ਼ਿਆਦਾਤਰ ਹਲਕੇ ਕਾਂਗਰਸ ਪਾਰਟੀ ਦੇ ਅਜਿਹੇ ਹਲਕੇ ਨੇ ਜਿੱਥੇ ਦੂਜੀਆਂ ਪਾਰਟੀਆਂ ਨਾਲ ਤੁਹਾਡਾ ਨਿੱਜੀ ਤੌਰ ਤੇ ਵੈਰ ਵਿਰੋਧ ਆ। ਉਹ ਡਰ ਜਿਹੜਾ ਸਤਾ ਰਿਹਾ, ਮੈਂ ਆਪਾਂ ਨਾਮ ਨਹੀਂ ਲਵਾਂਗੇ ਕਿਉਂਕਿ ਨਾਮ ਲੈਂਦੇ ਫਿਰ ਗੱਲ ਬੜੀ ਦੂਰ ਤੱਕ ਜਾਂਦੀ ਆ। ਤਾਂ ਉਹ ਅਜਿਹੀਆਂ ਸਥਿਤੀਆਂ ਦੇ ਵਿੱਚ ਜਿਹੜੀ ਕਾਂਗਰਸ ਪਾਰਟੀ ਦੀ, ਮੈਂ ਆਪਣੇ ਇਸ਼ੂ ਤੇ ਆਉਣਾ, ਆਪਣੇ ਵਿਸ਼ੇ ਤੇ ਆਉਣਾ ਕਿ ਇਸ ਵੇਲੇ ਕਾਂਗਰਸ ਕੋਲ 80 ਵਿਧਾਇਕ ਨੇ ਔਰ ਜਿਨ੍ਹਾਂ ਦੇ ਸਿਰ ਤੇ ਕਾਂਗਰਸ ਪੂਰਨ ਬਹੁਮਤ ਦੇ ਵਿੱਚ ਪੰਜਾਬ ਦੇ ਵਿੱਚ ਮੌਜੂਦ ਆ। ਅਗਰ ਅੱਜ ਵੋਟਾਂ ਪੈਂਦੀਆਂ ਨੇ ਤਾਂ ਇਹ ਜਿਹੜੀ 80 ਦੀ ਗਿਣਤੀ ਨਾ, ਇਹ 40 ਤੋਂ ਨਹੀਂ ਸਿੱਧੂ ਸਾਹਿਬ ਟੱਪੇਗੀ। ਇਹ ਗੱਲ ਤੁਸੀਂ, ਮੈਂ ਦਾਅਵੇ ਨਾਲ ਕਹਿ ਸਕਦਾ ਕਿ ਜੇ ਅਗਰ ਅੱਜ ਵੋਟਾਂ ਪੈਂਦੀਆਂ ਨੇ ਤਾਂ 80 ਜਿਹੜੇ ਨੇ ਉਹ 40 ਦੀ ਸਥਿਤੀ ਤੱਕ ਆਉਣਗੇ, ਕਿਉਂਕਿ ਇਹਨਾਂ ਦੇ ਵਿੱਚ ਕੁਝ MLA ਦੀਆਂ ਟਿਕਟਾਂ ਕੱਟੀਆਂ ਜਾਣੀਆਂ ਤੇ ਕੁਝ ਮੁਖਾਲਫਤ ਕਰਕੇ, ਆਪਣੀ ਮੁਖਾਲਫਤ ਕਰਕੇ, ਵਿਰੋਧੀ ਪਾਰਟੀਆਂ ਦੀ ਮੁਖਾਲਫਤ ਕਰਕੇ ਨਹੀਂ, ਆਪਣੀ ਪਾਰਟੀ ਪੱਧਰ ਤੇ ਮੁਖਾਲਫਤ ਕਰਕੇ ਇਹ ਜਿਹੜੀ ਸਥਿਤੀ ਹੈ ਇਹ 40 ਤੱਕ ਸਿਮਟ ਕੇ ਰਹਿ ਜੂਗੀ ਜੇਕਰ ਅੱਜ ਵੋਟਾਂ ਪੈਂਦੀਆਂ ਨੇ। ਪਰ ਦੂਜੇ ਬੰਨੇ ਜੇ 8 ਮਹੀਨੇ ਪਏ ਨੇ ਔਰ ਇਹਨਾਂ 8 ਮਹੀਨਿਆਂ 'ਚ ਜੇ ਤੇ ਇਹ ਕਾਂਗਰਸ ਪਾਰਟੀ ਦੇ ਸਮੂਹ ਜਿੰਨੇ ਵਿਧਾਇਕ ਨੇ ਜਾਂ ਇੱਕ ਫਰੰਟ ਤੇ ਆ ਜਾਂਦੇ, ਇੱਕ ਮੰਚ ਤੇ ਆ ਜਾਂਦੇ ਆ, ਹਾਈਕਮਾਨ ਇਹਨਾਂ ਨੂੰ ਇਕੱਠਿਆ ਕਰਨ 'ਚ ਸਫਲ ਹੋ ਸਕਦੀ ਹੈ, ਤਾਂ ਫਿਰ ਇਸ ਸਮੇਂ ਦੇ ਗਰਭ ਦੇ ਵਿੱਚ ਕਿਉਂਕਿ ਕਿਹਦੀ ਸ਼ਰਤ ਦੇ ਮੁਤਾਬਕ ਹੀ ਇਹ ਤਾਂ ਆਪਣੇ ਇਕੱਠੇ ਹੋਣਗੇ ਜਾਂ ਨਹੀਂ ਹੋਣਗੇ। ਪਰ ਤੁਸੀਂ ਜਿਹੜਾ ਅੰਦਾਜ਼ਾ ਲਗਾਇਆ ਅੱਜ ਦੀ ਸਥਿਤੀ ਦੇ ਮੁਤਾਬਕ, ਜੇਕਰ ਫਿਰ ਕਾਂਗਰਸ ਪਾਰਟੀ ਦੀ ਸਥਿਤੀ ਫਿਰ 40 ਉੱਤੇ ਆ ਜਾਂਦੀ ਹੈ ਤਾਂ ਫਿਰ ਇਹਦਾ ਮਤਲਬ ਕੀ ਹੈ ਕਿ ਜਿਹੜੀ 40 ਇਹਨਾਂ ਦੇ ਘਟਣਗੇ ਤੇ ਉਹ ਫਿਰ 40 ਜਿੱਤਣਗੇ ਕਿਹਦੇ? ਅਕਾਲੀ ਦਲ ਦੀ ਕੀ ਸਥਿਤੀ ਹੈ? ਮੈਂ ਇੱਕ ਮਿੰਟ, ਮੈਂ ਅਕਾਲੀ ਦਲ ਦਾ ਜਵਾਬ ਮੈਂ ਬਾਅਦ 'ਚ ਦਿੰਦਾ। ਮੈਂ ਅਗਲੀ ਸਥਿਤੀ, ਮੈਨੂੰ ਜਿਹੜਾ ਜਵਾਬ ਸੀ ਉਹ ਪੂਰਾ ਨਹੀਂ ਸੀ ਹੋਇਆ। ਮੈਂ 40 ਅੱਜ ਦੀ ਤਰੀਕ 'ਚ ਕਹਿ ਰਿਹਾ, ਬਿਲਕੁਲ ਅੱਜ ਦੀ ਤਰੀਕ 'ਚ 40 ਦੀ ਗੱਲ ਆ। ਤੇ ਜੇਕਰ 8 ਮਹੀਨਿਆਂ ਬਾਅਦ ਸਥਿਤੀ ਜਿਉਂ ਦੀ ਤਿਉਂ ਰਹਿੰਦੀ ਹੈ ਤਾਂ ਫਿਰ ਸਿੱਧੂ ਸਾਹਿਬ ਇਹ ਗ੍ਰਾਫ 40 ਤੋਂ ਵੀ ਥੱਲੇ ਆ ਜਾਊਗਾ। ਮੈਂ ਇਹ ਗੱਲ ਕਹਿ ਰਿਹਾ, 40 ਤੋਂ ਵੀ ਥੱਲੇ ਆ ਜਾਊਗਾ। ਜਿਸ ਤਰੀਕੇ ਨਾਲ ਕੈਪਟਨ ਅਮਰਿੰਦਰ ਸਿੰਘ ਹੋਣੀ ਜਾਂ ਕੁਝ ਬੰਦੇ ਕਹਿੰਦੇ ਸੀ ਨਾ ਕਿ ਮੈਦਾਨ ਖਾਲੀ ਆ, ਹੁਣ ਮੈਦਾਨ ਖਾਲੀ ਨਹੀਂ ਜੇ, ਕਿਉਂਕਿ ਇਹਨਾਂ ਦੇ ਆਪਸੀ ਲੜਾਈਆਂ ਨੇ, ਆਪਸੀ ਜਿਹੜੀ ਖਹਿਬਾਜ਼ੀ ਆ ਉਹਨੇ ਇੱਥੋਂ ਤੱਕ ਸਥਿਤੀਆਂ ਲੈ ਆਂਦੀਆਂ ਨੇ ਕਿ ਹੁਣ ਜੇਕਰ ਇਹ ਗੱਲ ਮੈਂ ਕਲੀਅਰ ਆਪਾਂ ਕਹਿ ਸਕਦੇ ਹਾਂ ਸਿੱਧੂ ਸਾਹਿਬ, ਮੈਂ ਆਪਣੀ ਗੱਲ ਨੂੰ ਸਮ ਅਪ ਕਰਾਂਗਾ ਤੁਹਾਡੇ ਜਵਾਬ ਦੇਣ ਤੋਂ ਪਹਿਲਾਂ, ਕਿ ਕਿਸੇ ਵੀ ਸੂਰਤ ਦੇ ਵਿੱਚ ਅਜੋਕੀ ਸਥਿਤੀਆਂ ਦੇ ਪ੍ਰਸੰਗ ਦੇ ਅੰਤਰਗਤ ਕਾਂਗਰਸ ਪਾਰਟੀ ਦੇ ਭਵਿੱਖਬਾਣੀ ਮੈਂ ਕਰਦਾ ਹੋਇਆ ਇਹ ਕਹਿ ਸਕਦਾ ਕਿ ਕਾਂਗਰਸ ਪਾਰਟੀ ਫਿਰ 2022 ਦੀਆਂ ਚੋਣਾਂ ਦੇ ਵਿੱਚ ਰਿਪੀਟ ਨਹੀਂ ਕਰੂਗੀ। ਅੱਜ ਦੀ ਸਥਿਤੀ ਜੋ ਸਭ ਨੂੰ ਸਿਨੈਰੀਓ ਦਿਖਾਈ ਦੇ ਰਿਹਾ, ਇਸ ਸਥਿਤੀ ਦੇ ਵਿੱਚ ਜੇਕਰ ਇਹ ਇਕੱਠੇ ਨਹੀਂ ਹੁੰਦੇ, ਜੇਕਰ ਹਾਈਕਮਾਨ ਕੋਈ ਅਜਿਹਾ ਫੈਸਲਾ ਨਹੀਂ ਲੈਂਦੀ, ਅਗਰ ਲੈ ਵੀ ਲੈਂਦੀ ਹੈ ਤਾਂ ਫਿਰ ਵੀ 57 ਤੱਕ ਪਹੁੰਚਣਾ ਕਾਂਗਰਸ ਪਾਰਟੀ ਵਾਸਤੇ ਹੁਣ ਪਹਿਲਾਂ ਵਾਲੀ ਗੱਲ ਨਹੀਂ ਜੇ ਹੈਗੀ, ਕਿਉਂਕਿ ਇੱਕ ਦੂਜੇ ਦੀ ਲੱਤਾਂ ਖਿੱਚੀ ਖੱਚਾ ਖੱਚੀ ਨੇ ਇਹਨਾਂ ਦਾ ਜਿਹੜਾ ਹਿਸਾਬ ਕਿਤਾਬ ਆ ਨਾ ਉਹ ਵਿਗਾੜ ਦਿੱਤਾ। ਹੁਣ ਤੁਸੀਂ ਗੱਲ ਕਰਦੇ ਜੇ ਤੁਸੀਂ ਪ੍ਰਸ਼ਨ ਕੀਤਾ ਮੈਨੂੰ ਸ਼੍ਰੋਮਣੀ ਅਕਾਲੀ ਦਲ, ਬਿਲਕੁਲ ਜੇਕਰ ਅਜਿਹੀ ਜਿਉਂ ਦੀ ਤਿਉਂ ਸਥਿਤੀ ਬਣੀ ਰਹਿੰਦੀ ਆ ਜਾਂ ਫਿਰ ਆਪਾਂ ਜਿਸ ਤਰੀਕੇ ਨਾਲ ਤੁਸੀਂ ਕਿਹਾ ਵੀ 40 ਸੀਟਾਂ ਅੱਜ ਦੀ ਸਥਿਤੀ ਦੇ ਮੁਤਾਬਕ ਹੋਣਗੀਆਂ ਤੇ ਜਿਉਂ ਦੀ ਤਿਉਂ ਸਥਿਤੀ ਵਾਲੇ ਪਾਸੇ ਆਪਾਂ ਚਲੋ ਨਾ ਜਾਈਏ, ਹੋ ਸਕਦਾ ਸੁਧਰ ਵੀ ਜਾਵੇ, ਹੋ ਸਕਦਾ ਹੈ ਕਿ ਨਾ ਵੀ ਸੁਧਰੇ। ਕਿ ਅੱਜ ਦੀ ਸਥਿਤੀ ਦੇ ਮੁਤਾਬਕ ਜੇਕਰ 40 ਹਿੱਸੇ ਮਿੰਟ ਜਾਊ ਤਾਂ ਫਿਰ ਇਹਦਾ ਫਾਇਦਾ ਕਿਹਨੂੰ ਜਾਊਗਾ? ਯਾਨੀ ਫਾਇਦਾ ਫਿਰ ਅਕਾਲੀ ਦਲ ਜਾਂ ਆਮ ਆਦਮੀ ਪਾਰਟੀ ਨੂੰ ਜਾਊਗਾ। ਆਪਾਂ ਪਹਿਲਾਂ ਅਕਾਲੀ ਦਲ ਦੀ ਗੱਲ ਕਰ ਲਈਏ। ਅਕਾਲੀ ਦਲ
ਕਿੱਥੇ ਸਟੈਂਡ ਕਰਦਾ ਕਿ ਇਹਦਾ ਫਾਇਦਾ ਲੈ ਸਕਦਾ ਕਾਂਗਰਸ ਦੇ ਫੁੱਟ ਦਾ ਅਕਾਲੀ ਦਲ, ਜਿਸ ਤਰੀਕੇ ਦੇ ਨਾਲ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ 2019 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਜਿਸ ਤਰੀਕੇ ਦੇ ਅਕਾਲੀ ਦਲ ਦੇ ਉੱਪਰ ਇਲਜ਼ਾਮ ਲੱਗੇ, ਕਿ ਉਹਨਾਂ ਇਲਜ਼ਾਮਾਂ ਤੋਂ ਬਾਹਰ ਆ ਪਾਏਗਾ, ਉਹਨਾਂ ਇਲਜ਼ਾਮਾਂ ਤੋਂ ਪਾਰ ਪਾ ਪਾਏਗਾ ਅਕਾਲੀ ਦਲ ਜਾਂ ਪਾ ਰਿਹਾ? ਜੀ, ਤੁਸੀਂ ਅਕਾਲੀ ਦਲ ਦੀ ਗੱਲ ਕਰ ਰਹੇ ਜੀ, ਤਾਂ ਮੈਂ 2017 ਤੋਂ ਅਕਾਲੀ ਦਲ ਦੀ ਗੱਲ ਸ਼ੁਰੂ ਕਰਦਾ। ਅਕਾਲੀ ਦਲ ਪਾਰਟੀ ਉਹ ਪਾਰਟੀ ਸੀ ਜਿਹੜੀ ਬੜੀ ਵੱਡੇ ਬਾਦਲ ਸਾਹਿਬ ਦੇ ਸਿਰ 'ਤੇ ਪੰਜਾਬ ਦੇ ਵਿੱਚ 2 ਵਾਰੀ ਸਰਕਾਰ ਬਣਾਉਣ 'ਚ ਕਾਮਯਾਬ ਹੋ ਗਈ। ਅਤੇ ਜਦੋਂ ਛੋਟੇ ਬਾਦਲ ਸਾਹਿਬ ਨੇ ਇਹਨਾਂ ਦੀ ਪ੍ਰਧਾਨਗੀ ਸੰਭਾਲੀ ਅਤੇ ਇਹੋ ਜਿਹੇ ਕੁਝ ਪੰਜਾਬ ਦੇ ਅੰਦਰ ਇਹਨਾਂ ਨੇ ਫੈਸਲੇ ਕੀਤੇ, ਰਾਜਨੀਤਿਕ ਫੈਸਲੇ ਕੀਤੇ ਕਿ ਉਹ ਪੰਥਕ ਪਾਰਟੀ ਜਿਹੜੀ ਇਹ ਕਹਿੰਦੇ ਕਿ 25 ਸਾਲ ਰਾਜ ਕਰਨਾ, ਉਹ ਕੇਵਲ 18 ਸੀਟਾਂ 'ਤੇ ਸਿਮਟ ਕੇ ਰਹਿ ਗਈ, ਉਹ ਵੀ ਬੀਜੇਪੀ ਦੇ ਨਾਲ ਸਹਾਇਤਾ ਦੇ ਵਜੋਂ। ਅਤੇ ਹੁਣ 18 ਸੀਟਾਂ ਜਿਹੜੀਆਂ ਉਹਨਾਂ ਕੋਲ ਆਈਆਂ, ਅਸੀਂ ਅੱਜ ਦੇ ਸੰਦਰਭ 'ਚ ਗੱਲ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਦੀ। ਇਹ 4.5 ਸਾਲ ਸੁਖਬੀਰ ਉਹਨਾਂ ਨੇ ਬਹੁਤ ਜ਼ੋਰ ਲਾ ਕੇ ਅਕਾਲੀ ਦਲ ਦੀ ਸਥਿਤੀ ਨੂੰ ਉੱਪਰ ਲਿਆਂਦਾ ਜਾਵੇ ਜਾਂ ਸਥਿਤੀ ਨੂੰ ਬਹਾਲ ਕੀਤਾ, ਪੁਰਾਣੀ ਸਥਿਤੀ ਨੂੰ ਬਹਾਲ ਕੀਤਾ ਜਾਵੇ, ਪਰ ਪਾਰਟੀ ਨੂੰ ਅੰਦਰੋਂ ਅੰਦਰੀ ਅਜਿਹਾ ਜ਼ਬਰਦਸਤ ਖੋਰਾ ਲੱਗਾ, ਜਿਹਦੇ ਵਿੱਚੋਂ ਢੀਂਡਸਾ ਹੋਣੀ ਬਾਹਰ ਗਏ, ਸੇਵਾ ਸਿੰਘ ਸੇਖਵਾਂ ਹੋਣੀ ਬਾਹਰ ਗਏ, ਦੂਜੇ ਪਾਸੇ ਬ੍ਰਹਮਪੁਰਾ ਬਾਹਰ ਗਏ, ਔਰ ਬੜੇ ਅਜਿਹੇ ਜਿਹੜੇ ਚੋਟੀ ਦੇ ਨੇਤਾ ਸਨ, ਜਿਹੜੇ ਬਾਬੇ ਬਾਦਲ ਦੇ ਜਿਹੜੇ ਕੱਟੜ ਸਮਰਥਕ ਸਨ ਜਾਂ ਬਾਹਾਂ ਨਾਲ ਬਾਂਹ ਬਣ ਕੇ ਵਿਚਰਨ ਵਾਲੇ ਸਨ, ਉਹ ਸਾਰੇ ਅਕਾਲੀ ਦਲ ਤੋਂ ਦੂਰ ਹੋ ਗਏ ਅਤੇ ਅਕਾਲੀ ਦਲ 'ਚ ਇੱਕ ਨਵੀਂ ਜਨਰੇਸ਼ਨ ਜਿਹੜੀ ਆ ਉਹਨੇ ਐਂਟਰ ਕੀਤਾ, ਜਿਹਦੇ ਵਿੱਚ ਬਿਕਰਮ ਮਜੀਠੀਆ ਹੋਣੀ ਆਏ, ਪਹਿਲਾਂ ਵੀ ਸਨ, ਪਰ ਬਿਕਰਮ ਮਜੀਠੀਆ ਦਾ ਜਿਹੜਾ ਇਹਨਾਂ ਬੰਦਿਆਂ ਨੂੰ ਸਾਈਡਲਾਈਨ ਕਰਨ ਤੋਂ ਬਾਅਦ ਕੱਦ ਜਿਹੜਾ ਹੋਰ ਉੱਚਾ ਹੋਇਆ। ਔਰ ਦੂਜੇ ਪਾਸੇ ਬੀਬੀ ਹਰਸਿਮਰਤ ਕੌਰ ਹੋਣਾ ਦੀ ਜਿਹੜੀ ਅਕਾਲੀ ਦਲ ਦੇ ਵਿੱਚ ਰਾਜ ਪੱਧਰ 'ਤੇ ਜਿਹੜੀ ਦਖਲ ਅੰਦਾਜ਼ੀ ਹੈ, ਉਹ ਵੀ ਵਧਣੀ ਸ਼ੁਰੂ ਹੋਈ। ਤਾਂ ਇਹ ਜਿਹੜੀ ਵਧਣੀ ਸ਼ੁਰੂ ਹੋਈ, ਔਰ ਉਹਨਾਂ ਦਾ ਇਸ ਵੇਲੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਬਾਦਲ ਜਿਹੜਾ ਇਹ ਕੇਵਲ ਸ਼ਕਤੀ ਦੇ 3 ਧੁਰਿਆਂ 'ਚ ਸਿਮਟ ਕੇ ਰਹਿ ਗਿਆ, ਜਿੱਥੇ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਹੈ, ਮਾਝੇ ਤੋਂ ਬਿਕਰਮਜੀਤ ਸਿੰਘ ਮਜੀਠੀਆ ਹੋਣੀ ਨੇ, ਅਤੇ ਤੀਜੇ ਬੀਬੀ ਹਰਸਿਮਰਤ ਕੌਰ ਬਾਦਲ ਹੈ। ਹੁਣ ਇਹ ਜਿਹੜੀਆਂ 18 ਸੀਟਾਂ ਜਾਂ ਜਿਹੜੇ ਮੁੱਦੇ ਨੇ, ਜਿਨ੍ਹਾਂ ਮੁੱਦਿਆਂ ਦੀ ਕਾਰਨ ਜਿਹੜਾ ਸ਼੍ਰੋਮਣੀ ਅਕਾਲੀ ਦਲ ਬੈਕਫੁੱਟ 'ਤੇ ਗਿਆ ਸੀ, ਅਤੇ ਉਹਨਾਂ ਮੁੱਦਿਆਂ ਨੂੰ ਲੈ ਕੇ ਕਾਂਗਰਸ ਨੇ ਪੰਜਾਬ ਦੇ ਵਿੱਚ ਸਰਕਾਰ ਬਣਾਈ ਸੀ, ਉਹ ਮੁੱਦੇ ਸਿੱਧੂ ਸਾਹਿਬ ਅਜੇ ਵੀ ਜਿਉਂਦੇ ਤਿਉਂ ਆ, ਕਿਉਂਕਿ ਅਜੇ ਤੱਕ ਨਾ ਤਾਂ ਕਾਂਗਰਸ ਪਾਰਟੀ ਕਿਸੇ ਅਕਾਲੀ ਨੂੰ ਫੜ ਕੇ ਅੰਦਰ ਡੱਕ ਸਕੀ ਹੈ, ਨਾ ਹੀ ਗੁਰੂ ਗ੍ਰੰਥ ਸਾਹਿਬ ਦੇ ਬੇਅਦਬੀ ਦੇ ਦੋਸ਼ੀਆਂ ਦੇ ਵਿੱਚ ਅਕਾਲੀ ਦਲ ਦੀ ਕੀ ਭੂਮਿਕਾ ਰਹੀ ਆ, ਨਾ ਹੀ ਉਹਦੇ ਸੰਦਰਭ 'ਚ ਕੋਈ ਫੈਸਲਾ ਕਰ ਸਕੀ ਹੈ। ਭਾਵ ਕੀ, ਤੇ ਨਾ ਹੀ ਦੂਜੇ ਬੰਨੇ ਸ਼੍ਰੋਮਣੀ ਅਕਾਲੀ ਦਲ ਆਪਣੀ ਸਥਿਤੀ ਨੂੰ ਪੂਰਨ ਤੌਰ 'ਤੇ ਬਹਾਲ ਕਰ ਸਕਿਆ। ਔਰ ਰਹਿੰਦੀ ਖਿੰਦੀ ਜਿਹੜੀ ਕਸਰ ਆ, ਉਹ ਕਿਸਾਨ ਮੋਰਚੇ ਨੇ ਪੂਰੀ ਕਰਤੀ। ਕਿਸਾਨਾਂ ਦੇ ਪ੍ਰਤੀ ਸ਼੍ਰੋਮਣੀ ਅਕਾਲੀ ਦਲ ਬਾਦਲ, ਜੇ ਆਪਾਂ ਬੇਅਦਬੀ ਦੀ ਗੱਲ ਕਰੀਏ, ਬੇਅਦਬੀ ਦੀ ਜਾਂ ਗੋਲੀ ਕਾਂਡ ਦੇ ਮਾਮਲਿਆਂ ਦੀ ਜੇਕਰ ਆਪਾਂ ਗੱਲ ਕਰੀਏ, ਜਿੰਨਾ ਨੁਕਸਾਨ ਪਿਛਲੀ ਵਾਰ ਜਿਹੜਾ ਅਕਾਲੀ ਦਲ ਨੂੰ ਹੋਇਆ ਸੀ, ਉਨਾ ਹੀ ਨੁਕਸਾਨ ਮੈਨੂੰ ਲੱਗਦਾ ਕਿ ਐਤਕੀ ਕਾਂਗਰਸ ਨੂੰ ਵੀ ਹੋਏਗਾ, ਕਿਉਂਕਿ ਅਕਾਲੀ ਦਲ ਤਾਂ ਇਹ ਕਹਿ ਕੇ ਪੱਲਾ ਝਾੜ ਰਹੇ ਨੇ ਕਿ ਠੀਕ ਹੈ ਭਾਈ, ਤੁਸੀਂ ਸਾਡੇ ਤੇ ਇਲਜ਼ਾਮ ਲਗਾਏ ਕਿ ਅਸੀਂ ਦੋਸ਼ੀਆਂ ਨੂੰ ਫੜ ਨਹੀਂ ਪਾਏ, ਅਸੀਂ ਦੋਸ਼ੀਆਂ ਨੂੰ ਮਤਲਬ ਜੋ ਵੀ ਕਹਿ ਲਈਏ ਫੜ ਨਹੀਂ ਪਾਏ, ਅਸੀਂ ਨਾ ਕਾਮਯਾਬ ਰਹੇ ਆ, ਤਾਂ ਫਿਰ ਸਾਡੇ ਕੋਲੇ ਤਾਂ ਸਮਾਂ ਸਿਰਫ ਸਾਲ ਸਵਾ ਸਾਲ ਦਾ ਸੀ, ਪਰ ਤੁਹਾਡੇ ਕੋਲੇ ਸਮਾਂ 5 ਸਾਲ ਦਾ ਸੀ, ਪਰ ਤੁਸੀਂ ਫਿਰ ਕਿਉਂ ਨਹੀਂ ਫੜ ਪਾਏ? ਉਹ ਤਾਂ ਇੱਥੋਂ ਤੱਕ ਹੁਣ ਚੈਲੰਜ ਕਰਨ ਲੱਗ ਗਏ, ਕਹਿੰਦੇ ਦੱਸੋ ਭਾਈ ਜੇ ਸਾਡੀ ਗਲਤੀ ਦਾ ਫੜ ਕੇ ਦਿਓ, ਫਿਰ ਅੰਦਰ ਰੱਖੋ ਸਬੂਤ, ਕਹਿੰਦੇ ਜੇ ਹੈਗੇ ਆ ਤਾਂ। ਕੀ ਲੱਗਦਾ ਕਿ ਉਸ ਸਥਿਤੀ ਦੇ ਵਿੱਚ ਆਹ ਗੱਲਾਂ ਕਹਿ ਕੇ ਅਕਾਲੀ ਦਲ ਉਸ ਤੋਂ ਤਾਂ ਪੱਲਾ ਝਾੜ ਦੇਵੇਗਾ, ਜਾਂ ਇੰਨਾ ਆਸਾਨ ਨਹੀਂ ਹੈ ਉਸ ਕੋਲ ਪੱਲਾ ਝਾੜਨਾ? ਨਹੀਂ, ਸਿੱਧੂ ਸਾਹਿਬ ਬਿਲਕੁਲ, ਜੇਕਰ ਅਕਾਲੀ ਦਲ ਕੇਵਲ ਇਸ ਮੁੱਦੇ ਨੂੰ ਕਹਿ ਕੇ ਇਹ ਗੱਲ ਸੋਚਦਾ ਕਿ ਫੜ ਕੇ ਸਾਨੂੰ ਅੰਦਰ ਕਰ ਦਿਓ, ਸਾਡੇ ਕੋਲ ਸਬੂਤ ਨਹੀਂ, ਇੰਨੀ ਜਲਦੀ ਨਾ ਗੱਲ ਮੁੱਕਦੀ ਨਹੀਂ ਹੁੰਦੀ। ਔਰ ਸਿੱਧੂ ਸਾਹਿਬ, ਰਾਜਸੀ ਜਿਹੜੀ ਗਲਿਆਰੇ ਹੁੰਦੇ ਨਾ, ਜਿਹੜੀ ਪਾਰਟੀਆਂ ਜਾਂ ਰਾਜਨੀਤੀ ਦੇ ਵਿੱਚ ਮੁੱਦਿਆਂ ਨੂੰ ਹਮੇਸ਼ਾ ਜਿੰਦਾ ਰੱਖਿਆ ਜਾਂਦਾ, ਮੁੱਦਿਆਂ ਨੂੰ ਕਦੇ ਖਤਮ ਨਹੀਂ ਕੀਤਾ ਜਾਂਦਾ। ਜੇ ਮੁੱਦੇ ਹੀ ਖਤਮ ਹੋ ਗਏ ਤਾਂ ਫਿਰ ਰਾਜਨੀਤੀ ਰਹਿ ਕੀ ਗਈ? ਤੁਸੀਂ ਸਵਾਲ ਕੀਤਾ ਕਿ ਕਾਂਗਰਸ ਪਾਰਟੀ ਨੂੰ ਨੁਕਸਾਨ ਹੋਏਗਾ, ਬਿਲਕੁਲ ਕਾਂਗਰਸ ਪਾਰਟੀ ਨੂੰ ਨੁਕਸਾਨ ਹੋਣਾ, ਕਿਉਂਕਿ ਕਾਂਗਰਸ ਪਾਰਟੀ ਦੇ ਪਤਨ ਦਾ ਕਾਰਨ ਹੀ ਇਹ ਆ ਕਿ ਕਾਂਗਰਸ ਪਾਰਟੀ ਇਸ ਮੁੱਦੇ ਤੇ ਆਪਣਾ ਕੋਈ ਸਟੈਂਡ ਹੀ ਸਪਸ਼ਟ ਨਹੀਂ ਕਰ ਸਕੀ। ਮੈਂ ਕੈਪਟਨ ਅਮਰਿੰਦਰ ਸਿੰਘ ਹੁਣਾਂ ਦੇ ਸੰਦਰਭ 'ਚ ਗੱਲ ਕਰ ਰਿਹਾ, ਕਿਉਂਕਿ ਕਾਂਗਰਸ ਕਾਂਗਰਸ ਪਾਰਟੀ ਇਟ ਮੀਨਸ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਫੈਸਲਾ ਕਰਦਾ ਸੀ, ਉਹ ਨਹੀਂ ਕਰ ਸਕੇ। ਔਰ ਇਸ ਬਲਦੀ ਤੇ ਤੇਲ ਉੱਤੇ ਜਿਹੜੇ ਵਿਰੋਧੀ ਧਿਰ ਨੇ, ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਕਾਰਜਸ਼ੈਲੀ ਨੂੰ ਯਾਦ ਕਰਾ ਕੇ ਤੁਸੀਂ ਬਾਰਾਂ ਨਾਲੇ ਹੋਰ ਤੇਲ ਪਾਇਆ, ਅਤੇ ਕੈਪਟਨ ਅਮਰਿੰਦਰ ਦੀ ਜਿਹੜੀ ਸਥਿਤੀ ਆ ਉਹ ਤਰਸਯੋਗ ਬਣੀ ਆ, ਔਰ ਉਹਦੇ ਨਾਲ ਕਾਂਗਰਸ ਪਾਰਟੀ ਦੀ ਵੀ ਤਰਸਯੋਗ ਸਥਿਤੀ ਬਣੀ ਆ। ਪਰ ਮੈਂ ਆਪਣੇ ਉਸ ਸਵਾਲ ਵੱਲ ਆਉਣਾ ਜਿਹਦੇ ਵਿੱਚ ਤੁਸੀਂ ਮੈਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਗੱਲ ਕਰ ਰਹੇ ਜੀ। ਦੇਖੋ, ਇਹਨਾਂ ਨੇ ਇੰਨੀ ਗੱਲ ਕਹਿਤੀ, ਬਾਦਲ ਸਾਹਿਬ ਔਰ ਉਹਨਾਂ ਦਾ ਦਲਜੀਤ ਚੀਮਾ, ਜਿਹੜਾ ਮੂੰਹ ਹੀ ਅਕਸਰ ਵਿਰਾਸਤਾਂ ਤੱਕ ਪਾਟੇ ਜਾਂ ਵਿਰਸਾ ਸਿੰਘ ਵਲਟੋਏ ਵਰਗੇ ਜਿਹੜੇ ਉਹਨਾਂ ਦੇ ਸਪੋਕਸਮੈਨ ਨੇ, ਉਹ ਅਕਸਰ ਇਹ ਗੱਲਾਂ ਦੇ ਬੜੀ ਉਹ ਗੱਲ ਕਰਦੇ, ਜਦੋਂ ਰਿਪੋਰਟ ਆਈ ਸਾਡਾ ਕੀ ਦੋਸ਼ ਹੈ, ਉਹਨਾਂ ਦੀ ਜਿਹੜੀ ਲੈਂਗੁਏਜ ਹੁੰਦੀ ਨਾ, ਉਹ ਕੁਝ ਹੋਰ ਤਰ੍ਹਾਂ ਦੀ ਹੁੰਦੀ ਹੈ। ਕਹਿਣ ਦਾ ਅਰਥ ਹੈ ਕਿ ਇੰਨੀ ਗੱਲ ਕਹਿ ਕੇ ਸ਼੍ਰੋਮਣੀ ਅਕਾਲੀ ਦਲ
ਆਪਣੇ ਉਹਨਾਂ ਕੀਤਿਆਂ ਗੁਨਾਹਾਂ ਤੋਂ ਭੱਜ ਨਹੀਂ ਸਕਦਾ, ਆਪਣੀ ਉਹਨਾਂ ਜ਼ਿੰਮੇਵਾਰੀਆਂ ਤੋਂ ਮੁਨਕਰ ਨਹੀਂ ਹੋ ਸਕਦਾ, ਕਿਉਂਕਿ ਇਹ ਮਸਲੇ ਅਜੇ ਚੱਲ ਰਹੇ ਆ। ਅਜੇ ਚਲੋ ਮੰਨ ਲਿਆ ਕਿ ਹਾਈ ਕੋਰਟ ਨੇ ਇੱਕ ਸਿੱਟ ਦੀ ਰਿਪੋਰਟ ਰੱਦ ਕੀਤੀ, ਦੂਜੀ ਸਿੱਟ ਫਿਰ ਬਣ ਗਈ, ਅਜੇ ਲੋਕਾਂ ਦੀ ਕਚਹਿਰੀ 'ਚ ਆਉਣਾ ਪੈਣਾ। ਚਲੋ ਆਪਾਂ ਉਹ ਇਸ਼ੂ ਨਹੀਂ ਆ, ਆਪਾਂ ਕੇਵਲ ਰਾਸੀ ਸਥਿਤੀ ਦੀ ਗੱਲ ਕਰਦੇ ਹਾਂ। ਦੂਜੇ ਪਾਸੇ ਮੈਂ ਜਿਹੜੀ ਗੱਲ ਆਪਾਂ ਕੀਤੀ ਸੀ ਕਿ ਮੁੱਦੇ ਜਿਹੜੇ ਅਜੇ ਜਿਉਂ ਦੇ ਤਿਉਂ ਨੇ, ਤੇ ਵੱਡੀ ਗੱਲ ਆ ਕਿ ਅਕਾਲੀ ਦਲ ਨੂੰ ਜਿਹੜਾ ਖੋਰਾ ਲੱਗਾ, ਖੋਰਾ ਇਸ ਕਰਕੇ ਲੱਗਾ ਕਿ ਇਹ ਜਿਹੜੇ ਬੁੱਢੇ ਬਾਬੇ ਹੀ ਜਿਹੜੇ ਵੱਡੇ ਬਾਦਲ ਸਾਹਿਬ ਦੇ ਸਾਥੀ ਉਹ ਸਾਈਡ ਤੇ ਹੋ ਗਏ। ਦੂਜੇ ਪਾਸੇ ਗੁਰੂ ਗ੍ਰੰਥ ਸਾਹਿਬ ਦੀ ਸਥਿਤੀ ਜਿਹੜੀ ਆ ਉਹ ਦੋਸ਼ੀ ਅਜੇ ਵੀ ਲੋਕੀ ਉਹਨਾਂ ਨੂੰ ਉਸੇ ਤਰੀਕੇ ਨਾਲ ਸਮਝਦੇ ਆ। ਔਰ ਤੀਸਰੀ ਗੱਲ, ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਇੱਕ ਨਵੀਂ ਜਨਰੇਸ਼ਨ ਦਾ ਕਾਇਮ ਹੋਣਾ, ਐਂਟਰ ਕਰਨਾ, ਤੇ ਦੂਜੇ ਪਾਸੇ ਉਹਦੀ ਪੁਰਾਣੀ ਜਿਹੜੀ ਇੱਕ ਰੀੜ੍ਹ ਦੀ ਹੱਡੀ ਉਹਦੇ ਨਾਲ ਟੁੱਟਣਾ, ਔਰ ਉਹਦੇ ਉੱਤੇ ਸੁਖਬੀਰ ਬਾਦਲ ਦਾ ਕੰਟਰੋਲ ਨਾ ਰਹਿਣਾ, ਇਹ ਸਭ ਤੋਂ ਵੱਡਾ ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਘਾਟਾ ਪਏਗਾ। ਮਾਝੇ ਦੇ ਵਿੱਚ ਤੁਸੀਂ ਲਾ ਲਓ ਕਿ ਬਿਕਰਮ ਮਜੀਠੀਆ ਹੁਣੀ ਦਾ ਪੂਰਾ ਹੋਲਡ ਹੈਗਾ। ਹੁਣ ਮਾਝੇ ਦੇ ਵਿੱਚ ਜਿਹੜੀ ਸਥਿਤੀ ਹੈ ਉਹ ਇਸ ਤਰੀਕੇ ਦੀ ਹੈ ਕਿ ਬਿਕਰਮਜੀਤ ਹੁਣੀ ਮਜੀਠਾ ਉਹ ਸੁਖਜਿੰਦਰ ਰੰਧਾਵੇ ਦੇ ਸਾਹਮਣੇ ਖਲੋਣ ਨੂੰ ਡੇਰਾ ਬਾਬਾ ਨਾਨਕ ਹਲਕੇ ਤੋਂ ਚੋਣ ਲੜਨ ਦਾ ਮੂਡ ਬਣਾ ਰਹੇ ਆ। ਦੂਜੇ ਪਾਸੇ ਜਿਹੜਾ ਉਹਨਾਂ ਦਾ ਆਪਣਾ ਮਜੀਠੀਆ ਹਲਕਾ, ਉੱਥੇ ਜਿਹੜਾ ਬੀਬੀ ਹਰਸਿਮਰਤ ਕੌਰ ਬਾਦਲ ਆ ਰਹੀ ਹੈ। ਔਰ ਤੀਸਰੇ ਪਾਸੇ ਜੇਕਰ ਤੁਸੀਂ ਆਪਣੇ ਖੇਮਕਰਨ ਸੈਕਟਰ ਜਾਂ ਉੱਥੇ ਵੀ ਬਾਦਲ ਹੋਣਾ ਦਾ ਜਿਹੜਾ ਇਸ ਤਰ੍ਹਾਂ ਪਰਿਵਾਰਕ ਜਿਹੜਾ ਉਹ ਚੱਲਦਾ ਪਿਆ। ਕਹਿਣ ਦਾ ਅਰਥ ਹੈ ਕਿ ਇਹੋ ਜਿਹੀਆਂ ਸਥਿਤੀਆਂ ਦੇ ਵਿੱਚ ਇੱਕ ਪਰਿਵਾਰਵਾਦ ਦਾ ਇਲਜ਼ਾਮ ਤਾਂ ਲੱਗਦਾ ਰਿਹਾ, ਪਰ ਹੁਣ ਸਥਿਤੀ ਜਿਹੜੀ ਨਾ ਉਹ ਪਹਿਲਾਂ ਵਾਲੀ ਨਹੀਂ ਹੈਗੀ ਕਿ ਜਿੱਥੇ ਵੱਡੇ ਬਾਦਲ ਸਾਹਿਬ ਨੇ ਜੋ ਕਹਿ ਦਿੱਤਾ, ਪਿਓ ਪੁੱਤ ਜੋ ਕਹਿ ਦਿੰਦੇ ਸੀ, ਕਿਸੇ ਵਰਕਰ ਦੀ ਕਿਸੇ ਜਥੇਦਾਰ ਦੀ ਹਿੰਮਤ ਨਹੀਂ ਸੀ ਪੈਂਦੀ ਕਿ ਇਹਨਾਂ ਦਾ ਫੈਸਲਾ ਬਦਲਣ ਨੂੰ। ਪਰ ਹੁਣ ਉਹ ਸਥਿਤੀ ਨਹੀਂ ਹੈ। ਵੱਡੇ ਬਾਦਲ ਸਾਹਿਬ ਇੱਕ ਸਾਈਡ ਤੇ ਹੋ ਚੁੱਕੇ, ਹੁਣ ਸਮੁੱਚੀ ਕਮਾਨ ਜਿਹੜੀ ਆ ਸੁਖਬੀਰ ਦੇ ਹੱਥ ਹੈ। ਔਰ ਸੁਖਬੀਰ ਬਾਦਲ ਉਹਨੇ ਵਧੀਆ ਤਰੀਕੇ ਨਾਲ ਪਾਰਟੀ ਨੂੰ ਹੈਂਡਲ ਨਹੀਂ ਕਰ ਪਾ ਰਹੇ ਜਿਸ ਤਰੀਕੇ ਨਾਲ ਕਰਨੀ ਚਾਹੀਦੀ ਹੈ, ਕਿਉਂਕਿ ਉਹਨਾਂ ਵੱਲੋਂ 2-3 ਸਟੇਟਮੈਂਟ ਜਿਸ ਤਰ੍ਹਾਂ ਪਿਛਲੇ ਦੌਰਾਂ 'ਚ ਆਈਆਂ, ਇੱਕ ਬੜਾ ਪੈਟ ਡਾਇਲਾਗ ਹੈ, ਮੈਂ ਮਾਨਹਾਨੀ ਦਾ ਦਾਅਵਾ ਕਰੂੰਗਾ, ਮਾਨਹਾਨੀ ਦਾ ਦਾਅਵਾ ਕਰੂੰਗਾ। ਕਰਦੇ ਜੇ ਕਰਦਾ ਤੇ ਡੱਕਿਆ ਕਿੰਨੇ, ਕਹਿ ਦੇਣਾ ਪਰ ਕਰਦਾ ਨਹੀਂ। ਇਹੋ ਜਿਹੀ ਜਿਹੜੀ ਬਿਆਨਬਾਜ਼ੀ ਆ, ਇਹ ਵੀ ਤੁਹਾਡੀ ਸ਼ਖਸੀਅਤ ਨੂੰ ਜਿਹੜਾ ਨਾ ਉਹ ਥੱਲੇ ਕਰਦੇ ਨੇ, ਜਿਹੜੀ ਉਹਨਾਂ ਦੀ ਮੈਚੁਰਿਟੀ ਨੂੰ ਸ਼ੋ ਨਹੀਂ ਕਰਦੇ। ਸੋ ਅਜਿਹੀਆਂ ਸਥਿਤੀਆਂ ਨੇ ਸ਼੍ਰੋਮਣੀ ਅਕਾਲੀ ਦਲ ਵਾਸਤੇ ਇੰਨਾ ਸੌਖਾ ਨਹੀਂ ਆ, ਕਿਉਂਕਿ ਦੂਸਰੇ ਬੰਨੇ ਹੋਰ ਕੀ ਆ ਕਿ ਜਿਹੜੀ ਭਾਜਪਾ ਆ ਉਹਦੇ ਨਾਲੋਂ ਉਹਨਾਂ ਨੇ ਤੋੜ ਵਿਛੋੜਾ ਕਰ ਚੁੱਕੀ ਹੈ। ਅੱਗੇ ਭਾਜਪਾ ਦੇ ਨਾਲ ਸ਼ਹਿਰੀ ਹਲਕਿਆਂ 'ਚ ਉਹਨਾਂ ਦਾ ਵੋਟਰ ਦਾ ਆਧਾਰ ਹੁੰਦਾ ਸੀ, ਕਿਉਂਕਿ ਸ਼ਹਿਰੀ ਜਿਹੜਾ ਹਿੰਦੂ ਵੋਟਰ ਸੀ ਉਹ ਭਾਜਪਾ ਵੱਲ ਚੁੱਕਦਾ ਸੀ, ਪਿੰਡਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਆਪਣੀ ਹੋਂਦ ਸੀ। ਪਰ ਹੁਣ ਜਿਹੜੀਆਂ ਸਥਿਤੀਆਂ ਨੇ ਉਹ ਅਲੱਗ ਨੇ। ਕੱਲ੍ਹ ਸੁਖਬੀਰ ਬਾਦਲ ਹੋਣਾ ਨੇ ਇੱਕ ਸਟੇਟਮੈਂਟ ਬਿਆਨ ਜਾਰੀ ਕੀਤਾ ਕਿ ਕਿਸੇ ਵੀ ਸੂਰਤ 'ਚ ਮੰਨ ਲਓ ਕਿਸਾਨਾਂ ਦਾ ਕੇਂਦਰ ਸਰਕਾਰ ਨਾਲ ਸਮਝੌਤਾ ਹੋ ਵੀ ਜਾਂਦਾ, ਪਰ ਅਸੀਂ ਭਾਜਪਾ ਨਾਲ ਸਮਝੌਤਾ ਨਹੀਂ ਕਰਾਂਗੇ। ਹੁਣ ਅਜਿਹੀਆਂ ਸਥਿਤੀਆਂ ਦੇ ਵਿੱਚ ਜਿਹੜੇ ਭਾਜਪਾ ਉਹ ਵੀ ਇਹ ਚਾਹੁੰਦੀ ਆ ਕਿ ਇਸ ਸਥਿਤੀ 'ਚ ਇੱਕ ਵਾਰੀ ਅਸੀਂ ਆਪਣੇ ਪਰ ਤੇ ਤੋਲੀ ਕਿ ਅਸੀਂ ਕਿੱਥੋਂ ਤੱਕ ਖਲੋਤੇ ਹਾਂ। ਉਹ ਜਿਹੜੀ ਸਥਿਤੀ ਹੈ ਪਰ ਤੋਲਣ ਵਾਲੀ, ਹੁਣ ਭਾਜਪਾ ਅਲੱਗ ਆ, ਸ਼੍ਰੋਮਣੀ ਅਕਾਲੀ ਦਲ ਆਗਾ, ਤੇ ਇਸ ਵਕਤ ਇਹਨਾਂ ਦੇ ਵੀ ਭਰਮ ਭੁਲੇਖੇ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਨੇ ਉਹ ਵੀ ਦੂਰ ਹੋ ਜਾਣਗੇ ਕਿ ਜਿਸ ਤਰੀਕੇ ਨਾਲ ਹਮੇਸ਼ਾ ਇੱਕ ਸਲੋਗਨ ਹੀ ਦਿੰਦੇ ਰਹੇ ਕਿ ਹਿੰਦੂ ਸਿੱਖ ਏਕਤਾ ਦੇ ਮਦਈ ਜਿਹੜੀ ਆ ਅਸੀਂ ਚੱਲਦੇ ਰਹੇ ਹਾਂ, ਤੇ ਕੀ ਜਾਂ ਹੁਣ ਜਿਹੜੇ ਉਹਨਾਂ ਨੇ BN ਸ਼ਰਮਾ ਜਾਂ ਇਹੋ ਜਿਹੇ ਜਿਹੜੇ ਹਿੰਦੂਆਂ ਨੂੰ ਵਿੱਚ ਪਵਨ ਟੀਨੂ ਕੁਮਾਰ ਨੂੰ ਵਿੱਚ ਦੇ ਕੇ ਸਥਿਤੀ ਆਪਣੀ ਪਾਰਟੀ ਨੂੰ ਇੱਕ ਨਵੀਂ ਦਿੱਖ ਦੇਣ ਦਾ ਯਤਨ ਕੀਤਾ, ਇਸ ਨਵੀਂ ਦਿੱਖ 'ਚ ਉਹ ਕਿੱਥੋਂ ਤੱਕ ਸਫਲ ਹੁੰਦੇ ਆ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਪਰ ਸ਼੍ਰੋਮਣੀ ਅਕਾਲੀ ਦਲ ਵਾਸਤੇ ਜਿਹੜੀ ਗੱਲ ਤੁਸੀਂ ਮੈਨੂੰ ਪ੍ਰਸ਼ਨ ਕੀਤਾ, ਸਥਿਤੀ ਜਿਹੜੀ ਆ ਉਹ ਉਸੇ ਤਰ੍ਹਾਂ ਹੀ ਹੈ ਜਿਹੜੀ 2017 ਵਾਲੀ ਹੈ, ਕਿਉਂਕਿ ਅਜੇ ਉਹ ਮੁੱਦੇ ਜਿੰਦੇ ਨੇ। ਲੋਕਾਂ ਨੇ ਇਸ ਗੱਲ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਮਾਫ ਕੀਤਾ ਜਾ ਸਕਦਾ ਕਿ ਤੂੰ ਫੜ ਕੇ ਦੋਸ਼ੀ ਨੂੰ ਅੰਦਰ ਨਹੀਂ ਕੀਤਾ, ਕੱਲ ਨੂੰ ਕੈਪਟਨ ਹੋਰ ਕੋਈ ਇਹਦਾ ਤਾਂ ਕਰ ਸਕਦਾ, ਪਰ ਇਸ ਮੁੱਦੇ ਦਾ ਕੋਈ ਵਿੱਚ ਇਲਜ਼ਾਮ 2017 ਦੇ ਵਿੱਚ ਜਿਹੜੇ ਇਲਜ਼ਾਮ ਸੀਗੇ ਪਰ ਜਿਹੜਾ ਕਿਸਾਨਾਂ ਵਾਲੇ ਮੁੱਦੇ ਤੇ 370 ਵਾਲੇ ਮੁੱਦੇ ਤੇ ਜੋ ਅਕਾਲੀ ਦਲ ਤੇ ਇਲਜ਼ਾਮ ਲੱਗੇ ਕਿ ਅੰਦਰ ਵੋਟਾਂ ਪਾਤੀਆਂ ਬਾਹਰ ਆ ਕੇ ਮੁੱਕਰ ਗਏ, ਉਹ 2 ਇਲਜ਼ਾਮ ਜਿਹੜੇ ਜਾਂ ਹੋਰ ਇਹੋ ਜਿਹੇ ਕਈ ਇਲਜ਼ਾਮ ਹੋਰ ਐਡ ਹੋ ਗਏ ਅਕਾਲੀ ਦਲ ਦੇ ਉੱਪਰ ਜਿਹੜੇ ਕਿ ਹੋਰ ਨੁਕਸਾਨ ਕਰ ਸਕਦੇ। ਬਿਲਕੁਲ ਇਹ ਮੁੱਦੇ ਜਿਹੇ ਮੁੱਦੇ ਨੇ, ਇਹ ਜਿਹੇ ਇਲਜ਼ਾਮ ਨੇ ਜਿੱਥੋਂ ਅਕਾਲੀ ਦਲ ਕਿਸ ਤਰੀਕੇ ਨਾਲ ਆਪਣੇ ਆਪ ਨੂੰ ਸੱਚਾ ਸੁੱਧ ਕਰ ਸਕਦਾ। ਤੁਸੀਂ ਚਲੋ ਉਸ ਮੁੱਦੇ ਉਹ ਰਾਸ਼ਟਰੀ ਪੱਧਰ ਦੀ ਸਿਆਸਤ ਦੇ ਨਾਲ ਸੰਬੰਧਿਤ ਨੇ, ਆਪਾਂ ਉਸ ਗੱਲ ਨੂੰ ਛੱਡ ਦਈਏ। ਮੈਂ ਕਹਿਣ ਲੱਗਾ ਕਿ ਅਜੇ ਤੱਕ ਵੇਖੋ ਕੈਪਟਨ ਅਮਰਿੰਦਰ ਤੇ ਤਾਂ ਕੇਵਲ ਕਾਂਗਰਸ ਤੇ ਇਹ ਇਲਜ਼ਾਮ ਲੱਗਦਾ ਕਿ ਇਹਨੇ ਫੜ ਕੇ ਦੋਸ਼ੀ ਨੂੰ ਅੰਦਰ ਨਹੀਂ ਕੀਤਾ। ਅਜੇ ਤੇ ਉਹ ਮੁੱਦੇ ਜਿੰਦੇ ਆ ਨਾ ਕਿ ਬਾਬੇ ਨੂੰ ਮਾਫੀ ਕਿਉਂ ਦਿੱਤੀ ਗਈ, ਬਾਬੇ ਨੂੰ ਮਾਫੀ ਕਿਉਂ ਦਵਾਈ, ਬਾਬੇ ਨੂੰ ਸੱਦਿਆ ਕਿ ਤਾਂ ਦਿੱਲੀ ਉੱਥੇ ਜਥੇਦਾਰ ਅਕਾਲ ਤਖਤ ਦੇ ਜਥੇਦਾਰਾਂ ਨੂੰ ਸੱਦਿਆ ਕਿਉਂ ਉੱਥੇ ਸਰਕਾਰੀ ਕੋਠੀ ਦੇ ਵਿੱਚ। ਨੰਬਰ 2 ਗੋਲੀ ਚੱਲੀ ਆ, ਗੋਲੀ 'ਚ ਬੰਦੇ ਮਰੇ ਨੇ, ਉਹ ਮੁੱਦੇ ਖਤਮ ਨਹੀਂ ਨਾ ਹੋ ਗਏ।
ਕੈਪਟਨ ਅਮਰਿੰਦਰ ਤੇ ਇਹ ਇਲਜ਼ਾਮ ਲੱਗਦਾ ਨਾ ਕਿ ਇਹਨੇ ਫੜ ਕੇ ਦੋਸ਼ੀ ਨੂੰ ਅੰਦਰ ਨਹੀਂ ਕੀਤਾ, ਪਰ ਜਿਹੜੇ ਦੂਜੇ ਬੰਨੇ ਨੇ ਉਹਨਾਂ ਤੇ ਇਲਜ਼ਾਮ ਲੋਕਾਂ ਨੇ ਤੇ ਉਹ ਗੱਲ ਕਹਿਣੀ ਕਿ ਜੋ ਲੋਕਾਂ ਦੇ ਜ਼ਿਹਨ 'ਚ ਹੈ। ਸੋ ਕਹਿਣ ਦਾ ਅਰਥ ਹੈ, ਮੈਂ ਆਪਣੀ ਗੱਲ ਨੂੰ ਮੁਕਤੀ ਕਰਾਂ ਕਿ ਇਹ ਸਾਰੀਆਂ ਸਥਿਤੀਆਂ ਦੇ ਵਿੱਚ ਜਿਹੜੀ ਭਾਜਪਾ ਦਾ ਸ਼੍ਰੋਮਣੀ ਅਕਾਲੀ ਦਲ ਟੁੱਟਣਾ ਔਰ ਸ਼੍ਰੋਮਣੀ ਅਕਾਲੀ ਦਲ ਦਾ ਹੁਣ ਕੇਵਲ ਔਰ ਕੇਵਲ ਪੇਂਡੂ ਵੋਟ ਦੇ ਆਧਾਰ ਤੇ ਮੈਦਾਨ ਦੇ ਵਿੱਚ ਆਉਣਾ, ਪਰ ਇਹਦੇ ਨਾਲ ਹੀ ਨਾਲ ਕਿਸਾਨਾਂ ਦਾ ਉਸ ਨਾਲੋਂ ਟੁੱਟ ਜਾਣਾ ਤੇ ਪੰਥਕ ਹਲਕਿਆਂ ਵਿੱਚ ਬੈਕਫੁੱਟ ਤੇ ਜਾਣਾ ਸ਼੍ਰੋਮਣੀ ਅਕਾਲੀ ਦਲ ਵਾਸਤੇ ਇੱਕ ਖਤਰੇ ਦੀ ਘੰਟੀ ਆ। ਔਰ ਇਹ ਵੀ ਜਿਹੜੀ ਸਥਿਤੀ ਆ, ਮੈਨੂੰ ਨਹੀਂ ਲੱਗਦਾ ਕਿ ਜੇ ਸ਼੍ਰੋਮਣੀ ਅਕਾਲੀ ਦਲ ਆਪਣੀ 2017 ਵਾਲੀ ਸਥਿਤੀ ਨੂੰ ਦੁਬਾਰਾ ਸੁਧਾਰ ਸਕੇ, ਇਹ ਸਥਿਤੀ ਇੱਥੇ ਕੀ ਰਹੂਗੀ। ਇਹ ਸਥਿਤੀ ਜਿਸ ਤਰ੍ਹਾਂ ਆਪਾਂ 40 ਦੀ ਗੱਲ ਕੀਤੀ ਹੈ, ਇਹ 18 ਸੀ, 18 ਤੋਂ ਵੱਧ 20 ਜਾਂ 22 ਹੋ ਸਕਦੀ ਨੇ ਕੁਝ ਹਲਕਿਆਂ ਦੇ ਵਿੱਚ ਕੈਂਡੀਡੇਟ ਬਦਲ ਕੇ ਜਾਂ ਨਵੇਂ ਪ੍ਰਤੀਕਰਮ 'ਚ। ਬਾਕੀ ਜੇ ਤੁਸੀਂ ਕਹੋ ਕਿ ਪਿਛਲੇ ਵਾਂਗੂ ਹੁੰਝਾ ਫੇਰ ਕੇ ਜਿੱਤ ਕਰਕੇ ਦੁਬਾਰਾ ਸਰਕਾਰ ਬਣਾ ਜਾਣਗੇ, ਤਾਂ ਸ਼੍ਰੋਮਣੀ ਅਕਾਲੀ ਦਲ ਇਸ ਗੱਲ ਨੂੰ ਸੁਪਨੇ 'ਚ ਵੀ ਨਾ ਲਵੇ ਕਿ ਜਿਹੜੀ 2022 ਦੀ ਆ ਸਰਕਾਰ ਉਹਨਾਂ ਦੀ ਹੋਵੇਗੀ। ਕਦੇ ਵੀ ਨਹੀਂ ਹੋ ਸਕਦਾ, ਕਿਉਂਕਿ ਸਥਿਤੀਆਂ ਜਿਹੜੀਆਂ ਨੇ ਹੁਣ ਅੱਗੇ ਨਾਲੋਂ ਵੀ ਜ਼ਿਆਦਾ ਗੰਭੀਰ ਨੇ। ਕਿਸਾਨ ਮੋਰਚੇ ਨੇ, ਕਿਸਾਨ ਮੋਰਚਾ ਜਿਹੜਾ ਸੀ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਦੀ ਰੀੜ ਦੀ ਹੱਡੀ ਰਿਹਾ ਕਿਸਾਨ ਜਿਹੜੇ ਨੇ, ਤੇ ਜਦੋਂ ਤੁਸੀਂ ਉਹਨਾਂ ਨੂੰ ਅਨਾਇਡ ਕਰ ਲਿਆ ਤਾਂ ਫਿਰ ਕਿਸ ਤਰੀਕੇ ਨਾਲ ਤੁਸੀਂ ਪੰਜਾਬ ਦੇ ਲੋਕਾਂ ਦੀ ਕਚਹਿਰੀ ਵਿੱਚ ਜਾਓਗੇ। ਸੋ ਸਥਿਤੀ ਜਿਹੜੀ ਆ ਉਹ ਵੀ ਜਿਹੜੀ ਬੜੀ ਡਾਮਾਡੋਲ ਹੈ ਜੀ। ਤਾਂ ਅਕਾਲੀ ਦਲ ਦੀ ਗੱਲ ਕਰ ਲਈ, ਕਾਂਗਰਸ ਦੀ ਗੱਲ ਕਰ ਲਈ, ਹੁਣ ਤੀਜੀ ਜਿਹੜੀ ਵੱਡੀ ਤੇ ਆਖਰੀ ਧਿਰ ਹੈ ਉਹ ਆਮ ਆਦਮੀ ਪਾਰਟੀ ਹੈ। 40 ਸੀਟਾਂ ਦੀ ਸਥਿਤੀ ਅੱਜ ਦੀ ਜਿਹੜੀ ਹੈ ਉਹ ਆਪਾਂ ਕਾਂਗਰਸ ਦੀ ਕਹਿਤੀ, ਜਿਉਂ ਦੀ ਤਿਉਂ ਜਿਹੜੀ ਸਥਿਤੀ ਬਣੀ ਹੋਈ ਹੈ ਉਹ ਆਪਾਂ ਅਕਾਲੀ ਦਲ ਦੀ ਕਹਿਤੀ। ਤਾਂ ਫਿਰ ਆਮ ਆਦਮੀ ਪਾਰਟੀ ਕਿੱਥੇ ਖੜੀ ਹੈ। ਆਮ ਆਦਮੀ ਪਾਰਟੀ ਜਿਹੜੀ ਪਿਛਲੇ ਸਾਲ ਦੇ ਵਿੱਚ 100 ਸੀਟਾਂ ਦੇ ਦਾਅਵੇ ਕਰਨ ਵਾਲੀ 20-22 ਸੀਟਾਂ ਤੇ ਰਹਿ ਗਈ, ਤਾਂ ਫਿਰ ਐਤਕੀ ਉਹਨਾਂ ਦੇ ਜਿਹੜੇ MLA ਆ ਉਹ ਅੱਧੇ ਟੁੱਟ ਵੀ ਗਏ ਉਹਨਾਂ ਦੇ ਵਿੱਚੋਂ। ਕੀ ਲੱਗਦਾ ਕਿ ਉਸ ਚੀਜ਼ ਦਾ ਵੀ ਨੁਕਸਾਨ ਹੋਊਗਾ? ਆਮ ਆਦਮੀ ਪਾਰਟੀ ਦੇ ਵਿੱਚ ਜਿਹੜੀ ਫੁੱਟ ਪਈ ਹੋਈ ਸੀ ਉਹ ਉਸ ਚੀਜ਼ ਨੂੰ ਸੰਭਾਲ ਪਾਊਗੀ? ਕਿੱਥੇ ਜੇ ਖੜੀ ਆਮ ਆਦਮੀ ਪਾਰਟੀ? ਆਮ ਆਦਮੀ ਪਾਰਟੀ ਜਿਹੜੀ ਨਾ ਕੇਵਲ ਦਿੱਲੀ 'ਚ ਖੜੀ ਹੈ, ਦਿੱਲੀ 'ਚ ਖੜੀ ਹੈ, ਪੰਜਾਬ 'ਚ ਖੜੀ ਖੁੜੀ ਵਾਲੀ ਕੋਈ ਗੱਲ ਨਹੀਂ। ਵੇਖਣ ਨੂੰ ਸੁਪਨੇ ਲੈ ਰਹੇ ਜਾਂ ਟੀਵੀ ਦੇ ਜਿਹੜੇ ਉਹਨਾਂ ਦੇ ਹੈਗੇ ਨੇ, ਉਹ ਜਿਹੜੇ ਆਪਾਂ ਕੀ ਕਹਿੰਦੇ ਆ, ਜਿਹੜੇ ਉਹ ਕਰਾਉਂਦੇ ਨੇ ਸਰਵੇ ਜਿਹੜੇ ਨੇ, ਉਹ ਬੇਸ਼ੱਕ ਪਿਛਲੇ ਸਰਵਿਆਂ ਦੇ ਵਿੱਚ ਇਹਨਾਂ ਨੂੰ ਬੜਾ ਕੁਝ ਕਹਿ ਦਿੱਤਾ ਸੀ ਕਿ ਸਰਕਾਰ ਬਣਾਉਣੀ, ਪਰ ਇਹੋ ਜਿਹੀ ਸਥਿਤੀ ਆਮ ਆਦਮੀ ਪਾਰਟੀ ਵੀ ਇਹ ਸਥਿਤੀ ਭੁੱਲ ਜਾਏ ਕਿ ਪੰਜਾਬ 'ਚ ਉਹਨਾਂ ਦੀ ਸਰਕਾਰ ਬਣੂਗੀ। ਜਦੋਂ ਇੱਕ ਵਾਰੀ ਹਨੇਰੀ ਝੁੱਲੀ 2017 ਦੇ ਵਿੱਚ, ਇੱਕ ਹਨੇਰੀ ਝੁੱਲੀ ਸੀ ਆਮ ਆਦਮੀ ਪਾਰਟੀ ਦੀ, ਔਰ ਲੱਗਦਾ ਸੀ ਕਿ ਸਵੇਰੇ ਸਰਕਾਰ ਜਿਹੜੀ ਬਣ ਜਾਣੀ, ਤੇ ਇਹ ਕੇਵਲ 22 ਸੀਟਾਂ ਤੇ ਇਹ ਸਿਮਟ ਕੇ ਰਹਿ ਗਈ। 22 ਸੀਟਾਂ ਤੇ ਸਿਮਟਣ ਦਾ ਕਾਰਨ ਇਹੋ ਸੀ, ਇਸ ਪਾਰਟੀ ਦੀ ਇੱਕ ਸਮੱਸਿਆ ਆ ਕਿਉਂਕਿ ਇਹਦੇ ਵਿੱਚ ਜਿੰਨੇ ਵੀ ਇਹਨਾਂ ਸਾਰੇ ਪ੍ਰਧਾਨ ਨੇ, ਆਮ ਆਦਮੀ ਪਾਰਟੀ ਦੀ ਇੱਕ ਪ੍ਰੋਬਲਮ ਆ ਕਿ ਜਿੰਨੇ ਵੀ ਇਹਨਾਂ ਦੇ ਵਿੱਚ ਵਿਧਾਇਕ ਨੇ ਜਾਂ ਜਿਹੜੇ ਵਰਕਰ ਨੇ ਜਾਂ ਕੋਈ ਨੇਤਾ ਨੇ, ਉਹ ਸਾਰੇ ਆਪਣੇ ਆਪ ਨੂੰ ਮੁੱਖ ਮੰਤਰੀ ਦੇ ਰੂਪ ਤੋਂ ਘੱਟ ਸਮਝਦੇ ਹੀ ਨਹੀਂ, ਜਿਹੜਾ ਇਸ ਪਾਰਟੀ ਦਾ ਮੇਨ ਕ੍ਰਾਈਸਿਸ ਆ। ਔਰ ਆਪਣੇ ਆਪ ਨੂੰ ਮੁੱਖ ਮੰਤਰੀ ਦੇ ਰੂਪ 'ਚ ਪੇਸ਼ ਕਰਨਾ ਹੀ ਇਸ ਪਾਰਟੀ ਦਾ ਪੰਜਾਬ ਦੀ ਸੱਤਾ ਤੋਂ ਲਾਗੇ ਜਾ ਕੇ ਵੀ ਵਿਛੜ ਜਾਣਾ ਇਹੋ ਕਾਰਨ ਆ। ਇਸ ਵੇਲੇ ਜਿਹੜੀ ਪੰਜਾਬ ਆਮ ਆਦਮੀ ਪਾਰਟੀ ਦੀ ਜਿਹੜੀ ਕਮਾਂਡ ਆ ਉਹ ਭਗਵੰਤ ਮਾਨ ਦੇ ਹੱਥ ਹੈ ਪੰਜਾਬ ਦੇ ਵਿੱਚ। ਭਗਵੰਤ ਮਾਨ ਬਹੁਤ ਵਧੀਆ ਬੁਲਾਰਾ ਹੋ ਸਕਦਾ, ਲੋਕ ਸਭਾ ਦੇ ਵਿੱਚ ਉਹ ਆਪਣੀ ਆਵਾਜ਼ ਉਠਾਉਂਦਾ, ਪੰਜਾਬ ਦੇ ਮਸਲਿਆਂ ਨੂੰ ਉਠਾ ਸਕਦਾ, ਪਰ ਜਨਰਲੀ ਨਿਰਪੱਖ ਤੌਰ ਤੇ ਸਿੱਧੂ ਸਾਹਿਬ ਅਸੀਂ ਗੱਲ ਕਰੀਏ ਕਿ ਭਗਵੰਤ ਮਾਨ ਮੁੱਖ ਮੰਤਰੀ ਦਾ ਚਿਹਰਾ ਹੋ ਸਕਦਾ? ਮੇਰੇ ਖਿਆਲ ਅਨੁਸਾਰ ਜਿਹੜਾ ਨਹੀਂ ਹੋ ਸਕਦਾ। ਮੈਂ ਮਤਲਬ ਉਹਦੀ ਨਿੱਜੀ ਸ਼ਖਸੀਅਤ ਦੇ ਆਧਾਰ ਤੇ ਉਹਦਾ ਵਿਰੋਧ ਨਹੀਂ ਕਰ ਰਿਹਾ, ਮੈਂ ਜਨਰਲੀ ਗੱਲ ਕਰ ਰਿਹਾ। ਕਿਉਂਕਿ ਉਹਦਾ ਕਿਉਂ ਨਹੀਂ ਹੋ ਸਕਦਾ? ਕਿਉਂਕਿ ਬੜੇ ਮੁੱਦੇ ਅਜਿਹੇ ਨੇ ਜਿੱਥੇ ਮੁੱਦਿਆਂ ਦੇ ਇੱਕ ਤੁਹਾਡੀ ਦਿੱਖ ਜਿਹੜੀ ਆ ਉਹ ਉਹੋ ਜਿਹੀ ਹੋਣੀ ਚਾਹੀਦੀ, ਜਿਹੜੀ ਉਹ ਦਿੱਖ ਉਹਨਾਂ ਕੋਲ ਨਹੀਂ ਹੈਗੀ। ਔਰ ਦੂਜੇ ਪਾਸੇ ਇਹ ਕ੍ਰਾਈਸਿਸ ਜਿਹੜਾ ਆਮ ਆਦਮੀ ਪਾਰਟੀ ਦਾ ਇਸ ਭੁਲੇਖੇ 'ਚ ਕਿ ਅਸੀਂ ਆਮ ਆਦਮੀ ਪਾਰਟੀ ਦੀ ਗੱਲ ਕਰਦੇ, ਆਮ ਆਦਮੀ ਪਾਰਟੀ ਦੀ ਗੱਲ ਕਰਦੇ, ਅਸੀਂ ਦਿੱਲੀ 'ਚ ਫਲਾਨ ਕਰ ਲਿਆ, ਦਿੱਲੀ 'ਚ ਉਹ ਕਰ ਲਿਆ। ਦਿੱਲੀ ਦੀ ਸਿਆਸਤ ਤੇ ਪੰਜਾਬ ਦੀ ਸਿਆਸਤ 'ਚ ਦਿਨ ਰਾਤ ਦਾ ਫਰਕ ਹੈ। ਇੱਥੇ ਦਿੱਲੀ ਵਰਗੇ ਲੋਕ ਨਹੀਂ ਆ, ਇੱਥੇ ਲੋਕ ਜਿਹੜੇ ਨੇ ਕਿਸੇ ਵੀ ਮੁੱਦੇ ਦੇ ਜਿਸ ਤਰ੍ਹਾਂ ਮਰਜ਼ੀ ਪੜ੍ਹੇ ਲਿਖੇ ਹੁਣ, ਸਿਆਣੇ ਹੁਣ, ਜਦੋਂ ਗੱਲ ਧਾਰਮਿਕ ਮੁੱਦਿਆਂ ਦੀ ਆਉਂਦੀ ਲੋਕਾਂ ਨੇ ਉੱਥੇ ਜੁੜ ਜਾਣਾ। ਆਮ ਆਦਮੀ ਪਾਰਟੀ ਦੇ 22 ਵਿਧਾਇਕ ਸਨ ਜਦੋਂ ਆ 2017 'ਚ, ਔਰ 22 ਦੇ 22 ਆਪਸ 'ਚ ਨਿਕਲ ਕੇ ਇਸ ਵੇਲੇ 10 ਰਹਿ ਗਏ ਨੇ। ਉਹਦੇ ਤੇ ਇਲਜ਼ਾਮ ਲਾਉਂਦਾ 4 MP ਸੀ ਇਹਨਾਂ ਦੇ ਇੱਕ ਸਮੇਂ, ਹੁਣ MP ਕੇਵਲ ਇੱਕ ਰਹਿ ਗਿਆ। ਇਸ ਦਾ ਕੀ ਕਾਰਨ? ਇਸ ਦਾ ਕਾਰਨ ਇਹੋ ਹੀ ਆ ਕਿ ਇਹਨਾਂ ਦੀ ਆਪਣਾ ਪਾਰਟੀ ਤੇ ਕੰਟਰੋਲ ਜਿਹੜਾ ਨਹੀਂ ਹੈ। ਜਦੋਂ ਇੱਕ ਸਮਾਂ ਇੱਦਾਂ ਦਾ ਚੱਲਿਆ, ਨਵਜੋਤ ਸਿੱਧੂ ਜਾਂ ਪ੍ਰਗਟ ਸਿੰਘ ਹੁਣਾਂ ਦੀ ਵੀ ਗੱਲ ਚੱਲੀ, ਮਨਪ੍ਰੀਤ ਬਾਦਲ ਦੀ ਵੀ ਗੱਲ ਚੱਲੀ ਕਿ ਇਹ ਆਮ ਆਦਮੀ ਪਾਰਟੀ ਨੂੰ ਜੁਆਇਨ ਕਰ ਸਕਦੇ ਆ, ਪਰ ਪਤਾ ਨਿੱਜੀ ਮੁਫਾਦ ਕਾਰਨ ਜਿਹੜਾ ਉਸ ਵਕਤ ਆਮ ਆਦਮੀ ਦੀ ਪਾਰਟੀ ਦੀ ਟੀਮ ਸੀ ਉਹ ਇਹਨਾਂ ਨੂੰ ਚਿਹਰਾ ਬਣਾਉਣ ਦੇ ਵਿੱਚ ਹੀ ਸਹਿਮਤ ਨਹੀਂ ਸੀ, ਜਿਸ ਕਰਕੇ ਉਹ ਪਾਰਟੀ ਬੈਕਫੁੱਟ ਤੇ ਚਲੇ ਗਈ। ਹੁਣ 8 ਮਹੀਨੇ ਰਹਿ ਗਏ ਨੇ, 8 ਮਹੀਨਿਆਂ ਦੇ ਵਿੱਚ ਵੇਖੋ ਕਿ ਕਿਹੜਾ ਬੰਦਾ
ਕਿਹੜਾ ਚਿਹਰਾ ਜਿਹੜਾ ਆ ਆਮ ਆਦਮੀ ਪਾਰਟੀ ਕੋਲ ਹੈਗਾ ਜਿਹਦੇ ਸਿਰ ਤੇ ਉਹ ਪੰਜਾਬ ਦੇ ਵਿੱਚ ਚੋਣਾਂ ਲੜ ਸਕਦੀਆਂ ਨੇ। ਜਿਸ ਤਰ੍ਹਾਂ ਇਹ ਕਹਿੰਦੇ ਨੇ ਕਿ ਅਸੀਂ ਬਾਅਦ 'ਚ ਕਰ ਲਾਂਗੇ, ਬਾਅਦ 'ਚ ਸਿੱਧੂ ਸਾਹਿਬ ਨਹੀਂ ਹੁੰਦਾ। ਪਾਰਟੀ ਦੀ ਕਮਾਂਡ ਅਗਰ ਭਗਵੰਤ ਮਾਨ ਨੇ ਪਿਛਲੀ ਵਾਰੀ ਲੜ ਕੇ ਵੇਖ ਹੀ ਲਿਆ ਕਿਸ ਤਰੀਕੇ ਨਾਲ ਉਹਨਾਂ ਨੇ ਜ਼ੋਰ ਲਾਇਆ, ਪੂਰਨ ਤੌਰ ਤੇ ਬੜੀ ਸਖਤ ਮਿਹਨਤ ਕੀਤੀ, ਸਖਤ ਮਿਹਨਤ ਦਾ ਸਿੱਟਾ ਕੀ ਨਿਕਲਿਆ? 22 ਸੀਟਾਂ। ਔਰ 22 ਸੀਟ ਜਦੋਂ ਕਿ ਜਿੰਨੇ ਵੀ ਸਰਵੇ ਸਨ ਉਹ ਸਾਰੇ ਇਹ ਕਹਿ ਰਹੇ ਸਨ ਕਿ ਇੱਕ ਜਿਹੜੀ ਸਰਕਾਰ ਆ ਉਹ ਇਹਦੀ ਬਣੂਗੀ। ਉਸ ਦਾ ਕਾਰਨ ਇਹ ਸੀ ਕਿ ਇਹਨਾਂ ਦੇ ਜਿੰਨੇ ਵੀ ਕੈਂਡੀਡੇਟ ਸੀ ਉਹ ਸਾਰੇ ਆਪਣੇ ਆਪ ਨੂੰ ਭਵਿੱਖ ਦਾ ਮੁੱਖ ਮੰਤਰੀ ਦੇ ਰੂਪ ਦੇ ਵਿੱਚ ਹੀ ਵੇਖਦੇ ਰਹੇ, ਜਿਸ ਕਾਰਨ ਉਦੋਂ ਤੋਂ ਦੂਰ ਚਲੇ ਗਏ। ਤੇ ਅੱਜ ਦੀ ਤਾਰੀਖ 'ਚ ਵੀ ਦੁੱਖਾਂ ਤੇ ਇਹੋ ਹੀ ਆ ਕਿ ਕੋਈ ਵੀ ਜਿਹੜਾ ਬੰਦਾ ਕੈਬਨਿਟ ਮੰਤਰੀ ਤੋਂ ਘੱਟ ਇਹਨਾਂ ਦਾ ਸੋਚਦਾ ਨਹੀਂ ਹੈ। ਕਈ ਵਾਰੀ ਇਹਨਾਂ ਦੀਆਂ ਗੱਲਾਂ ਬਾਤਾਂ ਹੁੰਦੀਆਂ। ਬਟਾਲੇ 'ਚ ਚੋਣ ਹੋਈ ਕੌਂਸਲਰ ਦੀ, ਸਵੇਰੇ ਉਹ ਬੰਦਾ ਆਮ ਆਦਮੀ ਟਿਕਟ ਤੇ ਜਿੱਤ ਰਿਹਾ, ਸ਼ਾਮ ਨੂੰ ਜਾ ਕੇ ਉਹ ਕਾਂਗਰਸ ਪਾਰਟੀ 'ਚ ਸ਼ਾਮਲ ਹੋ ਗਿਆ। ਕੀ ਕਰੋਗੇ? ਸੋ ਅਜਿਹੀਆਂ ਸਥਿਤੀਆਂ ਆਖਰ ਲੋਕਾਂ ਦਾ ਮਨੋਬਲ ਟੁੱਟਦਾ, ਲੋਕਾਂ ਦਾ ਵਿਸ਼ਵਾਸ ਟੁੱਟਦਾ। ਤੇ ਜੇਕਰ ਅਸੀਂ ਅੱਜ ਗੱਲ ਕਰੀਏ ਆਮ ਆਦਮੀ ਪਾਰਟੀ ਦੀ, ਜਿਸ ਤਰੀਕੇ ਨਾਲ ਸ਼ਾਇਦ ਸਾਡਾ ਪ੍ਰੋਗਰਾਮ ਲੰਮਾ ਹੋ ਰਿਹਾ, ਜਿਸ ਤਰੀਕੇ ਨਾਲ ਅਸੀਂ ਸ਼੍ਰੋਮਣੀ ਅਕਾਲੀ ਦਲ ਦਾ ਉਹਨਾਂ ਦੀ ਗੱਲ ਕੀਤੀ ਹੈ, ਤਾਂ ਉਹਨਾਂ ਦੀ ਗੱਲ ਜੇਕਰ ਅੱਜ ਦੀ ਗੱਲ ਕਰੀਏ ਤਾਂ ਉਹਨਾਂ ਦੀ ਸਥਿਤੀ ਵੀ ਸਿੱਧੂ ਸਾਹਿਬ ਇੱਥੇ ਕੀ ਮੁੱਕਦੀ ਆ, ਸੀਟਾਂ ਘਟਣਗੀਆਂ ਵਧਣਗੀਆਂ ਨਹੀਂ। ਅੱਗੇ ਤਾਂ 22 ਲੈ ਗਏ ਸੀ ਨਾ, ਪਰ ਜਿਹੜੀ ਅੱਜ ਕੱਲ੍ਹ ਪਾਟੋ ਧਾੜ ਪਈ, ਹਾਲਾਂਕਿ ਸੁਪਨੇ ਉਹ ਬੜੇ ਲੈ ਰਹੇ ਆ ਕਿ ਮੈਦਾਨ ਸਾਫ਼ ਆ, ਸਾਡੇ ਤੇ ਕੋਈ ਇਲਜ਼ਾਮ ਨਹੀਂ ਹੈ। ਇੱਕ ਆਮ ਆਦਮੀ ਪਾਰਟੀ ਨੂੰ ਇੱਕ ਬੜਾ ਵੱਡਾ ਵਹਿਮ ਹੈ ਕਿ ਸਾਡੇ ਤੇ ਕੋਈ ਇਲਜ਼ਾਮ ਨਹੀਂ ਹੈ, ਪੰਜਾਬ ਦੇ ਲੋਕ ਸਾਡੇ ਨਾਲ ਸਮਰਥਨ ਕਰ ਰਹੇ ਨੇ। ਮੈਨੂੰ ਤਾਂ ਕੋਈ ਲੱਗਦਾ ਨਹੀਂ, ਕਿਉਂਕਿ ਮੈਂ ਲੋਕਾਂ 'ਚ ਅਸੀਂ ਜਦੋਂ ਵਿਚਰਦੇ ਹਾਂ ਤਾਂ ਉੱਥੇ ਗੱਲਾਂ ਅਜੇ ਵੀ ਇਹੋ ਚੱਲਦੀਆਂ ਨੇ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਮੁੱਦੇ ਦੇ ਪੰਜਾਬ ਦੇ ਵਿੱਚ ਇਹ ਸਰੋਕਾਰ ਜਿਹੜਾ ਵੀ ਕੋਈ ਇੱਕ ਆਪਾਂ ਕਹਿ ਸਕਦੇ ਕਿ ਰੋਡ ਮੈਪ ਪੰਜਾਬ ਦੀ ਆਰਥਿਕਤਾ ਨੂੰ ਬਦਲਣ ਵਾਸਤੇ ਆਮ ਆਦਮੀ ਪਾਰਟੀ ਅਜੇ ਤੱਕ ਨਹੀਂ ਜੇ ਦੇ ਸਕੀ। ਜਿਹੜੀ 3 ਵਾਰੀ ਆਪਣਾ ਵਿਰੋਧੀ ਧਿਰ ਦਾ ਨੇਤਾ ਬਦਲ ਲਵੇ ਵਿਧਾਨ ਸਭਾ ਦੇ ਵਿੱਚ, ਉਸ ਪਾਰਟੀ ਨੂੰ ਅਨੁਮਾਨ ਕੀ ਲਾਇਆ ਜਾ ਸਕਦਾ? ਉਹ ਫਿਰ ਮੁੱਖ ਮੰਤਰੀ ਕਿੰਨੀ ਵਾਰੀ ਬਦਲੂਗੀ? ਇਹ ਵੀ ਇੱਕ ਇਹਦੀ ਕਾਰਜਸ਼ੈਲੀ ਤੇ ਪ੍ਰਸ਼ਨ ਉੱਠਦਾ ਕਿ ਵਿਰੋਧੀ ਧਿਰ ਦਾ 3 ਵਾਰੀ ਨੇਤਾ ਬਦਲਦਾ, ਪਹਿਲਾਂ ਫੁੱਟ ਵੀ ਪਊਗੀ, ਬਿਲਕੁਲ ਫੁੱਟ ਵੀ ਪਏਗੀ। ਤੇ ਇਹਦੇ ਕੋਲ ਉਹੋ ਜਿਹੀ ਸਥਿਤੀ, ਫਿਰ ਮੁੱਖ ਮੰਤਰੀ ਦਾ ਉਹਦਾ 6 ਵਾਰੀ ਬਦਲਣਗੇ, ਹਰ ਸਾਲ ਬਾਅਦ ਇੱਕ ਕਰ ਲੈਣਗੇ, ਅੱਜ ਸਾਲ ਤੂੰ ਆ ਜਾ, ਦੂਜੇ ਸਾਲ ਤੂੰ ਆ ਜਾ, ਜਿਹੜੇ ਜਿਹੜੇ ਬਣਨਗੇ ਮੁੱਖ ਮੰਤਰੀ ਤੋਂ ਲਾਉਣਗੇ, ਉਹਦਾ ਧੜਾ ਲੈ ਕੇ ਫਿਰ ਬਾਹਰ ਹੋ ਜੂ, ਜਿਵੇਂ ਉਹ ਧੜਾ ਲੈ ਕੇ ਬਾਹਰ ਆ ਜਾਊਗਾ। ਸੋ ਤੁਸੀਂ ਆਮ ਆਦਮੀ ਪਾਰਟੀ ਵੱਲੋਂ ਤਾਂ ਅਸੀਂ ਕਲੀਅਰ ਕੱਟ ਕਹਿ ਸਕਦੇ ਹਾਂ ਕਿ ਇਹ ਵੀ ਮਤਲਬ ਉੱਥੇ ਕੀ ਰਹੂਗੀ, ਘਟਣਗੀਆਂ ਸੀਟਾਂ, 15 ਕੁ ਸੀਟਾਂ ਆਉਣਗੀਆਂ, ਮਤਲਬ ਇਸ ਤੋਂ ਵੱਧ ਨਹੀਂ। 15 ਵੀ ਪਤਾ ਨਹੀਂ ਆਉਂਦੀਆਂ ਕਿ ਨਹੀਂ ਆਉਂਦੀਆਂ, ਕਿਉਂਕਿ ਲੋਕੀ ਇਹਨਾਂ ਨਾਲ ਅਨਾਇਡ ਹਨ। ਲੋਕਾਂ ਨੇ ਇਹਨਾਂ ਨੇ ਬੜਾ ਵਿਸ਼ਵਾਸ ਕਰਕੇ ਇਹਨਾਂ ਨੂੰ ਵਿਧਾਨ ਸਭਾ ਵਿੱਚ ਭੇਜਿਆ ਸੀ, ਪਰ ਵਿਧਾਨ ਸਭਾ ਵਿੱਚ ਜਾ ਕੇ ਵਿਰੋਧੀ ਧਿਰ ਦੀ ਜਿਹੜੀ ਕੀ ਭੂਮਿਕਾ ਹੁੰਦੀ ਹੈ ਆਮ ਆਦਮੀ ਪਾਰਟੀ ਪੂਰਨ ਤੌਰ ਤੇ ਨਿਭਾ ਨਹੀਂ ਸਕੀ, ਜਿਸ ਦਾ ਨੁਕਸਾਨ ਜਿਹੜਾ ਇਸ ਪਾਰਟੀ ਨੂੰ ਹੋਇਆ। ਜੀ ਜੀ ਤੁਸੀਂ ਜਿੰਨੇ ਵੀ ਚਾਹੇ ਅਕਾਲੀ ਦਲ ਦੀ ਗੱਲ ਕੀਤੀ, ਚਾਹੇ ਕਾਂਗਰਸ ਦੀ ਗੱਲ ਕੀਤੀ, ਚਾਹੇ ਫਿਰ ਜਿਹੜੀ ਹੈ ਆਮ ਆਦਮੀ ਪਾਰਟੀ ਦੀ ਗੱਲ ਕੀਤੀ, ਕਿਸੇ ਨੂੰ ਸਪਸ਼ਟ ਬਹੁਮਤ ਜਾਂ ਫਿਰ ਹਾਲਾਤ ਚੰਗੇ ਜਿਹੜੇ ਨਹੀਂ ਦੱਸੇ, ਤਾਂ ਫਿਰ ਇਹ ਤੋਂ ਸਪਸ਼ਟ ਹੈ ਕਿ ਸਰਕਾਰ ਫਿਰ ਇਸ ਹਿਸਾਬ ਨਾਲ ਤਾਂ ਕਿਸੇ ਦੀ ਵੀ ਨਹੀਂ ਬਣਦੀ। ਦਰਸ਼ਕਾਂ ਦੇ ਮਨ ਦੇ ਵਿੱਚ ਸਵਾਲ ਉੱਠਦਾ ਹੋਊਗਾ ਕਿ ਭਾਈ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਇਸ ਹਿਸਾਬ ਨਾਲ ਤਾਂ ਫਿਰ ਸਰਕਾਰ ਕਿਸੇ ਦੀ ਵੀ ਨਹੀਂ ਬਣਦੀ। ਤਾਂ ਫਿਰ ਸਵਾਲ ਲੋਕਾਂ ਦੇ ਮਨ ਦੇ ਵਿੱਚ ਇਹ ਵੀ ਉੱਠਦਾ ਹੋਣਾ ਹੈ ਕਿ ਸ਼ਾਇਦ ਜਿਹੜੀਆਂ ਛੋਟੀਆਂ ਪਾਰਟੀਆਂ ਨੇ, ਚਾਹੇ ਉਹ ਸਿਮਰਜੀਤ ਸਿੰਘ ਬੈਂਸ ਦੀ ਪਾਰਟੀ ਹੋਵੇ, ਚਾਹੇ ਉਹ ਧਰਮਵੀਰ ਗਾਂਧੀ ਦੀ ਪਾਰਟੀ ਹੋਵੇ, ਚਾਹੇ ਛੋਟੇਪੁਰ ਦੀ ਹੋਵੇ, ਚਾਹੇ ਜਿਹੜੇ ਟਕਸਾਲੀ ਢੀਂਡਸੇ ਹੋਣੀ ਆ ਉਹਨਾਂ ਦੀ ਹੋਵੇ, ਤੇ ਚਾਹੇ ਹੋਰ ਜਿਹੜੀਆਂ ਛੋਟੀਆਂ ਮੋਟੀਆਂ ਪਾਰਟੀਆਂ ਹੈਗੀਆਂ ਨੇ ਉਹ ਸਿਮਰਜੀਤ ਸਿੰਘ ਬੈਂਸ ਦੀ ਹੋਣ, ਲੋਕ ਇਨਸਾਫ ਪਾਰਟੀ, ਤਾਂ ਸ਼ਾਇਦ ਇਹ ਹੈਲਪ ਕਰ ਸਕਦੀਆਂ ਹੁਣ, ਸ਼ਾਇਦ ਇਹ ਧੱਕਾ ਮਾਰ ਸਕਦੀਆਂ ਹੁਣ। ਕੀ ਲੱਗਦਾ ਹੈ ਕਿ ਇਹ ਕਿੰਨਾ ਕੁ ਇਹਨਾਂ ਪਾਰਟੀਆਂ ਦਾ ਨੁਕਸਾਨ ਕਰਨਗੀਆਂ, ਜਾਂ ਜਿਹੜੀ ਪਾਰਟੀ ਕਿਸੇ ਹੋਰ ਪਾਰਟੀ ਦੇ ਨਾਲ ਜੁੜਦੀ ਹੈ ਤਾਂ ਉਹਨਾਂ ਦਾ ਕਿੰਨਾ ਕੁ ਇਹਨਾਂ ਦੇ ਕਰਕੇ ਫਾਇਦਾ ਹੋਊਗਾ? ਕਿਵੇਂ ਦੇਖਦੇ ਹੋ? ਸਭ ਤੋਂ ਪਹਿਲਾਂ ਜੇ ਸਿਮਰਜੀਤ ਬੈਂਸ ਦੀ ਗੱਲ ਕਰੀਏ, ਸਿਮਰਜੀਤ ਸਿੰਘ ਬੈਂਸ ਦੀ ਪਹਿਲਾਂ ਵਰਗੀ ਰਹੀ ਨਹੀਂ, ਕਿ ਵਾਕਈ ਇਹ ਗੱਲ ਸਹੀ ਹੈ ਜਾਂ ਕਿਵੇਂ ਦੇਖਦੇ? ਦੇਖੋ, ਜੇ ਸਿਮਰਜੀਤ ਸਿੰਘ ਬੈਂਸ ਦੀ ਤੁਸੀਂ ਲੋਕ ਇਨਸਾਫ ਪਾਰਟੀ ਦੀ ਗੱਲ ਕਰਦੇ, ਜੇ ਪਿਛਲੇ ਦੌਰ 'ਚ ਉਹ ਆਪਣਾ ਬਥੇਰਾ ਜ਼ੋਰ ਅਜ਼ਮਾਈ ਕਰਕੇ ਵੇਖ ਚੁੱਕਾ, ਔਰ ਇਸ ਸਮੇਂ ਉਹਦੀ ਉਹ ਸਥਿਤੀ ਨਹੀਂ ਹੈ ਜਿਹੜੀ ਸਥਿਤੀ ਪਹਿਲਿਆਂ ਦੌਰਾਂ 'ਚ ਰਹੀ ਹੈ। ਉਹਦੇ ਉੱਤੇ ਬੜੇ ਇਲਜ਼ਾਮ ਲੱਗੇ ਨੇ, ਜਿਸ ਤਰ੍ਹਾਂ ਰੇਪ ਦੇ ਕੇਸ ਦਾ ਵੀ ਲੱਗਾ, ਉੱਥੇ ਗੁੰਡਾਗਰਦੀ ਦਾ ਵੀ ਲੱਗਦਾ, ਨਾਜਾਇਜ਼ ਕਬਜ਼ਿਆਂ ਦਾ ਵੀ ਲੱਗਦਾ। ਇਹ ਕਬਜ਼ੇ ਮਤਲਬ ਇਹ ਜਿਹੜੀਆਂ, ਔਰ ਪਿੱਛੇ ਗੋਸ਼ੇ ਦੀ ਜਿਹੜੀ ਮਾਰਕੁੱਟ ਹੋਈ ਆ ਉਹਦੇ ਸੰਦਰਭ 'ਚ ਜਿਹੜਾ ਪਰਚਾ ਦਰਜ ਹੋਇਆ, ਬੜਾ ਕੁਝ ਇਹੋ ਜਿਹਾ ਹੋਇਆ। ਅਗਰ ਅੱਜ ਦੇ ਮਤਲਬ ਜੋ ਸਾਨੂੰ ਰਿਪੋਰਟਾਂ ਮਿਲਦੀਆਂ ਨੇ ਉਹਦੇ ਅਨੁਸਾਰ ਤਾਂ ਸਿਮਰਜੀਤ ਸਿੰਘ ਬੈਂਸ ਆਪਣੀ ਸੀਟ ਹੀ ਨਹੀਂ ਕੱਢ ਰਿਹਾ, ਤਾਂ ਉਹ ਕਿਸ ਤਰੀਕੇ ਨਾਲ ਉੱਥੋਂ ਜਾ ਕੇ ਆਪਣੀ ਉਹ ਪੰਜਾਬ ਦੀ ਸੱਤਾ ਦੇ ਵਿੱਚ ਉਹ ਆਪਣਾ ਪਹਿਲਾਂ ਕੋਈ ਆਧਾਰ ਹੈ ਨਹੀਂਗਾ, ਤੇ 2 ਹੀ ਸੀਟਾਂ ਸੀਗੀਆਂ ਜਿਹਦੇ ਵਿੱਚੋਂ ਵੀ ਜਿਹੜੇ ਹਿਸਾਬ ਨਾਲ ਰਿਪੋਰਟਾਂ ਨੇ ਕਿ ਸਿਮਰਜੀਤ ਸਿੰਘ ਬੈਂਸ ਸਾਹਿਬ ਦੀ ਸੀਟ ਨਹੀਂ ਕੱਢੇਗਾ ਤਾਂ ਫਿਰ ਉਹਦਾ ਨੁਕਸਾਨ ਹੀ ਕਰੇਗਾ ਜੇਕਰ ਕਿਸੇ ਪਾਰਟੀ ਦੇ ਨਾਲ ਜੁੜੇਗਾ।
ਨਹੀਂ, ਪਾਰਟੀ ਨਾਲ ਤੇ ਜੁੜਨ ਦੀ ਸਥਿਤੀ ਕੋਈ ਨਹੀਂ ਨਾ। ਜਿਹੜੀਆਂ ਤੁਸੀਂ ਪਾਰਟੀ ਦੀ ਗੱਲ ਕੀਤੀ ਆ ਢੀਂਡਸਾ ਗਰੁੱਪ ਦੀ ਗੱਲ ਕੀਤੀ ਆ, ਦੂਜਿਆਂ ਦੀ ਗੱਲ ਕੀਤੀ, ਤੁਸੀਂ ਇੱਕ ਤਾਂ ਛੱਡ ਹੀ ਗਏ। ਸਿਮਰਨਜੀਤ ਸਿੰਘ ਮਾਨ ਹੋਣਾ ਦੀ ਗੱਲ ਤੁਸੀਂ ਕੀਤੀ ਨਹੀਂ, ਹਾਲਾਂਕਿ ਉਹਨਾਂ ਦੀ ਵੀ ਕਰਨੀ ਚਾਹੀਦੀ ਤੁਹਾਨੂੰ। ਉਹ ਵੀ ਇੱਕ ਮਤਲਬ ਪੋਲੀਟੀਕਲ ਪਾਰਟੀ ਆ, ਉਹਨਾਂ ਨੇ ਵੀ ਖਾਲਿਸਤਾਨ ਦੇ ਮੁੱਦੇ ਤੇ ਆਉਣਾ। ਉਹ ਅੱਜ ਵੀ ਕਹਿੰਦੇ ਕਿ ਅਸੀਂ ਮਤਲਬ ਖਾਲਿਸਤਾਨ ਲੈਣਾ ਆ। ਉਹ ਵੀ ਹੁੰਦੇ ਨੇ, ਉਹਨਾਂ ਦੀ ਗੱਲ ਵੀ ਕਰਦੀ ਜਿਹੜੀ ਸਾਨੂੰ ਬਣਦੀ ਹੈ। ਬਸਪਾ ਦੀ ਗੱਲ ਕਰਨੀ ਬਣਦੀ ਹੈ। ਬੜਿਆਂ ਮਤਲਬ ਦੂਜਿਆਂ ਦੀ ਜਿਹੜੇ ਬਹੁਜਨ ਸਮਾਜ ਮੋਰਚੇ ਬਣੇ ਉਹਨਾਂ ਦੀ ਗੱਲ ਵੀ ਕਰਨੀ ਬਣਦੀ ਹੈ। ਪਰ ਇਹ ਮੋਰਚੇ ਜਿੰਨੇ ਵੀ ਨੇ ਇਹ ਕੇਵਲ ਔਰ ਕੇਵਲ ਇੱਕ ਸੀਮਤ ਦਾਇਰੇ ਤੱਕ ਸੀਮਤ ਨੇ। ਹੁਣ ਜੇਕਰ ਅਸੀਂ ਟਕਸਾਲੀ ਅਕਾਲੀ ਦਲ ਦੀ ਗੱਲ ਕਰੀ, ਜਿਹੜਾ ਬਣਿਆ, ਇਹ ਆਪਣੇ ਵੱਲੋਂ ਇਹ ਬੜੇ ਵੱਡੇ ਸੁਪਨੇ ਸੰਜੋ ਕੇ ਬੈਠੇ ਕਿ ਅਸੀਂ ਅਕਾਲੀ ਦਲ ਨੂੰ ਬੜੀ ਵੱਡੀ ਢਾਹ ਲਾ ਦੇਣੀ ਹੈ। ਪਰ ਰਣਜੀਤ ਸਿੰਘ ਬ੍ਰਹਮਪੁਰੇ ਨੂੰ ਅਗਰ ਮੈਂ ਗੱਲ ਕਰਾਂ ਤਾਂ ਮਾਲਵਾ ਤਰਨਤਾਰਨ ਤੋਂ ਵੱਧ ਜੇਕਰ ਉਹ ਮੇਰੇ ਇਸ ਇਲਾਕੇ 'ਚ ਆਵੇ ਜਾਂ ਗੁਰਦਾਸਪੁਰ ਇਲਾਕੇ ਨੂੰ ਕੋਈ ਬੰਦਾ ਜਾਣਦਾ ਨਹੀਂ। ਮਾਲਵੇ 'ਚ ਉਹਨਾਂ ਦਾ ਕੀ ਆਧਾਰ ਹੈ? ਢੀਂਡਸਾ ਸਾਹਿਬ ਦਾ ਸੰਗਰੂਰ ਦੇ ਇਲਾਕੇ 'ਚ ਉਹ ਆਪਣੀ ਸੀਟ ਹਾਰ ਗਏ ਜਦੋਂ ਭਗਵੰਤ ਮਾਨ ਦੇ ਹਰੇ ਨੇ। ਜਦੋਂ ਹਰੇ ਤਾਂ ਅੱਜ ਸਥਿਤੀਆਂ ਕੀ ਹੈ? ਗੁਰਸੇਵਾ ਸਿੰਘ ਸੇਖਵਾਂ ਜਿਹੜੇ ਕਹਿੰਦੇ ਹੁੰਦੇ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦਾ ਮੈਂਬਰ ਹਾਂ, ਬਾਦਲ ਸਾਹਿਬ ਮੈਨੂੰ ਪੁੱਛਣ ਤੋਂ ਬਿਨਾਂ ਚਾਹ ਨਹੀਂ ਪੀਂਦੇ। ਅਗਲੇ ਨੇ ਸਾਈਡ ਦਾ ਰਸਤਾ ਵਿਖਾਤਾ ਕਿ ਸੇਖਵਾਂ ਸਾਹਿਬ ਘਰ ਬੈਠੋ। ਸੇਖਵਾਂ ਨੇ ਆਪ ਸਾਈਡ ਤੇ ਹੋ ਕੇ ਇਸ ਟਕਸਾਲੀ ਗਰੁੱਪ 'ਚ ਚਲਾ ਗਿਆ। ਹੁਣ ਸੇਖਵਾਂ ਕਦੇ ਵੀ ਪ੍ਰਤਾਪ ਸਿੰਘ ਬਾਜਵੇ ਦੇ ਸਾਹਮਣੇ ਖਲੋ ਕੇ ਜਾਂ ਫਤਿਹ ਜੰਗ ਬਾਜਵੇ ਦੇ ਪਰਿਵਾਰ ਦੇ ਸਾਹਮਣੇ ਖਲੋ ਕੇ ਜਿੱਤ ਨਹੀਂ ਸਕਦਾ। ਸੋ ਅਜਿਹੀਆਂ ਸਥਿਤੀਆਂ ਦੇ ਵਿੱਚ ਇਹ ਲੋਕ, ਜੇ ਤੁਸੀਂ ਸਮਝੋ ਕਿ ਪੰਜਾਬ ਦੀ ਸਿਆਸਤ ਨੂੰ ਇੱਕ ਨਵੀਂ ਦਿਸ਼ਾ ਦੇ ਦੇਣਗੇ, ਮੈਨੂੰ ਤਾਂ ਲੱਗਦਾ ਨਹੀਂ, ਕਿਉਂਕਿ ਸਥਿਤੀਆਂ ਜਿਹੜੀਆਂ ਨੇ ਉਹ ਨਹੀਂ ਹਨ। ਹੁਣ ਜਿਹੜੀ ਮੈਂ ਗੱਲ ਨੂੰ ਸਮਅਪ ਕਰਾਂ, ਗੱਲ ਨੂੰ ਸਮਅਪ ਇਹ ਕਰਦਾ ਕਿ ਕਿਸੇ ਵੀ ਪਾਰਟੀ ਨੂੰ ਸੌਰੀ ਇਹ ਗੱਲ ਰਹੀ ਸਮਅਪ ਕਰਨ ਤੋਂ ਪਹਿਲਾਂ ਸਿਮਰਨਜੀਤ ਸਿੰਘ ਮਾਨ ਹੋਣਾ ਜ਼ਿਕਰ ਕਰਨਾ ਬਣਦਾ। ਸਿਮਰਨਜੀਤ ਸਿੰਘ ਮਾਨ ਹੁਣੀ ਵੀ ਇੱਕ ਸਮੇਂ ਦੇ ਵਿੱਚ ਉਹ MP ਰਹੇ ਨੇ। ਰਿਕਾਰਡ ਤੋੜ ਪਤਾ ਨਹੀਂ ਕਿੰਨੀ ਉਹਨਾਂ ਨੂੰ ਵੋਟਾਂ ਪਈਆਂ, ਅੱਜ ਤੱਕ ਇਤਿਹਾਸ ਆ। ਤੇ ਉਸ ਤੋਂ ਬਾਅਦ ਕਦੇ ਪੰਜਾਬ ਦੀ ਉਹ ਇੱਕ ਸੀਟ ਨਹੀਂ ਲੈ ਸਕੇ। ਪਰ ਫਿਰ ਵੀ ਸ਼੍ਰੋਮਣੀ ਅਕਾਲੀ ਦਲ ਮਾਨ ਦੀ ਉਹ ਪੰਥ ਦੀ ਨੁਮਾਇੰਦਗੀ ਕਰਨ ਵਾਲੀ ਜਮਾਤ ਆ, ਉਹਨਾਂ ਦੀ ਵੀ ਸਥਿਤੀ ਹੈ, ਸੀਟ ਉਹਨਾਂ ਨੂੰ ਨਹੀਂ ਇੱਕ ਨਹੀਂ ਮਿਲਦੀ। ਕਹਿਣ ਦਾ ਅਰਥ ਇਹ ਆ ਕਿ ਪੰਜਾਬ ਦੇ ਵਿੱਚ 2022 ਦੀਆਂ ਜਿਹੜੀਆਂ ਚੋਣਾਂ ਹੋਣਗੀਆਂ ਉਹਨਾਂ ਦੇ ਵਿੱਚ ਸਰਕਾਰ ਜਿਹੜੀ ਤ੍ਰਿਸ਼ੰਕੂ ਸਰਕਾਰ ਬਣੂਗੀ, ਕਿਸੇ ਨੂੰ ਸਪਸ਼ਟ ਬਹੁਮਤ ਨਹੀਂ ਮਿਲੇਗਾ। ਇੱਕ ਦੂਜੇ ਦੇ ਆਸਰੇ ਤੇ ਜਿਹੜੀਆਂ ਸਥਿਤੀਆਂ ਬਣਨਗੀਆਂ, ਕਿਉਂਕਿ ਭਾਜਪਾ ਵੀ ਜਿਹੜੀ ਆ, ਆਪਾਂ ਛੱਡ ਚੱਲੇ ਸਾਂ, ਭਾਜਪਾ ਵੀ ਇਸ ਵੋਟਾਂ ਦੇ ਵਿੱਚ ਇੱਕ ਚੋਣਾਂ ਦੇ ਵਿੱਚ ਇੱਕ ਬੜੇ ਨਾਟਕੀ ਮੋੜ ਨਾਲ ਐਂਟਰ ਜਿਹੜੀ ਕਰ ਰਹੀ ਆ। ਔਰ ਜੇਕਰ ਉਸ ਵੱਲੋਂ ਸੁੱਟਿਆ ਗਿਆ ਦਲਿਤ ਕਾਰਡ ਦਾ ਜਿਹੜਾ ਦਲਿਤ ਵੋਟਾਂ ਦਾ ਕਾਰਡ ਜੋ ਸੁੱਟ ਰਹੀ ਹੈ, ਜੇਕਰ ਉਹ ਕਾਰਡ ਉਹ ਸਫਲ ਹੋ ਗਿਆ ਤਾਂ ਸਿੱਧੂ ਸਾਹਿਬ ਭਾਜਪਾ ਜਿਹੜੀ ਆ ਦਬਾਬੇ ਦੇ ਖੇਤਰ ਦੇ ਵਿੱਚੋਂ ਇੱਕ ਅਸੀਂ ਕਹਿ ਸਕਦੇ ਹਾਂ ਕਿ 10-12 ਸੀਟਾਂ ਨੂੰ ਲੈ ਕੇ ਚੱਲੇਗੀ। ਜੇ ਉਹ ਨਹੀਂ ਮਤਲਬ ਇੰਨੀਆਂ 10-12 ਸੀਟਾਂ, ਮੈਂ ਦਬਾਬੇ ਦੀ ਗੱਲ ਕਰ ਰਿਹਾ, ਜੇਕਰ ਦਲਿਤ ਕਾਰਡ ਉਸਦਾ ਸਫਲ ਹੋ ਗਿਆ। ਮੈਂ ਇਹ ਨਹੀਂ ਕਹਿ ਰਿਹਾ ਕਿਉਂਕਿ ਉਹ ਦਲਿਤ ਵੋਟਾਂ ਨੂੰ ਬੜੀ ਲੰਮੇ ਸਮੇਂ ਤੋਂ ਲੈ ਕੇ ਚੱਲ ਰਹੀ ਹੈ। ਵਿਜੇ ਸਾਂਪਲਾ ਹੁਸ਼ਿਆਰਪੁਰ ਜ਼ਿਲ੍ਹਾ, ਜਲੰਧਰ ਲੋਕ ਸਭਾ ਦੀਆਂ 9 ਵਿਧਾਨ ਸਭਾ ਸੀਟਾਂ ਜਿਹੜੀਆਂ ਸਿੱਧੀਆਂ 4 ਸੀਟਾਂ ਰਿਜ਼ਰਵ ਸੀਟਾਂ ਨੇ ਜਿਹਦੇ ਉੱਤੇ ਦਲਿਤ ਵੋਟਾਂ ਦਾ ਪੂਰਾ ਪ੍ਰਭਾਵ ਆ ਔਰ ਭਾਜਪਾ ਉਹਨਾਂ ਦੇ ਵਿੱਚ ਸੰਨ ਲਾ ਚੁੱਕੀ ਹੈ। ਸੋ ਕਹਿਣ ਦਾ ਅਰਥ ਹੈ ਕਿ ਇਹਨਾਂ ਸਾਰੀਆਂ ਸਥਿਤੀਆਂ ਦੇ ਵਿੱਚ ਸਾਰੀਆਂ ਜਿੰਨੀਆਂ ਵੀ ਪਾਰਟੀਆਂ ਨੇ, ਜੇਕਰ ਇਸ ਚੋਣਾਂ ਦੇ ਵਿੱਚ ਜੇਕਰ ਕੋਈ ਫਾਇਦਾ ਹੋਇਆ ਤਾਂ ਉਹ ਭਾਜਪਾ ਨੂੰ ਹੋਊਗਾ। ਉਹ 2 ਤੋਂ 10 ਤੱਕ ਪਹੁੰਚੂਗੀ ਜ਼ਰੂਰ, ਜਿਸ ਤਰੀਕੇ ਨਾਲ ਬੰਗਾਲ ਦੇ ਵਿੱਚ 2 ਤੋਂ 77 ਤੱਕ ਪਹੁੰਚੀ ਹੈ। ਤੇ ਉਹਦਾ 2 ਤੋਂ 10 ਤੱਕ ਦਾ ਕਰਨ ਦਾ ਸਫ਼ਰ ਹੀ ਭਾਜਪਾ ਦੀ ਪਹਿਲੀ ਪੌੜੀ ਹੋਏਗੀ, ਪਹਿਲਾ ਡੰਡਾ ਹੋਏਗਾ ਜਿਹੜਾ ਉਹ ਸਫ਼ਰ ਕਰਕੇ ਪੰਜਾਬ ਦੀ ਸਿਆਸਤ ਵਿੱਚ ਐਂਟਰ ਕਰੂਗੀ। ਜੇ ਉਹਦਾ ਦਲਿਤ ਕਾਰਡ ਜਿਹੜਾ ਚੱਲ ਗਿਆ। ਔਰ ਮੈਂ ਇੰਟਰਸਟਿੰਗ ਗੱਲ ਇਹ ਦੱਸਦਾ, ਦਿਲਚਸਪ ਗੱਲ ਇਹ ਹੈ ਕਿ ਮੇਰੇ ਕੋਲ ਆਪਣੇ ਨਿੱਜੀ ਲੈਵਲ ਤੇ ਮੈਂ ਜਿੱਦਣ ਦੀ ਅਰਦਾਸ ਵਾਲਾ ਚੱਕਰ ਸਾਹਮਣੇ ਆ, ਬੜਿਆਂ ਲੋਕਾਂ ਨਾਲ ਗੱਲ ਕੀਤੀ ਤੇ ਲੋਕਾਂ ਦਾ ਝੁਕਾਅ ਇਹਦੇ ਵੱਲ ਜ਼ਰੂਰ ਹੁੰਦਾ ਜਾ ਰਿਹਾ। ਕਿਉਂਕਿ ਅੱਜ ਤੋਂ ਕੁਝ ਸਮਾਂ ਪਹਿਲਾਂ ਡਿਪਟੀ ਮੁੱਖ ਮੰਤਰੀ ਪੰਜਾਬ ਦੇ ਜਿਹੜੇ ਸਾਬਕਾ ਸੁਖਬੀਰ ਸਿੰਘ ਬਾਦਲ ਨੇ, ਉਹਨਾਂ ਨੇ ਵੀ ਜਲੰਧਰ ਦੇ ਖੇਤਰ ਵਿੱਚ ਇਹ ਆਣ ਕੇ ਗੱਲ ਕਹੀ ਸੀ ਕਿ ਅਸੀਂ ਅਗਲਾ ਡਿਪਟੀ ਮੁੱਖ ਮੰਤਰੀ ਜਿਹੜਾ ਦਲਿਤ ਵਰਗ ਦਾ ਬਣਾਵਾਂਗੇ। ਸੋ ਦਲਿਤ ਵਰਗ ਦਾ ਕਾਰਡ ਜਿਹੜਾ ਹੁਣ ਸਾਰੇ ਪਾਸੇ ਚੱਲਣਾ ਸ਼ੁਰੂ ਹੋ ਗਿਆ। ਜਲੰਧਰ ਕਾਂਗਰਸ ਦੇ ਪ੍ਰਧਾਨ ਦੀ ਪੋਸਟ ਜਿਹੜੀ ਖਾਲੀ ਹੈ, ਉਹਦੇ ਉੱਤੇ ਵੀ ਦਲਿਤ ਕਾਂਗਰਸ ਪ੍ਰਧਾਨੀ ਆਉਂਦਿਆਂ ਕੁਝ ਦਿਨਾਂ 'ਚ ਐਲਾਨ ਦਿੱਤਾ ਜਾਵੇਗਾ। ਸੋ ਕਹਿਣ ਦਾ ਅਰਥ ਇਹ ਆ ਕਿ ਇਹਨਾਂ ਸਾਰੀਆਂ ਪਾਰਟੀਆਂ ਦੇ ਵਿੱਚ ਭਾਜਪਾ ਜਿਹੜੀ ਹੈ ਉਹ ਜ਼ਰੂਰ ਕੁਝ ਗੇਨ ਕਰੇਗੀ 2022 ਦੀਆਂ ਚੋਣਾਂ ਦੇ ਵਿੱਚ। 2 ਤੋਂ ਉਸ ਦੀ ਸਥਿਤੀ 10 ਤੱਕ ਆਏਗੀ। ਉਹ ਪਾਰਟੀ ਜਿਹੜੀ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮੋਢਿਆਂ ਤੇ ਹੱਥ ਰੱਖ ਕੇ ਚੱਲਦੀ ਰਹੀ ਹੈ, ਜਿਹੜੀਆਂ ਆਪਣੀਆਂ ਅੱਖਾਂ ਨਹੀਂ ਸਨ ਬਾਦਲ ਸਾਹਿਬ ਦੀ ਦ੍ਰਿਸ਼ਟੀ ਨਾਲ ਵੇਖਦੀ, ਉਹ ਪਾਰਟੀ ਇਹਨਾਂ ਚੋਣਾਂ 'ਚ ਜ਼ਰੂਰ ਗੇਨ ਕਰੂਗੀ। ਕਿਉਂਕਿ ਉਹਦੇ ਵੱਲੋਂ ਜਿਹੜਾ ਕਾਰਡ ਸੁੱਟਿਆ ਜਾ ਰਿਹਾ ਉਹ ਬੜਾ ਦਿਲਚਸਪ ਹੈ। ਬਾਕੀ ਪੰਜਾਬ ਦੇ ਵਿੱਚ ਅੱਜ ਤੱਕ ਦੀਆਂ ਸਥਿਤੀਆਂ ਦੇ ਅਨੁਮਾਨ ਜੋ ਮੈਂ ਆਪਣੀ ਗੱਲ ਨੂੰ ਸਬਬ ਕਰਾਂ ਕਿ ਤ੍ਰਿਸ਼ੰਕੂ ਵਿਧਾਨ ਸਭਾ ਬਣੇਗੀ, ਕਿਸੇ ਪਾਰਟੀ ਨੂੰ ਸਪਸ਼ਟ ਬਹੁਮਤ ਨਹੀਂ ਮਿਲੇਗਾ। ਕਾਂਗਰਸ ਦੀ ਜਿਹੜੀ ਸਥਿਤੀ ਹੈ ਇਸ ਦੇ ਵਾਸਤੇ ਮਾੜੀ ਸਿੱਧ ਹੋ ਰਹੀ ਹੈ। ਕਾਂਗਰਸ ਦੀ ਆਪਣੀ ਸਥਿਤੀ, ਸ਼੍ਰੋਮਣੀ ਅਕਾਲੀ ਦਲ ਦੇ ਉਹ ਮੁੱਦੇ ਜਿਹੜੇ ਉਹਨਾਂ ਤੇ ਇਲਜ਼ਾਮ ਲੱਗੇ ਸਨ, ਉਹਨਾਂ ਮੁੱਦਿਆਂ ਦਾ ਉਹ ਅੱਜ ਤੱਕ ਨਿਸਤਾਰਾ ਨਹੀਂ ਕਰ ਸਕੀ। ਬੇਸ਼ੱਕ ਉਹਨਾਂ ਦੇ ਮੀਡੀਆ ਸਲਾਹਕਾਰ ਜੋ ਮਰਜ਼ੀ ਆਣ ਕੇ ਕਹਿਣ, ਲੋਕਾਂ ਦੇ ਮਨਾਂ ਵਿੱਚ ਉਹਨਾਂ ਦੀ ਸਥਿਤੀ ਜਿਉਂ ਦੀ ਤਿਉਂ ਬਣੀ ਹੈ। ਔਰ ਦੂਜੇ ਪਾਸੇ ਕਿਸਾਨ ਮੋਰਚੇ ਨੇ
ਸਾਰੀਆਂ ਪਾਰਟੀਆਂ ਨੂੰ ਗੰਭੀਰ ਸੱਟ ਜਿਹੜੀ ਆ ਲਾਈ ਹੈ ਸਿਵਾਏ ਭਾਰਤੀ ਜਨਤਾ ਪਾਰਟੀ। ਪ੍ਰੋਫੈਸਰ ਸਾਹਿਬ ਇੱਕ BSP ਰਹਿ ਗਈ, ਫਿਰ ਨਾਰਾਜ਼ ਹੁੰਦੇ ਆ ਦਰਸ਼ਕ ਕਿ ਭਾਈ ਜੀ ਤੁਸੀਂ ਜਾਣ ਬੁੱਝ ਕੇ ਗੱਲ ਨਹੀਂ ਕਰਦੇ। BSP ਦੀ ਸਥਿਤੀ ਤੇ ਵੀ 1-2 ਮਿੰਟ ਜਿਹੜੀ ਚਰਚਾ ਕਰਦੀ ਜੀ ਨਹੀਂ, ਬਹੁਜਨ ਸਮਾਜ ਪਾਰਟੀ ਪੂਰਨ ਤੌਰ ਤੇ ਵੋਟਾਂ ਲੜਦੀ ਆ, ਪਾਰਟੀ ਹੈਗੀ ਆ, ਪਰ ਉਸ ਦਾ ਕਾਰਨ ਇਹ ਆ ਕਿ ਉਹ ਵੋਟਾਂ ਦੀ ਤਿਆਰੀ ਤਾਂ ਬੜੀ ਗੰਭੀਰਤਾ ਨਾਲ ਕਰਦੇ ਨੇ, ਬੜੇ ਵਧੀਆ ਤਰੀਕੇ ਨਾਲ ਕਰਦੇ ਨੇ, ਪਰ ਜਦੋਂ ਵੋਟਾਂ ਪੈਂਦੀਆਂ ਨੇ ਫਿਰ ਉਹਦੀ ਸਥਿਤੀ ਨਾ ਕੁਝ ਬਦਲ ਜਾਂਦੀ ਆ। ਤੇ ਇਹ ਵੀ ਇੱਕ ਪਿੱਛੇ ਜੇ ਇੱਕ ਅਫਵਾਹ ਜਿਹੜੀ ਸੁਣਨ ਚਾਹੀ ਕਿ ਬਸਪਾ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਬਾਦਲ ਨਾਲ ਸਮਝੌਤਾ ਸ਼ਾਇਦ ਉਹਦਾ ਹੋ ਸਕਦਾ, ਤਾਂ ਉਹ ਸਮਝੌਤੇ ਦੇ ਤਹਿਤ ਉਹ ਪੰਜਾਬ 'ਚ ਚੋਣਾਂ ਲੜੇਗੀ। ਮੈਂ ਤੁਹਾਨੂੰ ਕਹਿ ਰਿਹਾ ਕਿ ਅਗਰ ਸ਼੍ਰੋਮਣੀ ਅਕਾਲੀ ਦਲ ਬਸਪਾ ਨਾਲ ਸਮਝੌਤਾ ਕਰਦਾ ਤਾਂ ਬਸਪਾ ਦੇ ਹੋ ਸਕਦਾ ਕਿ ਬਸਪਾ ਦੀ ਜਿਹੜੀ ਸਥਿਤੀ ਹੈ ਪੰਜਾਬ 'ਚ ਕੋਈ ਉਨੀ ਵਧੀਆ ਨਹੀਂ ਹੈ ਕਿ ਕੇਵਲ ਔਰ ਕੇਵਲ ਹਰਭਜਨ ਲਾਖਾ ਕਿਸੇ ਸਮੇਂ ਪੰਜਾਬ ਵਿਧਾਨ ਸਭਾ ਦੇ ਜਦੋਂ ਬੇਅੰਤ ਸਿੰਘ ਹੋਣਾ ਦੀ ਸਰਕਾਰ ਰਹੀ ਆ 1991-92 'ਚ, ਉਦੋਂ ਬਹੁਜਨ ਸਮਾਜ ਪਾਰਟੀ ਸਤਨਾਮ ਕੈਂਥ ਜਿਹੜਾ ਵਿਰੋਧੀ ਧਿਰ ਦਾ ਲੀਡਰ ਸੀ, ਔਰ ਹਰਭਜਨ ਲਾਖਾ ਜਿਹੜਾ ਇਲਾਕਾ ਸੀ ਫਲੋਰ ਹਲਕੇ ਤੋਂ ਜਿੱਤ ਕੇ ਜਿਹੜੇ ਆਪਣੇ ਦੁਆਬੇ 'ਚੋਂ ਲੋਕ ਸਭਾ ਮੈਂਬਰ ਬਣ ਕੇ ਗਏ ਸੀ। ਹਰਭਜਨ ਜਿਹੜਾ ਕੈਂਥ ਸੀ ਇਹ ਆਪਣੇ ਫਲੋਰ ਹਲਕੇ ਤੋਂ ਜਿੱਤੇ ਸੀ। ਇਹ ਪੁਰਾਣੀ ਮੈਂ ਗੱਲ ਕਰ ਰਿਹਾ 1992 ਦੀ। ਉਸ ਵਕਤ ਬਹੁਜਨ ਸਮਾਜ ਪਾਰਟੀ ਦੀ ਇੱਕ ਹੋਂਦ ਜਿਹੜੀ ਸਾਹਮਣੇ ਆਈ, ਉਸ ਤੋਂ ਬਾਅਦ ਕਦੇ ਵੀ ਬਹੁਜਨ ਸਮਾਜ ਪਾਰਟੀ ਵਿਧਾਨ ਸਭਾ ਦੀਆਂ ਪੌੜੀਆਂ ਨਹੀਂ ਚੜੀ, ਪੰਜਾਬ ਵਿਧਾਨ ਸਭਾ ਦੀਆਂ ਪੌੜੀਆਂ। ਇਸ ਦੀ ਕਮਜ਼ੋਰ ਲੀਡਰਸ਼ਿਪ ਆ, ਉਹਦਾ ਵੀ ਇਹੋ ਚੱਕਰ ਆ, ਕਿਉਂਕਿ ਬੀਬੀ ਮਾਇਆਵਤੀ ਉਹ ਜਿਸ ਤਰ੍ਹਾਂ ਕਹਿੰਦੇ ਨੇ ਕਿ ਉਹ ਪ੍ਰਧਾਨ ਬਦਲ ਦਿੰਦੇ ਨੇ, ਕਦੇ ਵੀ ਕਿਸੇ ਦੇ ਹੱਥ ਜਿਹੜੀ ਸ਼ਕਤੀ ਆ ਉਹ ਨਹੀਂ ਰਹੀ। ਸੋ ਕਹਿਣ ਦਾ ਅਰਥ ਹੈ ਕਿ ਬਸਪਾ ਦਾ ਕੋਈ ਇੰਨਾ ਜ਼ਿਆਦਾ ਰੋਲ ਨਹੀਂ ਆ। ਹਾਂ, ਜੇਕਰ ਬਸਪਾ ਕਿਸੇ ਪਾਰਟੀ ਨਾਲ ਸਮਝੌਤਾ ਕਰਕੇ ਚੋਣ ਲੜਦੀ ਹੈ ਤੇ ਫਿਰ ਸਥਿਤੀ ਜਿਹੜੀ ਕੁਝ ਹੋਰ ਹੋ ਸਕਦੀ ਆ, ਉਹ ਵੀ ਵੱਧ ਤੋਂ ਵੱਧ 2 ਜਾਂ 3 ਸੀਟਾਂ ਦੇ ਉੱਤੇ। ਜੇ ਤੁਸੀਂ ਕਹੋ ਕਿ 10-12 ਸੀਟਾਂ ਦਾ ਸਫ਼ਰ ਤੈਅ ਕਰ ਜਾਵੇ, ਬਸਪਾ ਵਾਸਤੇ ਬਹੁਤ ਮੁਮਕਿਨ ਆ। ਜੇਕਰ ਇਕੱਲੇ ਲੜਦੀ ਤਾਂ ਫਿਰ ਤਾਂ ਕੁਝ ਵੀ ਨਹੀਂ, ਪਰ ਜੇਕਰ ਸਮਝੌਤੇ ਦੇ ਤਹਿਤ ਲੜਦੀ ਹੈ, ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨਾਲ ਸਮਝੌਤਾ ਹੁੰਦਾ ਰਿਹਾ, ਤਾਂ ਫਿਰ ਸਥਿਤੀ ਕੁਝ ਬਿਹਤਰ ਹੋ ਸਕਦੀ ਹੈ। ਲਾਸਟ ਦੇ ਵਿੱਚ ਮੈਂ ਪੁੱਛਣਾ ਚਾਹੂੰਗਾ ਕਿ ਜਿਹੜੀ ਆਪਣੀ ਇਸ ਪ੍ਰੋਗਰਾਮ ਦਾ ਨਿਚੋੜ ਹੈ ਉਹ ਆਪਾਂ ਦਰਸ਼ਕਾਂ ਨੂੰ ਦੱਸੀਏ ਕਿ ਨਿਚੋੜ ਭਾਈ ਕੀ ਨਿਕਲਦਾ। ਕੋਈ ਬਹੁਤ ਸਾਰੇ ਦਰਸ਼ਕ ਇਹ ਸੋਚਦੇ ਹੁੰਦੇ ਆ ਕਿ ਭਾਈ ਤੁਸੀਂ ਤਾਂ ਸਾਰਿਆਂ ਨੂੰ ਕਹਿੰਦਾ ਵੀ ਨਹੀਂ ਬਣਾਉਂਦੇ ਸਰਕਾਰ, ਫਿਰ ਸਰਕਾਰ ਕਿਹਦੀ ਬਣੂਗੀ? ਤਾਂ ਇਸ ਕਰਕੇ ਆਪਾਂ ਦਰਸ਼ਕਾਂ ਨੂੰ ਨਿਚੋੜ ਜਿਹੜਾ ਦੱਸਣਾ ਬਹੁਤ ਜ਼ਰੂਰੀ ਹੈ। ਨਿਚੋੜ ਕੀ ਹੈ? ਨਿਚੋੜ ਤਾਂ ਸਪਸ਼ਟ ਰੂਪ 'ਚ ਆਪਾਂ ਇਹੋ ਕਹਿ ਤਾ ਕਿ ਜਿੰਨੀਆਂ ਵੀ ਪਾਰਟੀਆਂ ਨੇ ਇਹਨਾਂ ਦੀਆਂ ਸਥਿਤੀਆਂ ਪਹਿਲਾਂ ਵਾਲੀਆਂ ਨਹੀਂ ਰਹੀਆਂ। ਇਹਨਾਂ ਦੀ ਅੰਦਰੂਨੀ ਖਾਨਾ ਜੰਗੀ ਨੇ ਇਹਨਾਂ ਨੂੰ ਉਸ ਮੁਹਾਜ਼ 'ਤੇ ਖੜੇ ਕਰ ਦਿੱਤਾ ਕਿ ਇਹ ਇਕੱਲੇ ਰੂਪ 'ਚ ਤੇ ਆਪਣੀ ਸਰਕਾਰ ਬਣਾਉਣ ਰਹੀਆਂ। ਪੰਜਾਬ ਦੇ ਵਿੱਚ ਅਗਰ ਸਰਕਾਰ ਬਣੇਗੀ, ਪੰਜਾਬ 'ਚ ਅਗਰ 2022 'ਚ ਸਰਕਾਰ ਬਣੇਗੀ ਤਾਂ ਤਰਸ਼ੰਕੂ ਵਿਧਾਨ ਸਭਾ ਕਹੀ ਜਾ ਸਕਦੀ। ਤਰਸ਼ੰਕੂ ਮੀਨਸ ਕਿ ਅੱਧੀਆਂ ਕਿਸੇ ਕੋਲ ਗਿਣਤੀ ਮਿਣਤੀ ਦੀਆਂ, ਜਿਵੇਂ ਸੈਂਟਰ ਦੇ ਵਿੱਚ ਵੀ ਕਈ ਵਾਰੀ ਦੇਵੀ ਗੌੜਾ ਬਣਿਆ, ਕਿਸੇ ਵਕਤ ਕੋਈ ਬਣਿਆ, ਉਸੇ ਤਰੀਕੇ ਨਾਲ ਇਹ ਹੋ ਸਕਦਾ ਕਿ ਇਹ ਜਿਹੜੇ ਆਪਣੇ ਜਿਨ੍ਹਾਂ ਦਾ ਚੌਥਾ ਫਰੰਟ ਜਿਹਨਾਂ ਨੂੰ ਤੁਸੀਂ ਕਹਿ ਰਹੇ, ਜਿਨ੍ਹਾਂ ਵਿੱਚ ਢੀਂਡਸਾ ਇਹ 1-2 ਆਪਣੇ ਇਲਾਕੇ 'ਚ ਸੀਟਾਂ ਜਿੱਤ ਕੇ ਕਿਸੇ ਪਾਰਟੀ ਨੂੰ ਆਪਣਾ ਸਮਰਥਨ ਦੇ ਦੇਣ। ਹਾਂ, ਇੱਦਾਂ ਨਹੀਂ ਜੇ ਹੋ ਸਕਦਾ ਕਿ ਕੋਈ ਪਾਰਟੀ ਇਕੱਲੇ ਆਪਣੇ ਪੂਰਨ ਰੂਪ ਦੇ ਵਿੱਚ ਆਪਣੇ ਸਿਰ 'ਤੇ ਸਰਕਾਰ ਬਣਾ ਜੇ, ਜਿਸ ਤਰ੍ਹਾਂ 2017 ਅੱਗੇ ਜਾ ਕੇ ਹੋਣਾ ਵੀ ਬਹੁਤ ਕੁਛ ਆ। ਹਾਲੇ ਜਿਹੜੀਆਂ ਟੁੱਟੀਆਂ ਫੁੱਟੀਆਂ ਪਾਰਟੀਆਂ, ਜਿਹੜੀਆਂ ਛੋਟੀਆਂ ਮੋਟੀਆਂ ਜਿਹੜੀਆਂ ਪਾਰਟੀਆਂ ਨੇ, ਉਹਨਾਂ ਦਾ ਪਤਾ ਨਹੀਂ ਟੁੱਟ ਫੁੱਟ ਕੇ ਕਿੱਧਰ ਜੁੜਨਾ, ਤੇ ਜਿਹੜੀਆਂ ਛੋਟੀਆਂ ਪਾਰਟੀਆਂ ਨੇ ਉਹਨਾਂ ਨੇ ਪਤਾ ਨਹੀਂ ਹਾਲੇ ਕਿੱਧਰ ਜੁੜਨਾ। ਉਹ ਵੀ ਥੋੜੀ ਬਹੁਤੀ ਸਥਿਤੀ ਜਿਹੜੀ ਤੈਅ ਕਰਨੀਆਂ ਚੋਣਾਂ ਤੋਂ ਪਹਿਲਾਂ। ਜੀ ਪਰ ਨਹੀਂ, ਜਿਹੜੀ ਮੁੱਖ ਪਾਰਟੀਆਂ ਨੇ ਉਹ ਤਾਂ ਸਿੱਧੂ ਸਾਹਿਬ 2 ਜਾਂ 3 ਪਾਰਟੀਆਂ ਬਣਦੀਆਂ ਨੇ। ਪੰਜਾਬ ਦੇ ਵਿੱਚ ਤੁਸੀਂ ਜੋ ਮਰਜ਼ੀ ਕਹਿ ਲਓ, ਪੰਜਾਬ 'ਚ ਜਿਹੜੀ ਟੱਕਰ ਰਹਿਣੀ ਆ ਸ਼੍ਰੋਮਣੀ ਅਕਾਲੀ ਦਲ ਵਰਸਸ ਕਾਂਗਰਸ। ਆਮ ਆਦਮੀ ਪਾਰਟੀ 3ਜੇ ਨੰਬਰ 'ਤੇ, ਚੌਥੇ ਨੰਬਰ 'ਤੇ ਭਾਜਪਾ ਜਾਂਦੀ। ਜਿਹੜੀ ਟੱਕਰ ਜਿਹੜੀ ਆ ਉਹ ਦੋਵਾਂ ਧਿਰਾਂ ਦੀ ਹੋਣੀ ਹੈ। ਔਰ ਪਿਛਲੇ ਸੰਦਰਭ 'ਚ ਵੀ ਇਹ ਪਤਾ ਲੱਗਾ ਕਿ ਆਮ ਆਦਮੀ ਪਾਰਟੀ ਨੂੰ ਸਾਈਡਲਾਈਨ ਕਰਨ ਵਾਸਤੇ ਅਖੀਰਲੇ ਮੌਕੇ 'ਤੇ ਕਾਂਗਰਸ ਪਾਰਟੀ ਤੇ ਸ਼੍ਰੋਮਣੀ ਅਕਾਲੀ ਦਲ ਦਾ ਸਮਝੌਤਾ ਹੋ ਗਿਆ ਕਿ ਤੁਸੀਂ ਆ ਜਾਓ, ਆਮ ਆਦਮੀ ਪਾਰਟੀ ਹਰਾ ਦਿਓ। ਰਾਜਨੀਤੀ 'ਚ ਕੀ ਕੁਝ ਵਾਪਰਦਾ, ਬੜਾ ਕੁਝ ਅਜਿਹਾ ਵਾਪਰਦਾ। ਟੱਕਰ ਤਾਂ ਕੇਵਲ ਮੇਨ ਇਹਨਾਂ ਦੀ ਹੋਏਗੀ। ਬਾਕੀ ਇਹ ਗੱਲ ਕਲੀਅਰ ਆ ਕਿ 2017 ਵਾਲਾ ਹੁਣ ਸਥਿਤੀ ਨਹੀਂ ਜੀ ਹੈਗੀ, ਨਾ ਕਾਂਗਰਸ ਵਾਸਤੇ ਨਾ ਅਕਾਲੀ ਦਲ ਵਾਸਤੇ। ਅਕਾਲੀ ਦਲ ਤਾਂ ਪਹਿਲੇ ਬੈਕਫੁੱਟ 'ਤੇ ਆ, ਤੇ ਜਿਸ ਤਰੀਕੇ ਨਾਲ ਇਹ ਪੱਟਾਂ ਨੂੰ ਥਾਪੀਆਂ ਮਾਰਦੇ ਸੀ ਆਪਣੇ ਕੈਪਟਨ ਸਾਹਿਬ ਜਾਂ ਇਹਨਾਂ ਦੇ ਜਿਹੜੇ ਸਿਪਾਹ ਸਲਾਰ ਸੀ, ਮੈਦਾਨ ਖਾਲੀ ਆਪਾਂ ਕਰ ਜਾਣਾ, ਹੁਣ ਸਥਿਤੀਆਂ ਉਹ ਨਹੀਂ ਜੇ। ਇਹ ਸਥਿਤੀਆਂ ਦਿਨ ਬ ਦਿਨ ਮਾੜੀਆਂ ਹੋਣਗੀਆਂ। ਔਰ ਤਰਸ਼ੰਕੂ ਵਿਧਾਨ ਸਭਾ ਜਿਹੜੀ ਉਹ ਪੰਜਾਬ 'ਚ ਬਣਦੀ ਨਜ਼ਰ ਜਿਹੜੀ ਆਉਂਦੀ ਆ। ਬਾਕੀ ਭਵਿੱਖ ਜਿਹੜਾ ਹੈ ਉਹ ਆਉਣ ਵਾਲਾ ਸਮਾਂ ਦੱਸੇਗਾ। ਜੀ ਸੁਣ ਸਾਹਿਬ। ਤਾਂ ਪ੍ਰੋਫੈਸਰ ਸਾਹਿਬ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ 'ਚ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ। ਰਾਏ ਸਰ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਜੀ, ਜਿਨ੍ਹਾਂ ਨੇ ਅੱਜ ਦੀ ਪੋਲੀਟੀਕਲ ਜਿਹੜੀ ਐਨਾਲਿਸਿਸ ਕੀਤੀ ਹੈ ਉਹ ਅੱਜ ਦੀ ਪੋਲੀਟੀਕਲ ਸਿਨੈਰੀਓ ਨੂੰ ਦੇਖਦੇ ਹੋਏ ਪੰਜਾਬ ਦੇ ਨੂੰ ਉਹ 'ਤੇ ਕੀਤੀ ਹੈ। ਇਹਦਾ ਮਤਲਬ ਇਹ ਨਹੀਂ ਕਿ ਇਹ ਪੱਕੀ ਹੀ ਹੈ, ਕਿਉਂਕਿ ਸਾਡੇ ਕੋਲ ਕੋਈ ਇਸ ਤਰ੍ਹਾਂ ਦਾ ਕੋਈ ਵੱਡਾ ਬਹੁਤਾ ਸਰਵੇ ਨਹੀਂ, ਕਿਉਂਕਿ ਜਿੰਨੇ ਕੁ ਵੀ ਅਸੀਂ ਲੋਕਾਂ ਨਾਲ, ਸੀਮਿਤ ਲੋਕਾਂ ਨਾਲ ਗੱਲਬਾਤ ਕਰਦੇ ਹਾਂ, ਜਿੰਨੇ ਕੁ ਸੂਝ-ਬੂਝ ਰੱਖਦੇ ਹਾਂ, ਉਸ ਦੇ ਮੁਤਾਬਿਕ ਇਹ ਜਿਹੜਾ ਇੱਕ ਛੋਟਾ ਜਿਹਾ ਸਰਵੇ ਟਾਈਪ ਐਨਾਲਿਸਿਸ ਅਸੀਂ ਕੀਤਾ। ਪਰ ਰਾਜਨੀਤੀ ਦੇ ਵਿੱਚ ਤੁਸੀਂ ਜਾਣਦੇ ਹੋ ਕਿ ਕੁਝ ਵੀ ਸਥਿਰ ਨਹੀਂ ਹੁੰਦਾ।
ਰਾਜਨੀਤੀ ਦੇ ਵਿੱਚ ਸਮੇਂ-ਸਮੇਂ ਤੇ ਸਥਿਤੀਆਂ ਬਦਲਦੀਆਂ ਰਹਿੰਦੀਆਂ ਨੇ। ਕੱਲ੍ਹ ਕੀ ਹੋਵੇਗਾ ਇਹ ਕੋਈ ਨਹੀਂ ਜਾਣਦਾ। ਇਸ ਕਰਕੇ ਅੱਜ ਦੀ ਸਥਿਤੀ ਦੇ ਮੁਤਾਬਿਕ ਜਿਹੜਾ ਇਹ ਸਰਵੇ ਆ ਅਸੀਂ ਆਪਣੇ ਤੌਰ ਤੇ ਜਿਹੜਾ ਐਨਾਲਿਸਿਸ ਕਰਕੇ ਦੱਸਿਆ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ। ਉਮੀਦ ਕਰਦੇ ਹਾਂ ਕਿ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਹੋਣਾ ਦੇ ਵਿਚਾਰ ਤੁਹਾਨੂੰ ਪਸੰਦ ਆਏ ਹੋਣਗੇ। ਤਦ ਤੱਕ ਲਈ ਦਿਓ ਇਜਾਜ਼ਤ, ਦੁਬਾਰਾ ਫਿਰ ਮਿਲਾਂਗੇ। ਧੰਨਵਾਦ।